ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਗੁਰੂ ਗ੍ਰੰਥ ਪੰਥ ਕੋ ਬੰਦ। ਮੋਹ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਤੇ ਅੰਗ ਦੰਗ ਸੰਗ ਭਇਓ ਸਾਇਰ ਜਿਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਆਪ ਗੁਰੂ ਰਾਮਦਾਸ ਕੋ ਮਿਲੀ ਵਡਾਈ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਨਾ ਸਾਸ ਗਿਰਾਸ ਨ ਬਿਸਰੈ ਹਰ ਨਾਮਾ ਮਨ ਮੰਤ। ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਕਾਰਨ ਬੇਸ ਨ ਸੰਤ ਕਾ ਨਾ ਸੰਪਰਦਾਏ ਪਹਿਚਾਨ। ਰਮਾ ਰਹੇ ਹਰੀ ਨਾਮ ਮਹਿ ਵਹੀ ਸੰਤ ਸੁਜਾਨ। ਸ੍ਰੀਪਤ ਪ੍ਰਥਮ ਨਮਾਮ ਮਮ ਯੋਗੀ ਹਿਰਦੈ ਨਿਵਾਸ। ਭੋਗੀ ਹਿਰਦੈ ਉਦਾਸ ਜੋ ਵੈ ਮਮ ਸਮਤ ਪ੍ਰਕਾਸ਼। ਭੋਗੀ ਹਿਰਦੈ ਉਦਾਸ ਜੋ ਵੈ ਮਮ ਸਮਤ ਪ੍ਰਕਾਸ਼। ਵਾਹਿਗੁਰੂ ਕੇ ਮੰਤਰ ਬਿਨ ਜਪੈ ਆਨ ਕੋਈ ਜਾਪ। ਸੋ ਸਾਖਤ ਸਿੱਖ ਮੂਲ ਨ ਹੈ ਬਚਨ ਹੈ ਸ੍ਰੀ ਮੁਖ ਵਾਕ। ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ। ਸੁਰਗਵਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ। ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਪਾਪ ਤਿਹ ਨਿਕਟ ਨ ਆਵੈ। ਵਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਬਿਆਦ ਛੁਐ ਸਕੈ ਨ ਕੋਈ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰਦ ਬ੍ਰਿੰਦ ਤਹਿ ਦੀਰਘ ਦਾਨੋ ਗਿਰ ਕਜਲ ਕੇ ਵਿਚਰਤ ਮਨੋ। ਫਿਰਦ ਬ੍ਰਿੰਦ ਤਹਿ ਦੀਰਘ ਦਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਪਤਿਤ ਪਾਵਨ ਦੀਨ ਦਿਆਲ ਭਗਤ ਵਸ਼ਲ ਕਿਰਪਾਲਤਾ ਦੇ ਸਾਗਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਪੰਥ ਸਾਹਿਬ ਮਹਾਰਾਜ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਤਪ ਸਥਾਨ 'ਤੇ ਆਪ ਮਹਾਂਪੁਰਖਾਂ ਦੀ ਯਾਦ ਵਿੱਚ ਲੜੀਵਾਰ ਗੁਰ ਇਤਿਹਾਸ ਕਥਾ ਸਰਵਨ ਕਰਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਬਿਰਤਾਂਤ ਆਪ ਜੀ ਨੇ ਪਿੱਛੇ ਸਰਵਨ ਕੀਤਾ ਹੈ।
ਕਿ ਸਤਿਗੁਰੂ ਸਾਹਿਬ ਜੀ ਨੇ ਇੱਕ ਬਹੁਤ ਵੱਡੇ ਮੱਛ ਦਾ ਉਧਾਰ ਕੀਤਾ ਹੈ, ਜਿਸ ਮੱਛ ਨੂੰ ਰਾਜੇ ਜਨਕ ਨੇ ਸ਼ਰਾਪ ਦੇ ਦਿੱਤਾ ਸੀ, ਕਿਉਂਕਿ ਉਸ ਦੀ ਗੱਲ ਨਹੀਂ ਸੀ ਮੰਨੀ। ਜਦੋਂ ਗੱਲ ਨਹੀਂ ਸੀ ਮੰਨੀ ਤਾਂ ਉਸਨੇ ਕਿਹਾ ਕਿ ਤੂੰ ਹੁਣ ਪਾਣੀ ਦੇ ਵਿੱਚ ਹੀ ਰਿਹਾ ਕਰ। ਪਾਣੀ ਦੇ ਵਿੱਚ ਰਹਿਣ ਲੱਗਾ। ਬੜੇ ਲੰਬੇ ਸਮੇਂ ਤੋਂ ਪਾਣੀ ਦੇ ਵਿੱਚ ਹੀ 1000 ਸਾਲ, 2008, 9000 ਸਾਲ ਪਹਿਲਾਂ ਛੋਟੇ ਜਿਹੇ ਸਰੀਰ ਨੂੰ ਧਾਰਨ ਕਰਕੇ ਫਿਰ ਵੱਧਦਾ ਵੱਧਦਾ ਬਹੁਤ ਹੀ ਵੱਡਾ ਕੋਹਾਂ ਤੱਕ, ਕਹਿੰਦੇ ਉਸ ਦਾ ਸਰੀਰ ਹਨੇਰਿਆਂ ਸਮੁੰਦਰਾਂ 'ਚ ਫੈਲ ਗਿਆ ਸੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਉਸ ਦੇ ਪਿਛਲੇ ਕੀਤੇ ਹੋਏ ਵਚਨ ਅਨੁਸਾਰ ਉਪਰੋਕਤ ਜੋ ਆਪਾਂ ਸਰਵਨ ਕੀਤਾ ਤਾਂ ਸਤ ਸੰਗਤ ਜੀ ਉਸ ਦਾ ਉਧਾਰ ਹੋ ਗਿਆ। ਹੁਣ ਉਸ ਦੇ ਮਨ ਦੇ ਵਿੱਚ ਸੀ ਕਿ ਮੈਂ ਚਤੁਰਭੁਜੀ ਸਰੂਪ ਨੂੰ ਧਾਰਨ ਕਰਾਂ। ਚਤੁਰਭੁਜੀ ਸਰੂਪ ਹੀ ਧਾਰਨ ਕਰ ਲਿਆ, ਵਿਸ਼ਨੂੰ ਦੀ ਪੁਰੀ ਨੂੰ ਚਲਿਆ ਗਿਆ। ਅੱਗੇ ਹੀ ਵਿਸ਼ਨੂੰ ਦੇ ਦਵਾਰਪਾਲ ਜੈ ਵਿਜੇ ਨੇ ਪੁੱਛਿਆ ਕਿ ਭਾਈ ਤੂੰ ਕਿਸ ਤਰ੍ਹਾਂ ਇੱਥੇ ਆ ਗਿਆ। ਕਹਿਣ ਲੱਗਾ ਜੀ ਮੈਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਥੇ ਪਹੁੰਚਾ ਦਿੱਤਾ। ਫਿਰ ਉਹ ਵੀ ਅੱਗੋਂ ਕਹਿਣ ਲੱਗੇ ਕਿ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਅਤੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿੰਦੇ ਹੋਏ ਉਹਨੂੰ ਅੰਦਰ ਵਿਸ਼ਨੂਪੁਰੀ ਦੇ ਵਿੱਚ ਲੈ ਗਏ। ਇਸ ਦੇ ਅੱਗੇ ਸਤਿਗੁਰੂ ਸਾਹਿਬ ਜੀ ਅੱਗੇ ਲੰਕਾ ਦੇ ਵਿੱਚ ਜਾ ਪ੍ਰਵੇਸ਼ ਹੋਏ। ਲੰਕਾ ਦਾ ਹਾਲ ਹੈ ਜਿਹੜਾ ਉਹ ਇੱਥੇ ਭਾਈ ਸਾਹਿਬ ਜੀ ਵਰਣਨ ਕਰ ਰਹੇ ਆ। ਜਨਮ ਸਾਖੀ ਭਾਈ ਬਾਲੇ ਵਾਲੀ 'ਤੇ ਅਨੁਵਾਦਿਤ ਆਧਾਰਿਤ। ਆਓ ਸੁਰਤੀ ਬਿਰਤੀ ਇਕਾਗਰ ਕਰੋ, ਸੰਕਲਪ ਵਿਕਲਪ ਪ੍ਰਸ਼ਾਂਤ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਲੜੀਵਾਰ ਇਤਿਹਾਸ ਨਿਤ ਦੀ ਤਰ੍ਹਾਂ ਜੋ ਥੋੜ੍ਹਾ ਹੀ ਹੁੰਦਾ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰੀਏ। ਲੰਕਾ ਦੇ ਵਿੱਚ ਕੀ ਵਰਤਾਂਤ ਹੋਇਆ ਸਰਵਨ ਕਰੀਏ, ਕਿਸ ਤਰ੍ਹਾਂ ਕਿਹਨੂੰ ਮਿਲਦੇ ਆ ਸਤਿਗੁਰੂ ਸਾਹਿਬ ਜੀ। ਕਿਉਂਕਿ ਅਦਿੱਖ ਰੂਹਾਂ ਜਿਹੜੀਆਂ ਕਈ ਵਾਰ ਵਿਜੋਗ ਦੇ ਵਿੱਚ ਜਾਂ ਪਿਆਰ ਦੇ ਵਿੱਚ ਲੰਬੀ ਆਰਜ਼ੂ ਧਾਰਨ ਕਰਕੇ ਅਸੀਮਤ ਤੇ ਅਸੀਮ ਦਿਖਦੇ ਅਦਿੱਖ ਦੇ ਵਿੱਚ ਬੈਠੀਆਂ ਰਹਿੰਦੀਆਂ ਨੇ, ਉਹਨਾਂ ਨੂੰ ਜਾ ਕਰਕੇ ਸਤਿਗੁਰੂ ਸਾਹਿਬ ਜੀ ਮਿਲ ਸਕਦੇ ਆ। ਇਸ ਤਰ੍ਹਾਂ ਨਾਲ ਸਤਿਗੁਰੂ ਸਾਹਿਬ ਜੀ ਉਹਨਾਂ ਨੂੰ ਜਾ ਕਰਕੇ ਮਿਲੇ ਹਨ, ਜਿਹੜੇ ਆਪੋ ਆਪਣੇ ਭਾਵਾਂ ਦੇ ਵਿੱਚ ਖਿਆਲ ਟਿਕਾ ਕਰਕੇ ਬੈਠੇ ਹੋਏ ਆ। ਹਨੂਮਾਨ, ਭੀਖਨ, ਹੋਰ ਉਹਨਾਂ ਦੀ ਬੜੀ ਰੌਚਕ ਜਿਹੜੀ ਵਾਰਤਾਲਾਪ ਹੈ ਉਹ ਭਾਈ ਸਾਹਿਬ ਜੀ ਨੇ ਇੱਥੇ ਲਿਖਣਾ ਕੀਤੀ ਹੈ। ਆਓ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲੜੀਵਾਰ ਇਤਿਹਾਸ ਨਾਲ ਜੁੜੀਏ, ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬ੍ਰਿੰਦ ਦੀਰਘ ਦਾਨੋ ਪ੍ਰੇਮ ਸਹਿਤ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਜਦੋਂ ਜਾ ਕੇ ਲੰਕਾ ਦੇ ਵਿੱਚ ਪ੍ਰਵੇਸ਼ ਹੋਏ, ਦੇਖਿਆ ਬੜੇ ਵੱਡੇ ਸਰੀਰਾਂ ਵਾਲੇ ਜਿਹੜੇ ਲੋਕ ਨੇ, ਦਾਨੋ ਰਾਵਣ ਦੇ ਵੰਸ਼ਨੀਕ, ਉਹ ਜਿਹੜੇ ਫਿਰ ਰਹੇ ਹਨ। ਮਾਨੋ ਕਿ ਕਾਲਖ ਅਤੇ ਧੂਏਂ ਦੇ ਪਹਾੜ ਨੇ, ਇਹੋ ਜਿਹੇ ਸਰੀਰ ਉਹਨਾਂ ਦੇ ਹਨ। ਇਹੋ ਜਿਹੇ ਸਰੀਰ ਦੇਖ ਕੇ ਉਹਨਾਂ ਦੇ ਮਰਦਾਨਾ ਮਨ ਦੇ ਵਿੱਚ ਡਰ ਗਿਆ ਹੈ। ਧੀਰਜ ਨੂੰ ਗਵਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਮਹਾਰਾਜ ਇਹ ਜਿਹੜੇ ਰਾਖਸ਼ ਨੇ, ਐਡੇ ਐਡੇ ਇਹਨਾਂ ਦੇ ਸਰੀਰ ਨੇ, ਇਹ ਆਪਾਂ ਨੂੰ ਫੜ ਲੈਣਗੇ ਮਹਾਰਾਜ ਜੀ, ਤੇ ਭੱਖਣ ਕਰ ਲੈਣਗੇ, ਆਪਾਂ ਨੂੰ ਖਾ ਜਾਣਗੇ। ਇਹਨਾਂ ਨੇ ਜਿਹੜੀ ਦੇਰ ਨਹੀਂ ਲਾਉਣੀ ਹੈ। ਦੇਖੋ ਮਹਾਰਾਜ ਇਹਨਾਂ ਦੇ ਹੱਥਾਂ 'ਚ ਕਿੱਡੇ ਕਿੱਡੇ ਦਾਤਰ ਫੜੇ ਹੋਏ ਆ, ਕੁਇੰਟਲ ਕੁਇੰਟਲ ਦੀਆਂ ਇਹਨਾਂ ਦੇ ਹੱਥ ਦੇ ਵਿੱਚ ਕਿਰਪਾਨਾਂ ਵੱਡੀਆਂ ਇੰਨੀਆਂ ਭਾਰੀਆਂ ਫੜੀਆਂ ਹੋਈਆਂ ਹਨ। ਮਹਾਰਾਜ ਇਹਨਾਂ ਦੇ ਆਪਾਂ ਕੋਲ ਨਾ ਹੀ ਜਾਈਏ ਤਾਂ ਚੰਗਾ ਹੈ। ਇਹਨਾਂ ਦਾ ਤੇ ਆਪਣਾ ਕੀ ਮੁਕਾਬਲਾ ਹੈ। ਜਿਵੇਂ ਸੜਕ 'ਤੇ ਰੂਲਰ ਤੁਰਿਆ ਜਾਵੇ, ਆਪਦੇ ਉਹ ਦੱਬੀ ਜਾਵੇ ਆਪਦੀ ਰੇਸ ਦੇ ਵਿੱਚ। ਕੋਲ ਦੀ ਬੱਸ ਵਾਲਾ ਲੰਘ ਰਿਹਾ ਸੀ, ਉਹ ਕਹਿੰਦਾ ਭਾਈ ਦੇਖ ਕੇ ਚਲਾ, ਇਹਦਾ ਤਾਂ ਕੁਛ ਨਹੀਂ ਜਾਣਾ, ਕਿਉਂਕਿ ਚਾਰੇ ਪਾਸੇ ਇੱਟ ਵਰਗਾ ਲੋਹਾ ਲੱਗਿਆ ਹੋਇਆ ਹੈ। ਅਤੇ ਆਪਾਂ ਜੇ ਨਾਲ ਲੱਗ ਗਏ
ਤੇ ਆਪਣਾ ਭੋਗ ਪੈ ਜਾਊਗਾ, ਕਿਉਂਕਿ ਇਹ ਤਾਂ ਲੋਹਾ ਹੀ ਲੋਹਾ ਹੈ। ਇਸ ਤਰ੍ਹਾਂ ਨਾਲ ਕਹਿੰਦਾ ਜੀ ਇਹਨਾਂ ਦੇ ਸਰੀਰ ਬਹੁਤ ਭਿਆਨਕ ਹਨ। ਆਪਾਂ ਮਹਾਰਾਜ ਇਹਨਾਂ ਦੇ ਕੋਲ ਨਾ ਜਾਈਏ, ਆਪਾਂ ਨੂੰ ਫੜ ਕੇ ਖਾ ਜਾਣਗੇ ਇਹ। ਹੋਰ ਥਾਂ ਤੇ ਮਹਾਰਾਜ ਜੀ ਚੱਲ ਕਰਕੇ ਆਪਾਂ ਦੇਖਦੇ ਹਾਂ ਕਿਤੇ ਹੋਰ ਲੋਕ ਨੂੰ ਸੁਣ ਕੇ ਬੋਲੇ ਪਰਮ ਪੁਨੀਤ ਅਪਵਿੱਤਰਾਂ ਨੂੰ ਪਵਿੱਤਰ ਕਰ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਉਸ ਵੇਲੇ ਕਹਿਣ ਲੱਗੇ, ਜਵਾਬ ਦਿੱਤਾ। ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ ਤੂੰ ਬਾਣੀ ਪੜ੍ਹਦਾ ਵੀ ਰਹਿਣਾ, ਸੁਣਦਾ ਵੀ ਰਹਿਣਾ, ਕਿੰਨਾ ਚਿਰ ਤੈਨੂੰ ਸਾਡੇ ਨਾਲ ਰਹਿੰਦਿਆਂ ਹੋ ਗਿਆ ਹੈ, ਤੈਨੂੰ ਅਜੇ ਤੱਕ ਇੱਕ ਵਿਚਾਰ ਨਹੀਂ ਮਨ ਦੇ ਵਿੱਚ ਆਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਰਦਾਨੇ ਨੂੰ, ਤੂੰ ਜਿਹੜਾ ਆਪਦੀ ਦੇਹੀ ਦੇ ਮੋਹ ਦੇ ਜੰਗਲ ਦੇ ਵਿੱਚ ਭਟਕਿਆ ਹੋਇਆ ਹੈ, ਜਿਹੜਾ ਦੇਹੀ ਦਾ ਬਹੁਤ ਜਿਹੜਾ ਮਰਦਾਨਿਆ ਤੂੰ ਮੋਹ ਕਰਦਾ, ਇਸ ਦੇ ਵਿੱਚ ਤੂੰ ਪਿਆ ਹੋਇਆ ਹੈ, ਭੁੱਲਿਆ ਹੋਇਆ ਲੱਗਾ ਹੋਇਆ ਹੈ, ਤੇ ਸਰੀਰ ਦੀ ਹੰਗਤਾ ਦਾ ਅਭਿਮਾਨ ਰੂਪ ਭੂਤ ਮਰਦਾਨਿਆ ਤੈਨੂੰ ਚਿੰਬੜਿਆ ਹੋਇਆ ਹੈ। ਇਸ ਕਰਕੇ ਤੇਰੇ ਮਨ ਦੇ ਵਿੱਚ ਭਰਮ ਪਿਆ ਹੋਇਆ ਹੈ ਕਿ ਮੈਨੂੰ ਖਾ ਜਾਣਗੇ, ਮੈਨੂੰ ਫੜ ਲੈਣਗੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਿਹੜਾ ਭਰਮ ਦੇ ਵਿੱਚ ਤੂੰ ਪਿਆ ਹੋਇਆ ਹੈ, ਮਹਾਰਾਜ ਕਹਿੰਦੇ ਦੇਖ ਲੈ ਫਿਰ, ਜਿਹਨੂੰ ਭੂਤ ਲੱਗ ਕਰਕੇ ਆ ਜਾਂਦਾ ਹੈ, ਇੱਕ ਭੂਤ ਕਿਸੇ ਨੂੰ ਚਿੰਬੜ ਜਾਵੇ ਤੇ ਕਈਆਂ ਨੂੰ ਕਈ ਚਿੰਬੜ ਜਾਂਦੇ ਆ, ਕਈ ਜਦੋਂ ਚਿੰਬੜ ਜਾਂਦੇ ਆ ਫਿਰ ਕਿਵੇਂ ਛੁਟਕਾਰਾ ਹੋ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਿਹੜਾ ਤਨ ਦਾ ਹੰਕਾਰ ਕਰਨਾ ਤੇ ਇਹ ਮੈਨੂੰ ਖਾ ਜਾਣਗੇ ਤੇ ਮੈਂ ਖਾਧਾ ਜਾਵਾਂਗਾ, ਤੇ ਇਹ ਜਿਹੜਾ ਭੂਤ ਲੱਗਾ ਹੋਇਆ, ਮਹਾਰਾਜ ਜੀ ਕਹਿੰਦੇ ਇਹ ਜਿਹੜਾ ਤੈਨੂੰ ਭਰਮ ਦੇ ਵਿੱਚ ਪਾਇਆ ਹੋਇਆ, ਜਿਹਨੂੰ ਭੂਤ ਸਵਾਰ ਹੋ ਜਾਂਦਾ ਹੈ, ਉਹ ਜਿਹੜਾ ਭੂਤ, ਜਿਵੇਂ ਹੁਣ ਕੋਈ ਦਾਰੂ ਪੀ ਲੈਂਦਾ ਹੈ ਤਾਂ ਦਾਰੂ ਦਾ ਗੁਣ ਹੈ ਕਿ ਉਹਦਾ ਜਿਹੜਾ ਅਸਲ ਸਰੂਪ ਹੈ ਉਹ ਭੁਲਾ ਦਿੰਦੀ ਹੈ। ਦਾਰੂ ਤੇ ਧਿਆਨ ਹੈ ਜਿਹੜਾ ਦੁੱਖ ਨੂੰ ਗਵਾ ਦਿੰਦਾ ਹੈ। ਦਾਰੂ ਜਿਹੜੀ ਦੁੱਖ ਨੂੰ ਗਵਾਉਂਦੀ ਨਹੀਂ, ਦੁੱਖ ਨੂੰ ਭੁਲਾ ਦਿੰਦੀ ਹੈ, ਸਰੂਪ ਨੂੰ ਆਛਾਦਨ ਕਰ ਦਿੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਵੇਂ ਹੀ ਹੈ ਜਿਹੜਾ ਭੂਤ ਹੈ, ਉਹ ਸਰੂਪ ਨਿਜ ਦੇਤ ਭੁਲਾਏ, ਤੇਰੇ ਸਰੂਪ ਨੂੰ ਜਿਹੜਾ ਉਹਨੇ ਢੱਕ ਦਿੱਤਾ ਹੈ। ਤੇ ਇਸ ਤਰ੍ਹਾਂ ਨਾਲ ਜਿਹੜਾ ਆਪ ਭੂਤਨਾ ਹੋ ਜਾਂਦਾ ਹੈ, ਭੂਤਾਂ ਦੇ ਚਿੰਬੜਨ ਦੇ ਨਾਲ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਵਿਕਾਰਾਂ ਦੇ ਲੱਗਣ ਦੇ ਨਾਲ ਬਿਰਤੀ ਉਲਟ ਜਾਂਦੀ ਹੈ। ਫਿਰ ਤਾਂ ਉਹਦਾ ਇਲਾਜ ਕੋਈ ਜੇ ਮੰਤਰ ਦੇ ਨਾਲ ਕੋਈ ਉਹਨੂੰ ਝਾੜਾ ਕਰੇ, ਕੋਈ ਉਹੋ ਜਿਹਾ ਮੰਤਰ ਪੜ੍ਹੇ ਜਿਹੋ ਜਿਹਾ ਭੂਤ ਹੈ, ਤਾਂ ਉਸ ਦਾ ਫਿਰ ਛੁਟਕਾਰਾ ਹੁੰਦਾ ਹੈ। ਤੇ ਫਿਰ ਜਦੋਂ ਭੂਤ ਵਿੱਚੋਂ ਨਿਕਲ ਜਾਵੇ ਤੇ ਫਿਰ ਮਹਾਰਾਜ ਜੀ ਕਹਿੰਦੇ ਉਹਨੂੰ ਆਪਦੀ ਸੁੱਧ ਖਬਰ ਹੁੰਦੀ ਹੈ, ਉਹਨੂੰ ਆਪਦੇ ਸਰੂਪ ਦਾ ਫਿਰ ਗਿਆਨ ਹੁੰਦਾ ਵੀ ਮੈਂ ਕੀ ਹਾਂ, ਕਿੱਥੇ ਹਾਂ, ਤੇ ਫਿਰ ਆਪਦੇ ਸਰੂਪ ਨੂੰ ਪਛਾਣ ਲੈਂਦਾ ਹੈ ਆਪਣੀ ਨਿਜ ਅਵਸਥਾ ਦੇ ਵਿੱਚ। ਜਿੰਨਾ ਚਿਰ ਭੂਤ ਲੱਗਾ ਰਹਿੰਦਾ ਹੈ ਓਨਾ ਚਿਰ ਦੁੱਖ ਹੀ ਪਾਉਂਦਾ ਹੈ, ਕਿਸੇ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ। ਤੇ ਜਦੋਂ ਭੂਤ ਬਾਹਰ ਨਿਕਲ ਜਾਵੇ ਫਿਰ ਕਹਿੰਦੇ ਆਨੰਦ ਦੇ ਵਿੱਚ ਸਮਾ ਜਾਂਦਾ ਹੈ, ਫਿਰ ਸਾਰਾ ਹੀ ਆਪਦਾ ਕਰਤੱਵ ਕਰਦਾ ਹੈ। ਇਸ ਕਰਕੇ ਮਰਦਾਨਿਆਂ ਤੈਨੂੰ ਇਹ ਸਰੀਰ ਦੀ ਹੰਗਤਾ ਰੂਪ ਜਿਹੜਾ ਭੂਤ ਲੱਗਾ ਹੋਇਆ ਹੈ, ਜਿਹਦੇ ਕਾਰਨ ਤੂੰ ਕਹਿਣਾ ਕਿ ਮੈਨੂੰ ਖਾ ਜਾਣਗੇ, ਆਪਣਾ ਅਸਲ ਪਵਿੱਤਰ ਸਰੂਪ ਤੈਨੂੰ ਭੁੱਲ ਗਿਆ ਹੈ। ਇਸ ਕਰਕੇ ਤੂੰ ਮੰਤਰ ਦੇ ਨਾਲ ਇਹ ਭੂਤ ਤਨ ਹੰਗਤਾ ਦੇ ਭੂਤ ਨੂੰ ਮੰਤਰ ਸ਼ਬਦ ਦੇ ਨਾਲ ਲਾਉਣਾ ਕਰ। ਮੰਤਰ ਸਤਿਗੁਰ ਸ਼ਬਦ ਸੁਜਾਨਾ, ਹੋਰ ਨਹੀਂ ਇੱਥੇ ਕਿਸੇ ਦਵਾਈ ਨੇ ਕੰਮ ਕਰਨਾ, ਕਿਸੇ ਛੋਟੇ ਮੰਤਰ ਨੇ ਕੰਮ ਨਹੀਂ ਕਰਨਾ। ਉਸ ਪ੍ਰਮਾਤਮਾ ਦੇ ਮੰਤਰ ਦੇ ਨਾਲ ਹੰਗਤਾ ਦਾ ਭੂਤ ਉਤਾਰਨ ਨੂੰ ਸਮਰੱਥ ਇਹ ਜਪਣਾ ਕਰ। ਜਦੋਂ ਪ੍ਰਮਾਤਮਾ ਦਾ ਨਾਮ ਹਿਰਦੇ 'ਚ ਵਸੂਗਾ ਫਿਰ ਇਹ ਸਾਰੇ ਭੂਤ ਉਤਰ ਜਾਣਗੇ, ਤੇ ਫਿਰ ਤਨ ਦਾ ਮਾਣ, ਬਿਰਤੀ ਦਾ ਮਾਣ ਸਾਰਾ ਨਾਸ ਹੋ ਜਾਵੇਗਾ, ਕਿਉਂਕਿ ਬੁੱਧੀ ਤੋਂ ਗਾਹਾਂ ਹੈ। ਜਦੋਂ ਸਾਰੀ ਹੀ ਸਰੀਰ ਦੀ ਹੰਗਤਾ, ਹੰਕਾਰ, ਬਿਰਤੀ ਨੂੰ ਗਵਾ ਦਿੱਤਾ, ਫਿਰ ਉਹ ਨਿਜ ਸਰੂਪ ਹੋ ਗਿਆ, ਆਪਦੇ ਅਸਲ ਸਰੂਪ ਦੇ ਵਿੱਚ ਸਮਾ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਰਦਾਨਿਆਂ, ਤੇ ਫਿਰ ਮੁਕਤੀ ਰੂਪ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਕਹਿੰਦੇ ਆਨੰਦ ਗੁਰੂ ਤੇ ਜਾਣਿਆ।
ਫੇਰ ਉਹ ਮੁਕਤੀ ਰੂਪ ਆਨੰਦ ਦੀ ਕਹਿੰਦੇ ਪ੍ਰਾਪਤੀ ਹੁੰਦੀ ਹੈ। ਬੰਧਨ ਡਾਰ ਮਿਟੈ ਜਮ ਫੰਦ। ਤੇ ਸਾਰੇ ਜਮਾਂ ਦੇ ਫੰਦ ਫਿਰ ਕੱਟੇ ਜਾਂਦੇ ਹਨ ਤੇ ਸਾਰੇ ਸੰਸਾਰਕ ਬੰਧਨ ਵੀ ਫਿਰ ਨਾਸ ਹੋ ਜਾਂਦੇ ਆ। ਜੈਸੇ ਸਾਪ ਕੰਚ ਕੀ ਡਰੈ। ਜਿਵੇਂ ਮਹਾਰਾਜ ਕਹਿੰਦੇ ਸੱਪ ਕੰਜ ਲਾ ਦਿੰਦਾ ਹੈ, ਕੁੰਜ ਉਤਾਰ ਦਿੰਦਾ ਹੈ ਸੱਪ, ਹਰ ਕੈ ਨਹਿ ਬਹੁਰ ਸੰਭਾਰੈ। ਤੇ ਫੇਰ ਉਹ ਕੰਜ ਨੂੰ ਦੁਬਾਰਾ ਪਾਉਂਦਾ ਨਹੀਂ ਹੈ। ਇਸ ਤਰ੍ਹਾਂ ਨਾਲ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਜਿਹੜਾ ਨਾਮ ਹੈ ਉਹ ਇਹਨਾਂ ਸਾਰੇ ਭੂਤਾਂ ਰੂਪ ਕੰਜਾਂ ਨੂੰ ਲਾ ਦਿੰਦਾ ਹੈ। ਤਨ ਕੋ ਮੋਹ ਨਾ ਕਬਹੀ ਰਹੀ। ਫੇਰ ਤਨ ਦੇ ਹੰਗਤਾ ਰੂਪ ਮੋਹ ਦੀ ਇਸ ਕੰਜ ਨੂੰ ਦੁਬਾਰਾ ਧਾਰਨ ਨਹੀਂ ਕਰਦਾ, ਭਾਵ ਨਹੀਂ ਲੈਂਦਾ ਮਨ। ਨਿਤ ਕਿਦੋ ਜੀਵਤ ਹੋ ਰਹੀ। ਭਾਵਾਂ ਫਿਰ ਮਰ ਜਾਵੇ ਸਰੀਰ ਕਰਕੇ ਤੇ ਭਾਵਾਂ ਸਰੀਰ ਕਰਕੇ ਬਹੁਤ ਲੰਬੀ ਉਮਰ ਵਾਲਾ ਰਹੇ, ਉਹ ਤੇ ਫਿਰ ਕੋਈ ਅਸਰ ਨਹੀਂ ਹੁੰਦਾ ਇਹਨਾਂ ਵਿਕਾਰਾਂ ਭੂਤਾਂ ਦਾ। ਨਾਸ਼ਵੰਤ ਨਿਤ ਰੱਖੈ ਸਰੀਰ। ਤੇ ਉਹ ਆਪਣੇ ਸਰੀਰ ਨੂੰ ਹਮੇਸ਼ਾ ਨਾਸਵੰਤ ਜਾਣਦਾ ਹੈ ਕਿ ਸਰੀਰ ਹੈ ਜਿਹੜੀ ਇਹ ਜਿਹੜਾ ਢਹਿਣ ਵਾਲਾ ਕੋਠਾ ਹੈ, ਕੱਚਾ ਕੋਠਾ ਹੈ, ਨਹੀਂ ਕਦਾਚਿਤ ਮਾਨਹਿ ਪੀਰ। ਕਿਸੇ ਪ੍ਰਕਾਰ ਦੀ ਪੀੜ ਨਹੀਂ। ਉਹ ਇਸ ਗੱਲ ਤੇ ਦੁੱਖ ਕਹਿੰਦੇ ਜਗ ਮਰਨ ਨਾ ਪਾਇਆ, ਪਰ ਉਹ ਤਾਂ ਕਹਿੰਦੇ ਭਾਈ ਫੇਰ ਜਿਹੜਾ ਜਨਮ ਲੈ ਕਰਕੇ ਸ਼ੁਭ ਇੱਛਾਵਾਂ ਨਾਲ ਸੰਸਾਰ ਦੇ ਭਲੇ ਵਾਸਤੇ ਆ ਜਾਵਾਂਗੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਕਿਹਾ ਨਾ ਇਹ ਗਿਆਨ ਦਿੱਤਾ ਮਰਦਾਨੇ ਨੂੰ, ਜਦੋਂ ਤਾਂ ਮਰਦਾਨੇ ਨੇ ਆਖਿਆ ਮਹਾਰਾਜ ਇਹ ਤਾਂ ਡੂੰਘੀਆਂ ਗੱਲਾਂ ਤੁਸੀਂ ਆਪਦੀਆਂ ਆਪ ਜਾਣਦੇ ਹੋ, ਤੁਹਾਨੂੰ ਸਾਰੇ ਇਹ ਗਿਆਨ ਆਉਂਦੇ ਹਨ। ਮੈਂ ਤਾਂ ਇੰਨੀ ਗੱਲ ਜਾਣਦਾ ਵੀ ਜਦੋਂ ਮੇਰੇ ਤੇ ਤੁਹਾਡੀ ਕਿਰਪਾ ਹੋਵੇਗੀ ਤੇ ਉਦੋਂ ਮੈਂ ਆਪਦਾ ਸਰੂਪ ਜਾਣ ਲਵਾਂਗਾ, ਜਿਹੜਾ ਮੇਰਾ ਅਸਲ ਸਰੂਪ ਹੈ। ਇਸ ਤਰ੍ਹਾਂ ਆਪਸ ਦੇ ਵਿੱਚ ਵਚਨ ਵਿਚਾਰ ਕਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬੈਠੇ ਲੰਕਾ ਦੇ ਵਿੱਚ ਦੋ ਦੈਂਤ ਚੱਲ ਕੇ ਉੱਥੇ ਆ ਗਏ ਮਹਾਰਾਜ ਜੀ ਦੇ ਕੋਲ। ਇਸ ਪ੍ਰਕਾਰ ਨਾਲ ਮਹਾਰਾਜ ਜੀ ਨੂੰ ਆ ਕੇ ਪੁੱਛਿਆ ਕਿੱਧਰੋਂ ਆਏ ਹੋ ਤੁਸੀਂ, ਕਿਉਂ ਇੱਥੇ ਬੈਠੇ ਹੋ? ਸ੍ਰੀ ਗੁਰੂ ਕਹੈ ਦੂਤ ਹਮ ਰਾਮ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਕਹਿੰਦੇ ਭਾਈ ਅਸੀਂ ਰਾਮ ਦੇ ਦੂਤ ਹਾਂ। ਹੁਣ ਉਹਨਾਂ ਨੇ ਤਾਂ ਇੱਕੋ ਹੀ ਰਾਮ ਦੇਖਿਆ ਸੀ, ਉਹਨਾਂ ਕਿਹਾ ਵੀ ਉਸ ਰਾਮ ਦੇ ਦੂਤ। ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਰਾਮ ਉਸ ਪਰਮਾਤਮਾ ਦੇ ਦੂਤ। ਇਸ ਤਰ੍ਹਾਂ ਮਹਾਰਾਜ ਉਹਨਾਂ ਨੂੰ ਕਹਿੰਦੇ ਰਾਮ ਦੇ ਦੂਤ ਹਾਂ। ਸਾਡਾ ਭਵੀਖਣ ਦੇ ਨਾਲ ਮਿਲਣ ਦਾ ਕੰਮ ਹੈ, ਉਹਦੇ ਨਾਲ ਗੱਲਬਾਤ ਕਰਨੀ ਹੈ। ਕਹਿੰਦੇ ਹਨ ਤੇ ਸਾਡੇ ਕੋਲ ਨਿਕਲ ਕਰਕੇ ਲੰਕਾ ਤੋਂ ਬਾਹਰ ਆ ਕੇ ਮਿਲੇ ਇਸ ਬਾਗ ਦੇ ਵਿੱਚ। ਜਿੰਨਾ ਚਿਰ ਨਹੀਂ ਮਿਲੇਗਾ ਆ ਕੇ ਤੇ ਉਹਨਾਂ ਚਿਰ ਅਸੀਂ ਘਰ ਵਾਪਸ ਨਹੀਂ ਜਾਵਾਂਗੇ। ਜਾ ਕੇ ਉਹਨਾਂ ਨੇ ਭਵੀਖਣ ਨੂੰ ਸਾਰੀ ਖਬਰ ਕਰ ਦਿੱਤੀ। ਜਿਹੜੇ ਦੈਂਤ ਦੇਖ ਕੇ ਪੁੱਛ ਕੇ ਚਲੇ ਗਏ ਆ। ਕਹਿੰਦੇ ਜੀ ਬੜੇ ਸ੍ਰੇਸ਼ਟ ਸਰੂਪ ਵਾਲੇ ਤਿੰਨ ਵਿਅਕਤੀ ਜਿਹੜੇ ਹੋਰ ਦੇਸ਼ ਦੀਪ ਦੇ ਲੱਗਦੇ ਆ, ਬਾਹਰ ਜੰਗਲ ਦੇ ਵਿੱਚ ਆਪਣੇ ਬਾਗ ਦੇ ਵਿੱਚ ਆ ਕਰਕੇ ਬੈਠੇ ਹਨ। ਤੇ ਕਹਿੰਦੇ ਨੇ ਕਿ ਅਸੀਂ ਰਾਮ ਦੇ ਦੂਤ ਹਾਂ, ਰਾਮ ਦੇ ਸੇਵਕ ਹਾਂ, ਤੇ ਆ ਤੁਹਾਡੇ ਨਾਲ ਮਿਲਣਾ ਚਾਹੁੰਦੇ ਆ, ਗੱਲਬਾਤ ਕਰਨਾ ਚਾਹੁੰਦੇ ਆ। ਜਦੋਂ ਸੁਣਿਆ ਭਵੀਖਣ ਨੇ ਵੀ ਰਾਮ ਦੇ ਦੂਤ ਆ, ਉਹ ਵੀ ਉਹੀ ਸਮਝਿਆ ਵੀ ਰਾਮਚੰਦਰ ਜੀ ਦੇ ਦੂਤ ਆ। ਰਾਮਚੰਦਰ ਜੀ ਦਾ ਸੇਵਕ ਸੀ ਨਾ, ਉਹ ਵੀ ਉਹੀ ਸਮਝਿਆ, ਪਰ ਇਹ ਨਹੀਂ ਸਮਝਿਆ ਵੀ ਉਹ ਸਰਵ ਵਿਆਪਕ ਰਾਮ ਦੇ ਦੂਤ ਆ। ਮਹਾਰਾਜ ਨੇ ਕਿਹਾ ਉਸ ਰਾਮ ਦੇ ਦੂਤ ਆ। ਇਸ ਤਰ੍ਹਾਂ ਨਾਲ ਸਮਝ ਕਰਕੇ ਭਵੀਖਣ ਸੀ ਜਿਹੜਾ ਨੰਗੇ ਪੈਰੀਂ ਉਸੇ ਵੇਲੇ ਮਹਾਰਾਜ ਜੀ ਨੂੰ ਮਿਲਣ ਵਾਸਤੇ ਚੱਲ ਪਿਆ। ਤੇ ਬਹੁਤ ਸਾਰੇ ਉਹਦੇ ਜਿਹੜੇ ਰਾਖਸ਼ ਨਾਲ ਚੱਲ ਪਏ, ਉਹਦਾ ਲਾਣਾ ਬਾਣਾ, ਵੱਡੇ ਵੱਡੇ ਆਕਾਰ ਉਹਨਾਂ ਦੇ, ਬੜੇ ਬੜੇ ਕੱਦ, ਬੜੇ ਬਲੀ ਹਨ। ਨੱਕ ਕੰਨ ਇਸ ਤਰ੍ਹਾਂ ਨੇ ਭਿਆਨਕ ਸਰੂਪ ਦਿਖਾਉਂਦੇ। ਭਿਆਨਕਤਾ ਹੈ ਕਹਿੰਦੇ ਜਿਵੇਂ ਪਹਾੜਾਂ ਦੀਆਂ ਕੰਦਰਾਂ ਗੁਫਾਵਾਂ ਹੋਣ। ਜਿਨ੍ਹਾਂ ਨੇ ਪਹਿਲਾਂ ਦੇਖਿਆ ਮਹਾਰਾਜ ਨੂੰ, ਉਹਨਾਂ ਨੂੰ ਅੱਗੇ ਕਰਕੇ ਹੀ ਮਹਾਰਾਜ ਜੀ ਕੋਲ ਪਹੁੰਚ ਗਏ ਆ।
ਬੜਾ ਪ੍ਰੇਮ ਧਾਰ ਕੇ ਆ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ। ਆ ਕੇ ਅੱਗੇ ਦੇਖਿਆ ਵੀ ਉਹ ਰਾਮ ਦੇ ਦੂਤ ਕੈਸੇ ਆ। ਤਰੀ ਉਪਾਇਨ ਆਗੇ ਨੀਕੀ। ਕਿਉਂਕਿ ਅੱਗੇ ਵਿਧਾਨ ਹੈ ਕਿ ਰਾਜਾ ਵੈਦ ਤੇ ਫਿਰ ਜਿਹੜਾ ਸੰਤ ਮਹਾਤਮਾ ਤੇ ਇਹਨਾਂ ਕੋਲ ਜਿਹੜਾ ਲੈ ਕਰਕੇ ਨਾ ਕੋਈ ਚੀਜ਼ ਜਿਹੜਾ ਤਿਲ ਫੁੱਲ ਭਮਾਰਪਣ ਕਰੋ ਜਾ ਕੇ। ਕਿਉਂਕਿ ਕੁਛ ਦੀਏ ਕੁਛ ਹੋਤ ਹੈ, ਨਾ ਦੀਏ ਦੁੱਖ ਪਾਏ। ਤੇ ਇਸ ਤਰ੍ਹਾਂ ਨਾਲ ਮਹਾਰਾਜ ਜੀ ਦੇ ਕੋਲ ਉਪਾਇਨ ਬੰਦਨਾ ਲੈ ਕੇ ਆ ਗਿਆ। ਕਈ ਚੀਜ਼ਾਂ ਅੱਗੇ ਫਲ ਫੁੱਲ ਲਿਆ ਕੇ ਅਰਪਣ ਕਰ ਦਿੱਤੇ ਆ ਭਪੀਖਨ ਨੇ। ਬੜੀ ਰਾਮ ਜੀ ਦੇ ਨਾਂ ਤੋਂ ਬੜੀ ਸ਼ਰਧਾ ਕੀਤੀ, ਬੜਾ ਹੀ ਪ੍ਰੇਮ ਨਾਲ ਮਿਲਿਆ, ਬੰਦਨਾ ਕੀਤੀ ਹੈ। ਰਾਮ ਰਾਮ ਹੀ ਕਹਿਣਾ ਸੀ ਉਹਨੇ। ਵਾਹਿਗੁਰੂ ਜੀ ਕਾ ਖਾਲਸਾ ਤਾਂ ਉਦੋਂ ਉਹਦੇ ਚਿੱਤ ਚੇਤੇ ਵੀ ਨਹੀਂ ਸੀ ਭਪੀਖਣ ਦੇ। ਉਹਨੇ ਰਾਮ ਰਾਮ ਕਹਿ ਕਰਕੇ ਮਹਾਰਾਜ ਜੀ ਦੇ ਕੋਲ ਬੈਠ ਗਿਆ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਗੱਲਬਾਤ ਕੀਤੀ। ਬੜੀ ਵਿਭੀਸ਼ਣ ਨੇ ਮਹਾਰਾਜ ਜੀ ਦਾ ਹਾਲ ਚਾਲ ਪੁੱਛਿਆ ਤੇ ਮਹਾਰਾਜ ਜੀ ਨੇ ਵਿਭੀਸ਼ਣ ਨੂੰ ਲੰਕਾ ਬਾਰੇ ਪੁੱਛਿਆ। ਫਿਰ ਮਹਾਰਾਜ ਜੀ ਕਹਿਣ ਲੱਗੇ ਵਿਭੀਸ਼ਣ ਹੁਣ ਸਾਡੀ ਗੱਲ ਅੱਗੇ ਸੁਣਨਾ ਕਰ। ਤੈਨੂੰ ਬਹੁਤ ਸਮਾਂ ਹੋ ਗਿਆ ਵੀ ਰਾਮ ਦੇ ਨਾਲੋਂ ਤੈਨੂੰ ਜਿਹੜਾ ਸਰੂਪ ਵਿਛੜੇ ਨੂੰ। ਸੱਚੇ ਪਾਤਸ਼ਾਹ ਮਹਾਰਾਜ ਵਿਭੀਸ਼ਣ ਨੂੰ ਕਹਿਣ ਲੱਗੇ ਬਈ ਬਹੁਤ ਜਨਮ ਵਿਛੜੇ ਥੇ ਮਾਧੋ। ਬੜਾ ਸਮਾਂ ਹੋ ਗਿਆ ਮਹਾਰਾਜ ਜੀ ਕਹਿੰਦੇ ਤੈਨੂੰ ਰਾਮ ਦੇ ਨਾਲੋਂ ਵਿਛੜੇ ਨੂੰ। ਐ ਵਿਭੀਸ਼ਣ ਫੇਰ ਕਦੇ ਤੇਰਾ ਮੇਲ ਹੋਇਆ? ਕਦੇ ਸਾਕਸ਼, ਕਦੇ ਮੂਰਤ, ਕਦੇ ਸੁਪਨੇ ਦੇ ਵਿੱਚ, ਕਦੇ ਸਾਕਸ਼ਾਤ ਕਿਸੇ ਕਿਵੇਂ ਤੇਰਾ ਕਦੇ ਮੇਲ ਹੋਇਆ? ਮਹਾਰਾਜ ਕਹਿੰਦੇ ਰਾਮ ਦੇ ਨਾਲ। ਦੈਂਤਾਂ ਦੀ ਕੁੱਲ ਦੇ ਵਿੱਚ, ਰਾਵਣ ਦੀ ਕੁੱਲ ਦੇ ਵਿੱਚ ਤੂੰ ਮਹਾਨ ਭਗਤ ਹੈ। ਮਹਾਰਾਜ ਕਹਿੰਦੇ ਵਿਭੀਖਣ ਨੂੰ ਗੁਰਮੁਖ ਦਾ ਦਰਜਾ ਦਿੱਤਾ ਜਿਵੇਂ ਜਨਕ ਰਾਜੇ ਨੂੰ ਗੁਰਮੁਖ ਦਾ ਦਰਜਾ। ਕਹਿੰਦੇ ਤੂੰ ਮਹਾਨ ਭਗਤ ਹੈ ਦੈਂਤਾਂ ਦੇ ਵਿੱਚ। ਵਿਭੀਖਣ ਨੇ ਉਸ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੂਰੇ ਸੰਤ ਜਾਣਿਆ ਵੀ ਇਹ ਪੂਰੇ ਸੰਤ ਹਨ। ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ ਹੈ। ਸੋਹਣੇ ਵਚਨ ਬੋਲੇ, ਕਹਿਣ ਲੱਗਾ ਮਹਾਰਾਜ ਜਦੋਂ ਦਾ ਰਾਮ ਤੋਂ ਮੇਰਾ ਵਿਛੋੜਾ ਹੋਇਆ ਹੈ ਉਦੋਂ ਦਾ ਨਾ ਮੈਂ ਰਾਮ ਦਾ ਨਾਂ ਹਿਰਦੇ 'ਚ ਰੱਖਦਾ। ਬਸ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਮ ਕਰਕੇ ਆਸਰਾ ਕਰਕੇ ਸਾਡੇ ਹਿਰਦਿਆਂ 'ਚ ਵਸਦੇ ਆ, ਇਸ ਤਰ੍ਹਾਂ ਨਾਲ ਕਹਿੰਦਾ ਮੈਂ ਰਾਮ ਦਾ ਨਾਂ ਲੈ ਕੇ ਆਪਾਂ ਦੋਵੇਂ ਟਾਈਮ ਯਾਦ ਕਰਦੇ ਹਾਂ। ਜਦੋਂ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਆ ਉਦੋਂ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦੇ ਹਾਂ। ਉਹਦਾ ਜਿਹੜਾ ਮੁੱਖ ਵਚਨ ਕਿ ਉਹ ਨਾਨਕ ਤੇ ਉਹ 'ਚ ਤਾਂ ਭੇਦ ਨਹੀਂ ਹੈ। ਇਸ ਤਰ੍ਹਾਂ ਨਾਲ ਕਹਿੰਦਾ ਜੀ ਮੈਂ ਰਾਮ ਦਾ ਨਾਮ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਿਆ ਹੈ। ਮੈਂ ਇਸ ਕਰਕੇ ਨਾਮ ਜਪਣੇ ਕਰਕੇ ਨਾ ਰਾਮ ਤੋਂ ਵਿਛੜਿਆ ਨਹੀਂ, ਆਪਦੇ ਆਪ ਨੂੰ ਜਾਣਦਾ, ਨਿੱਤ ਮਿਲਿਆ ਜਾਣਦਾ ਹਾਂ। ਜਿਵੇਂ ਜਿਵੇਂ ਜਪਦਾ ਹਾਂ ਉਵੇਂ ਉਵੇਂ ਰਾਮ ਦੇ ਨਾਲ ਨਿੱਤ ਮਿਲਿਆ ਜਾਣਦਾ ਹਾਂ। ਕਹਿਣ ਲੱਗਾ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਿੱਤ ਚਿੱਤ ਰਾਮ ਦਾ ਨਾਮ ਵਸਦਾ ਹੈ ਤੇ ਉਹਨਾਂ ਨੂੰ ਸਦਾ ਆਨੰਦ ਸੁੱਖ ਹੋ ਮੁਕਤੀ ਦਾਤੇ ਦਾ ਜਿਹੜਾ ਨਾਮ ਹਿਰਦੇ 'ਚ ਧਾਰਨ ਕਰਕੇ ਸੁੱਖ ਲੈਂਦੇ ਆ। ਤੇ ਇਸ ਤਰ੍ਹਾਂ ਆਨੰਦ ਲੈਂਦਾ ਹਾਂ ਰਾਮ ਦੇ ਨਾਮ ਨਾਲ ਮਿਲ ਕਰਕੇ। ਕਹਿਣ ਲੱਗਾ ਫੇਰ ਵਿਭੀਸ਼ਣ ਨੇ ਕਿਹਾ ਕਿ ਮਹਾਰਾਜ ਜੀ ਸਰੀਰਾਂ ਦਾ ਮੇਲ ਤਾਂ ਜਿਹੜਾ ਵਿਛੜਨ ਵਾਲਾ ਹੈ ਤੇ ਨਾਮ ਦੇ ਸਿਮਰਨ ਦੁਆਰਾ ਜਿਹੜਾ ਮੇਲ ਹੈ ਸਦਾ ਬਣਿਆ ਹੋਇਆ ਹੈ। ਕਿਉਂਕਿ ਓਏ ਜੀਵਨ ਦੇ ਵਿਛੜੇ ਓਏ ਮੁਆ ਨਾ ਜਾਈ ਛੋੜ। ਨਾਮ ਹੈ ਜਿਹੜਾ ਉਹ ਮਰਿਆ ਵੀ ਛੱਡ ਕਰਕੇ ਸਦਗਤੀ ਨਾਮ ਕਰਦਾ ਹੈ। ਮਿਲੇ ਨਾ ਵਿਛੜੈ ਸੇ ਸਦਾ ਜਿਨ ਔਰ ਨਾਮ ਸੁਮੰਤ। ਉਹ ਸਦਾ ਹੀ ਮਿਲੇ ਰਹਿੰਦੇ ਆ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਵਸਿਆ ਰਹਿੰਦਾ ਹੈ। ਜਦੋਂ ਰਾਮ ਚੰਦਰ ਜੀ ਨੇ ਲੰਕਾ ਤੇ ਚੜ੍ਹਾਈ ਕੀਤੀ ਸੀ ਉਸ ਵੇਲੇ ਕਹਿਣ ਲੱਗਾ ਵਿਭੀਖਣ ਮੈਂ ਆਪਣੇ ਭਰਾ 10 ਸਿਰ ਭਾਵ ਰਾਵਣ ਨੂੰ ਬੜਾ ਸਮਝਾਇਆ, ਬੜੀ ਉਹਨੂੰ ਸ਼ੁਭ ਸਿੱਖਿਆ ਦਿੱਤੀ ਸੀਗੀ ਕਿ ਸੀਤਾ ਵਾਪਸ ਕਰਕੇ ਰਘੁਰਾਈ ਭਾਵ ਰਾਮ ਨੂੰ ਮਿਲਣਾ ਪ੍ਰੇਮ ਦੇ ਨਾਲ। ਉਹ ਬੜੇ ਦਿਆਲੂ ਤੇ ਬਖਸ਼ਿੰਦ ਨੇ, ਤੈਨੂੰ ਉੱਥੇ ਹੀ ਬਖਸ਼ ਦੇਣਗੇ। ਇਸ ਤਰ੍ਹਾਂ ਮੈਂ ਬੜੀ ਸ਼ੁਭ ਸਿੱਖਿਆ ਦਿੱਤੀ ਸੀ।
ਤੇ ਸਦਾ ਹੀ ਸੁਖ ਦੇ ਨਾਲ ਬੈਠ ਕਰਕੇ ਤੂੰ ਰਾਜ ਕਰ। ਤੂੰ ਕੀ ਲੈਣਾ ਹੈ ਇਸ ਗੱਲ ਤੋਂ? ਕਰਿਓ ਕ੍ਰੋਧ ਤਿਨ ਲਾਤ ਪ੍ਰਹਾਰੀ। ਕਹਿੰਦਾ ਮਹਾਰਾਜ ਜੀ ਉਹਨੇ ਮੈਨੂੰ ਨਾ ਜਿਹੜਾ ਕ੍ਰੋਧ ਕਰਕੇ ਲੱਤ ਮਾਰ ਕੇ ਸਭਾ ਦੇ ਵਿੱਚੋਂ ਕੱਢ ਦਿੱਤਾ। ਰਾਵਣ ਨੇ ਲੱਤ ਮਾਰ ਕੇ ਸਭਾ ਦੇ ਵਿੱਚੋਂ ਮੈਨੂੰ ਕੱਢ ਦਿੱਤਾ। ਕੀਨ ਅਨਾਦਰ ਸਭਾ ਬਜਾਰੀ। ਜਦੋਂ ਜਿਹੜਾ ਸਭਾ ਪਰੇ ਦੇ ਵਿੱਚ ਸੰਗਤ ਦੇ ਵਿੱਚ ਐਸੀ ਜਿਹੜੀ ਬੇਇੱਜ਼ਤੀ ਹੋ ਜਾਵੇ। ਲਾਤ ਪ੍ਰਹਾਰ ਸੰਕਟ ਸਹਿ ਤਬਹੀ। ਕਹਿੰਦਾ ਬਹੁਤ ਕਸ਼ਟ ਸਹਾਰਿਆ ਉਸ ਵੇਲੇ ਮੈਂ ਲੱਤ ਖਾ ਕਰਕੇ ਰਾਵਣ ਦੀ ਆਪਦਾ ਨਰਾਦਰ ਝੱਲਿਆ ਹੈ। ਜੈ ਦੇਸ਼ ਦੀਨ ਭਇਓ ਮੈਂ ਤਬਹੀ। ਮੈਂ ਚਾਰੇ ਪਾਸੇ ਨਿਗਾਹ ਦੜਾ ਕੇ ਦੇਖੀ ਵੀ ਹੁਣ ਮੈਨੂੰ ਕੋਈ ਸ਼ਰਨ ਦੇ ਸਕਦਾ, ਵੀ ਮੈਨੂੰ ਕੋਈ ਥਾਂ ਦੇ ਸਕਦਾ ਜਿੱਥੇ ਮੈਂ ਇਸ ਰਾਵਣ ਦੇ ਖਿਲਾਫ ਕੋਈ ਮੁਹਿੰਮ ਕੋਈ ਕਾਰਜ ਕਰ ਸਕਾਂ। ਇਸ ਤਰ੍ਹਾਂ ਨਾਲ ਕਹਿੰਦਾ ਮੈਂ ਸਾਰੇ ਦੇਸ਼ ਦੇ ਵਿੱਚ ਨਿਗਾਹ ਮਾਰਨਾ ਕੀਤੀ ਤਾਂ ਉਸ ਵੇਲੇ ਮੇਰੀ ਜਿਹੜੀ ਨਿਗਾਹ ਹੈ ਉਹ ਰਾਮ ਤੇ ਚਲੀ ਗਈ। ਰਾਮਚੰਦ ਕੀ ਤਕੀ ਸ਼ਰਨ। ਰਾਮਚੰਦਰ ਦੀ ਮੈਂ ਜਿਹੜੀ ਸ਼ਰਨ ਤੱਕ ਲਈ ਉਸ ਵੇਲੇ ਕਿ ਉਹ ਮੈਨੂੰ ਸ਼ਰਨ ਦੇ ਕੇ ਤੇ ਉਹਨਾਂ ਦੇ ਨਾਲ ਇਹ ਕਾਰਜ ਜਿਹੜਾ ਹੈ ਮੈਂ ਰਾਸ ਆਪਦੀ ਬੇਇੱਜ਼ਤੀ ਦਾ ਬਦਲਾ ਲੈ ਸਕਦਾ ਹਾਂ। ਤਨ ਛਿਨ ਭਇਓ ਹਿਰਦੇ ਅਸ ਗੁਨਾ। ਉਸ ਵੇਲੇ ਮੇਰੇ ਮਨ ਦੇ ਵਿੱਚ ਇਹ ਜਿਹੜਾ ਫੁਰਨਾ ਆਇਆ। ਜਦੋਂ ਇਸ ਤਰ੍ਹਾਂ ਮੈਂ ਵਿਚਾਰ ਕੀਤੀ ਵਿਭੀਸ਼ਣ ਕਹਿਣ ਲੱਗਾ ਲੰਕਾ ਕੋ ਮਾਰੇ ਜਬੀ। ਜਦੋਂ ਸਾਰੀ ਲੰਕਾ ਦੇ ਰਾਜ ਨੂੰ ਮਾਰ ਲਵਾਂਗੇ ਰਾਮ ਦੇ ਨਾਲ ਮਿਲ ਕਰਕੇ ਭਾਵ ਜਿੱਤ ਲਵਾਂਗੇ। ਵਿਜੇ ਹੋਏ ਰਘੁਪਤ ਕੀ ਤਬਹੀ। ਜਿੱਤ ਤਾਂ ਉਹ ਰਾਮ ਜੀ ਦੀ ਵੱਜਣੀ ਹੈ, ਉਹਨਾਂ ਦੇ ਕਾਰਨ ਜਿੱਤ ਹੋਣੀ ਹੈ। ਵਿਜੇ ਰਾਜ ਦੇ ਲੰਕ ਸਮੇਤਾ। ਤੇ ਮੈਨੂੰ ਐਵੇਂ ਹੀ ਜਿਹੜਾ ਕੌਡੀਆਂ ਦੇ ਭਾਰ ਰਿਓੜੀਆਂ ਵੱਟੇ ਲੰਕਾ ਦਾ ਰਾਜ ਮਿਲ ਜਾਵੇਗਾ। ਮੈਂ ਜਿਹੜਾ ਰਾਜਾ ਬਣ ਜਾਵਾਂਗਾ ਲੰਕਾ ਦਾ। ਇਸ ਤਰ੍ਹਾਂ ਮਨ ਦੇ ਵਿੱਚ ਸੰਕਲਪ ਕਰ ਲਿਆ। ਕਹਿੰਦਾ ਮੈਂ ਇਉਂ ਵਿਚਾਰ ਕਰ ਚਲਿਓ ਨਿਕੇਤਾ। ਇਸ ਤਰ੍ਹਾਂ ਵਿਚਾਰ ਕਰਕੇ ਮੈਂ ਰਾਮਚੰਦਰ ਜੀ ਦੀ ਤਰਫ ਨੂੰ ਆਪਣੇ ਟਿਕਾਣੇ ਤੋਂ ਚੱਲ ਪਿਆ। ਗਮਨਿਓ ਸਨਮੁਖ ਹੋਏ ਅਨਾਥਾ। ਅਨਾਥ ਬਣ ਕੇ ਗਰੀਬ ਬਣ ਕੇ ਗਿਆ ਕਿਉਂਕਿ ਕੁਝ ਵੀ ਪੱਲੇ ਨਹੀਂ ਸੀ। ਉਸ ਵੇਲੇ ਰਾਵਣ ਨੇ ਸਭਾ ਚੋਂ ਕੱਢ ਦਿੱਤਾ ਸੀਗਾ ਤੇ ਜਾ ਕੇ ਰਾਮ ਦੀ ਸ਼ਰਨ ਲੈ ਲਈ ਹੈ। ਜੈ ਦਰਸ ਦੇਖਿਓ ਰਘੁਨਾਥਾ। ਜਾ ਕਰਕੇ ਰਾਮ ਭਗਵਾਨ ਜੀ ਦਾ ਦਰਸ਼ਨ ਕੀਤਾ ਹੈ। ਰਾਜ ਜਾਏ ਤੇ ਛਿਨ ਮਿਟ ਗਈ। ਦਰਸ਼ਨ ਕਰਕੇ ਹੀ ਕਹਿਣ ਲੱਗਾ ਮਹਾਰਾਜ ਮੇਰੀ ਰਾਜ ਲੈਣ ਦੀ ਤਮੰਨਾ ਹੀ ਖਤਮ ਹੋ ਗਈ। ਜਦੋਂ ਮੈਂ ਦਰਸ਼ਨ ਕੀਤਾ ਤਾਂ ਸਾਰੀ ਦਰਸ਼ਨ ਦੇਖ ਤਾਂ ਉਤਰੀ ਭੁੱਖ ਜਿਹੜੀ ਭੁੱਖ ਸੀ ਉਹ ਤਾਂ ਦਰਸ਼ਨ ਦੇ ਨਾਲ ਹੀ ਮੇਰੀ ਖਤਮ ਹੋ ਗਈ। ਵਿਚਾਰ ਮੈਂ ਸਭ ਭਈ। ਇਸ ਤਰ੍ਹਾਂ ਮੇਰੇ ਹਿਰਦੇ ਦੇ ਵਿੱਚ ਸੋਹਣੀ ਵਿਚਾਰ ਪੈਦਾ ਹੋਈ ਕਿਉਂਕਿ ਧਰਮ ਦੀ ਪਹਿਲਾਂ ਪੌੜੀ ਹੈ ਸ਼ੁਭ ਇੱਛਾ। ਸ਼ੁਭ ਇੱਛਾ ਪੈਦਾ ਹੋਈ ਹੈ। ਰਾਜ ਬੜੋ ਦੁਖ ਸਾਗਰ ਹੀਰਾ। ਜਿਹੜੇ ਰਾਜ ਤਾਂ ਜਿਹੜਾ ਹੈ ਨਾ ਦੁੱਖਾਂ ਦਾ ਸਮੁੰਦਰ ਹੈ। ਰਾਜ ਪ੍ਰਾਪਤ ਕਰ ਲੈਣਾ ਕਹਿੰਦੇ ਇਹ ਤਾਂ ਦੁੱਖਾਂ ਦਾ ਸਮੁੰਦਰ ਹੈ। ਧੰਦ ਕੋ ਗਰਤ ਬਡੇਰਾ। ਤੇ ਜਗਤ ਦੇ ਧੰਦਿਆਂ ਦਾ ਜਿਹੜਾ ਇਹ ਅੰਨਾ ਖੂਹ ਹੈ ਜਿਹੜਾ ਰਾਜ ਪ੍ਰਾਪਤੀ ਹੋ ਜਾਣੀ। ਲੋਕੇ ਹਵੈ ਕਰਨੇ ਕਾਮੋ। ਇਸ ਤਰ੍ਹਾਂ ਨਾਲ ਅਵਲੋਕਿਆ ਹੋਏ ਕਰਨੇ ਕਾਮੋ ਕਾਮਨਾ ਰਹਿਤ ਹੋ ਕਰਕੇ ਮੈਂ ਉਸ ਵੇਲੇ ਦੇਖਣਾ ਕੀਤਾ ਹੈ। ਕੀਨ ਚਰਨ ਸ੍ਰੀ ਰਾਮੋ। ਰਾਮ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਕਰਨਾ ਦਿੰਦ ਸ੍ਰੀ ਅੰਤਰਜਾਮੀ। ਕਰੁਣਾ ਨਿਧ ਕਿਰਪਾ ਕਰਨ ਵਾਲੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਰਾਮ ਜੀ। ਪੂਰਨ ਪੂਰਨਾ ਲਭ ਕਰ ਸੁਆਮੀ। ਉਹਨਾਂ ਨੇ ਮੇਰੇ ਮਨ ਦਾ ਸਾਰਾ ਹੀ ਫੁਰਨਾ ਜਾਣ ਲਿਆ। ਜੋ ਮਨ ਦੇ ਵਿੱਚ ਮੈਂ ਸੰਕਲਪ ਕੀਤਾ ਕਿ ਰਾਜ ਮਿਲ ਜਾਵੇ ਫਿਰ ਜਾ ਕੇ ਦਰਸ਼ਨ ਕਰਕੇ ਭੁੱਖ ਹੀ ਮਿਟ ਗਈ। ਉਹਨਾਂ ਨੇ ਸਾਰੀ ਗੱਲ ਜਾਣ ਲਈ ਹੈ। ਬੋਲੇ ਸ੍ਰੀ ਮੁਖ ਤੇ ਬਚਨ ਆਓ ਬੈਠ ਲੰਕੇ। ਰਾਮ ਜੀ ਕਹਿੰਦੇ ਤੂੰ ਤਾਂ ਰਾਜਾ ਹੈ ਲੰਕਾ ਦਾ। ਆਓ ਕਹਿੰਦੇ ਰਾਜਨ ਲੰਕਾ ਦੇ ਰਾਜੇ ਆ ਕਰਕੇ ਮਹਾਰਾਜ ਐਸਾ ਜਿਹੜਾ ਵਰ ਦੇ ਦਿੱਤਾ ਹੈ। ਕਰੀ ਕਰ ਬੰਦ ਮੈਂ ਚਾਹੇ ਨਰਾਜ ਸੁਦੇਸ਼। ਇਸ ਤਰ੍ਹਾਂ ਨਾਲ ਬਿਨੈ ਕਰੀ ਬੇਨਤੀ ਕੀਤੀ ਵਿਭੀਸ਼ਣ ਨੇ ਕਿ ਮੇਰੇ ਮਨ ਦੇ ਵਿੱਚ ਰਾਜ ਦੀ ਕੋਈ ਚਾਹਨਾ ਨਹੀਂ ਹੈ ਮਹਾਰਾਜ ਜੀ। ਸੁਨ ਸ੍ਰੀ ਰਘੁਪਤ ਬਹੁ ਚਾਰਾ। ਫਿਰ ਰਾਮਚੰਦਰ ਜੀ ਨੇ ਪ੍ਰੇਮ ਸਹਿਤ ਵਿਭੀਸ਼ਣ ਕਹਿੰਦਾ ਆਖਿਆ ਹੈ ਨਿਜ ਕਰਤਾ ਤੂੰ ਜਵੇ ਉਧਰ। ਕਿ ਭਾਈ ਜਦੋਂ ਤੂੰ ਆਪਣੇ ਘਰ ਤੋਂ ਚੱਲਿਆ ਸੀ ਸਾਡੀ ਤਰਫ ਨੂੰ ਮਿਲਣ ਵਾਸਤੇ ਕਾਮਨਾ ਹਿਰਦੇ ਉਠਾਈ। ਤੇ ਮਨ ਦੇ ਵਿੱਚ ਤੂੰ ਕਾਮਨਾ ਕੀਤੀ ਸੀ ਇਹ ਮਨ 'ਚ ਸੰਕਲਪ ਕੀਤਾ ਸੀਗਾ ਲੰਕਾ ਦੇ ਰਾਮ ਮੁਝ ਤਾਈ। ਤੇ ਮੈਨੂੰ ਲੰਕਾ ਦਾ ਰਾਜ ਜਿਹੜਾ ਐਵੇਂ ਹੀ ਮਿਲ ਜਾਊਗਾ ਮੁਖਤ ਦੇ ਵਿੱਚ ਜਿੱਤ ਤਾਂ ਰਾਮ ਦੀ ਹੋਣੀ ਹੈ। ਹਮਾਰਾ ਜਨਮ ਐਸਾ। ਇਸ ਕਰਕੇ ਬਿਰਧ ਨਾਮ ਹੈ ਸੁਭਾਅ ਦਾ ਧਰਮ ਦਾ। ਕਹਿੰਦੇ ਸਾਡਾ ਅਸੂਲ ਸਟੈਂਡਰਡ ਹੈ ਇਹ ਕਿ ਜਿਹੜਾ ਸੰਕਲਪ ਕੋਈ ਸੱਚੇ ਦਿਲੋਂ ਕਰਦਾ ਹੈ
ਉਹ ਤੋ ਸੋ ਕਹੋ ਭਵਿਖਨ ਤੈਸਾ, ਜਿਹੜਾ ਸਾਡਾ ਧਰਮ ਹੈ, ਵਿਚਾਰ ਹੈ, ਸੁਭਾਅ ਹੈ, ਉਹ ਤੈਨੂੰ ਅਸੀਂ ਦੱਸਦੇ ਹਾਂ। ਧਾਰ ਕਾਮਨਾ ਜੋ ਜਗਿਆਸੀ, ਜੋ ਕਾਮਨਾ ਧਾਰ ਕੇ ਜਗਿਆਸੂ ਲੋਕ ਆਉਂਦੇ ਹਨ ਕਿ ਆਹ ਹੋ ਜਾਵੇ, ਆਹ ਹੋ ਜਾਵੇ। ਘਰ ਤਜ ਆਵੇ ਹੈ ਮੁਝ ਪਾਸੀ, ਘਰ ਤੋਂ ਇੱਕ ਇੱਕ ਕਦਮ ਚੱਲ ਕਰਕੇ ਜਦੋਂ ਉਹ ਆਉਂਦੇ ਆ ਕਾਮਨਾ ਲੈ ਕਰਕੇ ਮੇਰੀ ਤਰਫ, ਕਰੋ ਕਾਮਨਾ ਪੂਰਬ ਪੂਰੀ। ਉਹਨਾਂ ਦੀ ਪਹਿਲਾਂ ਤਾਂ ਮੈਂ ਜਿਹੜੀ ਪਦਵੀ ਹੈ, ਜਿਹੜੀ ਕਾਮਨਾ ਪੂਰੀ ਕਰ ਦਿੰਦਾ ਹਾਂ, ਉਦੋਂ ਹੀ ਪਤਾ ਲੱਗ ਜਾਂਦਾ ਹੈ। ਪੁਨ ਦਿਓ ਪਦਵੀ ਕੇਵਲ ਗੁਰੂ, ਤੇ ਫਿਰ ਉਹਨਾਂ ਨੂੰ ਜਿਹੜੀ ਆਪਣੀ ਪੁਰੀ ਦਾ ਨਿਵਾਸ ਵੀ ਦੇ ਦਿੰਦਾ ਹਾਂ। ਰਾਮਚੰਦਰ ਜੀ ਆਖਿਆ ਐਸੇ ਸ੍ਰੀ ਰਾਮ ਉਦਰ, ਇਸ ਤਰ੍ਹਾਂ ਦਾ ਜਿਹੜਾ ਸੁਭਾਅ ਹੈ ਰਾਮਚੰਦਰ ਜੀ ਦਾ, ਰਾਮ ਦਾ ਸੰਕੇਤ ਲੱਛਣ ਇਹ ਕਰਦੇ ਹਨ। ਅੱਠ ਪਹਿਰ ਨਿਜ ਨਾਮ ਅਧਰ, ਜਿਨ੍ਹਾਂ ਨੂੰ ਅੱਠੇ ਪਹਿਰ ਨਾਮ ਦਾ, ਜਿਨ੍ਹਾਂ ਦੇ ਨਾਮ ਦਾ ਮੈਨੂੰ ਆਸਰਾ ਕਹਿੰਦਾ ਭਵਿਖਣ, ਐਸੇ ਰਾਮਚੰਦਰ ਸੁਭਾਅ ਹੈ ਜਿਨ੍ਹਾਂ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦੇ ਜੀ ਉਹਨਾਂ ਦੇ ਨਾਮ ਦਾ ਆਸਰਾ ਉਹ ਜਿਹੜਾ ਮੈਂ ਲੈ ਕਰਕੇ ਜਾਉਂਦਾ ਹਾਂ। ਸੁਨ ਸ੍ਰੀ ਨਾਨਕ ਕਹੈ, ਮ੍ਰਿਤ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਣ ਸੁਣ ਕੇ ਇਸ ਵਿਭੀਸ਼ਣ ਤੋਂ ਅੱਗੇ ਮਿੱਠੇ ਬੋਲ ਬੋਲਦੇ ਹਨ। ਧਨ ਵਿਵੇਕਣ ਸ਼ਿਵ ਗੁਰ ਖਾਨੀ, ਕਹਿੰਦੇ ਭਵਿਖਣ ਤੂੰ ਧੰਨ ਹੈ ਜਿਹਦੇ ਹਿਰਦੇ ਦੇ ਵਿੱਚ ਐਸਾ ਰਾਮ ਦਾ ਗਿਆਨ ਤੇ ਸਰੂਪ ਤੇ ਨਾਮ ਵਸਿਆ ਹੋਇਆ, ਐਸੇ ਜਿਹਦੇ ਭਾਵਨਾ ਹੈ, ਸ਼ਰਧਾ ਹੈ ਐਸੀ ਰਾਮ ਦੇ ਉੱਪਰ। ਕਹਿੰਦੇ ਭਾਈ ਫਿਰ ਤੂੰ ਤਾਂ ਗੁਣਾਂ ਦੀ ਖਾਨ ਹੀ ਹੈ। ਚਿਰੰਜੀਵ ਪਦਵੀ ਤੈ ਪਾਈ, ਮਹਾਰਾਜ ਕਹਿੰਦੇ ਭਾਈ ਜਿਵੇਂ ਲੋਮਸ਼ ਰਿਸ਼ੀ ਨੇ ਚਿਰੰਜੀਵੀ ਪਦਵੀ ਪਾਈ, ਮਾਰਕੰਡੇ ਨੇ ਚਿਰੰਜੀਵੀ, ਕਾਕਭਸੁੰਡ ਨੇ ਚਿਰੰਜੀਵੀ, ਹਨੂਮਾਨ ਨੇ ਚਿਰੰਜੀਵੀ, ਇਸ ਤਰ੍ਹਾਂ ਭੀਸ਼ਮ ਪਿਤਾਮੇ ਨੇ ਚਿਰੰਜੀਵੀ, ਇਸ ਤਰ੍ਹਾਂ ਨਾਲ ਇਸ ਨੇ ਵੀ ਜਿਹੜੀ ਚਿਰੰਜੀਵੀ ਜਿਹੜੀ ਪਦਵੀ ਵਿਭੀਸ਼ਣ ਨੇ ਪਾਉਣਾ ਕੀਤੀ। ਚਿਰੰਜੀਵੀਆਂ 'ਚ ਇਹਨਾਂ ਦਾ ਨਾਂ ਆਇਆ ਹੈ, ਵਿਭੀਸ਼ਣ ਦਾ ਵੀ। ਇਸ ਤਰ੍ਹਾਂ ਨਾਲ ਇਹ ਵਿਭੀਸ਼ਣ ਨੂੰ ਮਹਾਰਾਜ ਜੀ ਕਹਿੰਦੇ ਤਾਂ ਹੀ ਤਾਂ ਭਾਈ ਤੂੰ ਜੇ ਹਿਰਦੇ 'ਚ ਐਸੀ ਭਾਵਨਾ ਨਾਲ ਰਾਮ ਦਾ ਨਾਮ ਵਸਾਇਆ ਤਾਂ ਹੀ ਤਾਂ ਤੈਨੂੰ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋਈਆਂ ਹਨ। ਮਨ ਕੀ ਨਾਮ ਵਿਖੇ ਲਿਵ ਲਈ, ਕਿਉਂਕਿ ਭਾਈ ਤੂੰ ਰਾਮ ਦੇ ਨਾਮ ਦੇ ਵਿੱਚ ਆਪਦੀ ਲਿਵ ਲਾ ਲਈ ਹੈ, ਇਸ ਕਰਕੇ ਫਿਰ ਕੋਈ ਵੀ ਚੀਜ਼ ਉਸ ਤੋਂ ਰਾਮ ਜਿਹੜੀ ਉਸ ਤੋਂ ਲੁਕੋ ਕਰਕੇ ਨਹੀਂ ਰੱਖਦਾ। ਦਰਦ ਰਹਿਤ ਰਾਖਸ਼ਤ ਭੈ ਤੇਰੇ, ਫਿਰ ਭਾਈ ਤੂੰ ਧਰਮੀ ਰਾਜਾ ਹੈ, ਤੇਰੇ ਡਰ ਕਰਕੇ ਸਾਰੇ ਰਾਖਸ਼ ਡਰ ਕੇ ਤੇ ਠੀਕ ਠਾਕ ਕੰਮ ਕਰਦੇ ਆ। ਰਾਵਣ ਵੇਲੇ ਜਿਹੜੀ ਕਜਾਲੀ ਸੀ, ਜਿਹਨੂੰ ਮਰਜ਼ੀ ਚੱਕ ਲਿਆਂਦਾ, ਜਿਹਨੂੰ ਮਰਜ਼ੀ ਕੁੱਟਣ ਲੱਗ ਗਏ, ਜਿਹਦੀਆਂ ਮਰਜ਼ੀ ਲੱਤਾਂ ਤੋੜਤੀਆਂ, ਉਹ ਨਹੀਂ ਕਹਿੰਦੇ ਹੁਣ ਕੰਮ ਚੱਲਦਾ। ਹੁਣ ਤੇਰੇ ਰਾਜ ਦੇ ਵਿੱਚ ਮਹਾਰਾਜ ਕਹਿੰਦੇ ਭਵਿਖਣ ਸਾਰੇ ਜਿਹੜੇ ਰਾਖਸ਼ ਵੀ ਡਰ ਕਰਕੇ ਚੱਲਦੇ ਆ, ਕਿਸੇ ਨੂੰ ਕੋਈ ਭੈ ਨਹੀਂ, ਕਿਸੇ ਨਾਲ ਕੋਈ ਧੱਕਾ ਨਹੀਂ ਕਰ ਸਕਦਾ। ਕਾਹਦੇ ਕਰਕੇ ਕਿ ਤੇਰੇ ਹਿਰਦੇ 'ਚ ਰਾਮ ਦਾ ਨਾਮ ਹੈ, ਤਾਂ ਧਰਮ ਚੱਲਦਾ ਜਦੋਂ ਹਿਰਦੇ 'ਚ ਰਾਮ ਦਾ ਨਾਮ ਹੋਵੇ। ਕਹਿੰਦੇ ਇਸ ਕਰਕੇ ਭਾਈ ਤੂੰ ਧਰਮੀ ਰਾਜਾ ਹੈ, ਤੇਰੇ ਤੇ ਰਾਮ ਦੀ ਕਿਰਪਾ ਹੈ। ਆਸਮਾਨ ਭਏ ਸਭ ਚੇਰੇ, ਸਾਰੇ ਰਾਮ ਦੇ ਨਾਂ ਦੇ ਚੇਲੇ ਹੋ ਗਏ ਨੇ, ਤੇਰੀ ਕੁਲ ਦੇ ਰਾਖਸ਼ ਨਾਮ ਕਰਕੇ ਭਗਤ ਪ੍ਰਸਿੱਧ ਹੋ ਗਏ ਹਨ। ਕਾਹੂ ਨਾ ਕਰੇ ਦੁਖਾਉਨ ਕੋਈ, ਕਿਸੇ ਨੂੰ ਕੋਈ ਨਹੀਂ ਦਿਖਾਉਂਦਾ, ਕਿਸੇ ਨਾਲ ਕੋਈ ਧੱਕਾ ਨਹੀਂ ਕਰਦਾ ਹੈ। ਭਗਤ ਮੈਂ ਸ਼ਰਧਾ ਹੋਈ, ਸਾਰਿਆਂ ਦੀ ਪ੍ਰੇਮਾ ਭਗਤੀ ਰਾਮ ਦੇ ਨਾਮ ਦੇ ਵਿੱਚ ਸ਼ਰਧਾ ਹੋਈ ਹੈ। ਸੰਤ ਵਿਵੇਕਨ ਬੈਨ ਉਚਾਰੇ, ਸੁਣ ਕੇ ਗੱਲ ਮਹਾਰਾਜ ਸੱਚੇ ਪਾਤਸ਼ਾਹ ਦੀ ਭਵਿਖਣ ਨੇ ਅੱਗੇ ਆਖਿਆ ਬੇਮੁਖ ਦੇਤ ਰਾਮ ਸਭ ਮਾਰੇ, ਮਹਾਰਾਜ ਜੀ ਐਸੀ ਕਿਰਪਾ ਹੋਈ ਜਿਹੜੇ ਬੇਮੁਖ ਦੈਂਤ ਸਨ ਨਾ, ਉਹ ਸਾਰੇ ਰਾਮ ਦੇ ਨਾਂ ਨੇ ਨਸ਼ਟ ਕਰ ਦਿੱਤੇ ਆ। ਰਾਮ ਨੇ ਉਹਨਾਂ ਦਾ ਆਪ ਹੀ ਸਫਾਇਆ ਕਰ ਦਿੱਤਾ ਜਿਹੜੇ ਬੇਮੁਖ ਦੈਂਤ ਹਨ। ਦੇਖੇ ਰਾਜ ਅਜ ਧਰਾਵੇ, ਇਸ ਤਰ੍ਹਾਂ ਮਹਾਰਾਜ ਮੈਨੂੰ ਇੱਥੇ ਰਾਜਾ ਬਣਾ ਕਰਕੇ ਆਪ ਅਯੁੱਧਿਆ ਦੇ ਵਿੱਚ ਚਲੇ ਗਏ ਹਨ। ਸਮੇਤ ਬਾਦਲ ਦਲ ਲਏ, ਪਹਿਲਾਂ ਮੈਂ ਵੀ ਨਾਲ ਪਹੁੰਚਿਆ ਅਯੁੱਧਿਆ ਦੇ ਵਿੱਚ, ਸਾਰੇ ਹਨੂਮਾਨ ਸੁਗਰੀਵ ਦੀ ਸੈਨਾ ਸਮੇਤ। ਹੋਇਆ ਤਾਂ ਜਾਏ ਮੋਕੋ ਤਬੇ ਇਹ ਉਪਦੇਸ਼ ਬਤਾਏ, ਉਸ ਵੇਲੇ ਕਹਿੰਦੇ ਜੀ ਜਾ ਕਰਕੇ ਵਿਭੀਸ਼ਣ ਕਹਿੰਦਾ ਅਯੁੱਧਿਆ ਦੇ ਵਿੱਚ ਸਾਡਾ ਬੜਾ ਮਾਣ ਸਤਿਕਾਰ ਕੀਤਾ ਰਾਮਚੰਦਰ ਜੀ ਨੇ। ਕਹਿੰਦਾ ਫਿਰ ਮੈਨੂੰ ਇਹ ਗੱਲ ਉਹਨਾਂ ਨੇ ਵਿਸ਼ੇਸ਼ ਕਰਕੇ ਉਪਦੇਸ਼ ਦਿੱਤਾ। ਮਾਤਰ ਅਵਤਾਰ ਤਰ ਇਸ਼ਟ ਧਰੀ ਧਰਨੀ ਆਏ, ਕਹਿੰਦੇ ਨਮਿਤ ਮਾਤਰ ਅਵਤਾਰ ਧਰ ਈਸ਼ਰ ਧਰਨੀ ਆਏ, ਕਿ ਈਸ਼ਰ ਕੋਟੀ ਦੀਆਂ ਹਸਤੀਆਂ ਨੇ ਜਿਹੜੀਆਂ ਧਰਤੀ ਤੇ ਅਵਤਾਰ ਧਾਰ ਕੇ ਆਉਂਦੀਆਂ ਰਹਿੰਦੀਆਂ ਨੇ। ਕਹਿੰਦੇ ਮੈਨੂੰ ਇਹ ਗੱਲ ਜਾ ਕੇ ਅਯੁੱਧਿਆ ਦੇ ਵਿੱਚ ਰਾਮ ਜੀ ਨੇ ਆਖੀ। ਫਿਰ ਜਦੋਂ ਦੁਬਾਰਾ ਲੰਕਾ ਨੂੰ ਵਿਦਿਆ ਕੀਤਾ, ਕਹਿੰਦੇ ਵੱਡੇ ਉੱਚ ਕੋਟੀ ਦੀਆਂ ਹਸਤੀਆਂ ਇਹ ਸੰਸਾਰ ਤੇ ਜਿਹੜੀਆਂ ਆਉਂਦੀਆਂ ਰਹਿੰਦੀਆਂ ਹਨ। ਚੌਪਈ ਕਾਰਜ ਕਰ ਬੈਕੁੰਠ ਸੋ ਜਾਵੇ, ਫਿਰ ਉਹ ਕੰਮ ਕਰਕੇ ਜਿਹੜੇ ਨਿਮਿਤ ਮਾਤਰ ਵਾਸਤੇ ਕਲਾ ਅਵਤਾਰ, ਅੰਸਾ ਅਵਤਾਰ ਅੱਡ ਅੱਡ ਤੇ ਇਹ ਨਿਮਿਤ ਮਾਤਰ ਵਾਸਤੇ ਕਰਕੇ ਫੇਰ ਚਲੇ ਜਾਂਦੇ ਹਨ। ਜਿਵੇਂ ਬੱਦਲ ਮੀਂਹ ਵਰਖਾ ਕੇ ਚਲੇ ਜਾਂਦੇ ਹਨ, ਫੇਰ ਆ ਜਾਂਦੇ ਹਨ। ਜਿਨ ਕੇ ਗੁਣ ਪਰਸਨ ਸਭ ਪਾਵੈ,
ਐਸੇ ਜਿਹੜੇ ਪੁਰਸ਼ ਹੁੰਦੇ ਆ ਕਹਿੰਦੇ ਆਪਣੇ ਉਹਨਾਂ ਦੇ ਗੁਣ ਪੜ੍ਹ ਸੁਣ ਕਰਕੇ ਆਨੰਦ ਪ੍ਰਾਪਤ ਹੁੰਦਾ ਹੈ, ਬਿਰਤੀ ਦੀ ਸੁਧਾਈ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਹੈ ਅਵਤਾਰ ਸੰਤ ਨਿਤ ਮੇਰੇ। ਕਹਿੰਦੇ ਜੀ ਰਾਮ ਜੀ ਨੇ ਕਿਹਾ ਕਿ ਮੇਰੇ ਅਵਤਾਰ ਸੰਤ ਨੇ ਜਿਹੜੇ ਨਾਮ ਜਪਦੇ ਨੇ। ਕਹਿੰਦੇ ਭੀਖਨ ਤੂੰ ਵੀ ਮੇਰਾ ਅਵਤਾਰ ਹੀ ਆ ਜਦੋਂ ਨਾਮ ਜਪੇਗਾ। ਤਨ ਮਿਲਾਪ ਅਗ ਜਾਏ ਕਨੇਰੇ। ਜਿਹੜੇ ਮੇਰਾ ਨਾਮ ਜਪਦੇ ਆ ਕਹਿੰਦੇ ਉਹਨਾਂ ਦੇ ਮਿਲਾਪ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਆ। ਰਾਮ ਜੀ ਨੇ ਅਯੁੱਧਿਆ 'ਚ ਕਹਿੰਦੇ ਫਿਰ ਮੈਨੂੰ ਲੰਕਾ 'ਚ ਤੋਰਨ ਵੇਲੇ ਇਹ ਉਪਦੇਸ਼ ਦੇ ਕੇ ਤੋਰਿਆ, ਕਹਿੰਦੇ ਇਸ ਤਰ੍ਹਾਂ ਨਾਲ ਜਾ ਕੇ ਰਾਜ ਕਰੀ। ਕਹਿੰਦਾ ਮੈਂ ਇਸ ਤਰ੍ਹਾਂ ਨਾਲ ਰਾਜ ਕਰਦਾ ਹਾਂ ਸੰਤ ਮੋਹਿ ਮੈਂ ਭੇਦ ਨਾ ਕੋ। ਕਿ ਸੰਤਾਂ ਦੇ ਵਿੱਚ ਤੇ ਮੇਰੇ ਵਿੱਚ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ। ਕਹਿੰਦੇ ਇਸ ਤਰ੍ਹਾਂ ਉਹਨਾਂ ਦੇ ਵਿੱਚ ਕੋਈ ਭੇਦ ਨਹੀਂ ਹੈ। ਐਸੇ ਰਾਮ ਕਹਾ ਦੁਖ ਕੋ। ਇਸ ਤਰ੍ਹਾਂ ਦੁੱਖ ਖੋਣ ਵਾਲਾ ਉਪਦੇਸ਼ ਰਾਮ ਜੀ ਨੇ ਮੈਨੂੰ ਦੇਣਾ ਕੀਤਾ। ਸੋ ਤੁਮ ਸੰਤ ਸਦਾ ਸੁਖਦਾਈ। ਉਹ ਸੰਤਾਂ ਦੀ ਚਰਨ ਧੂੜੀ ਜਿਹੜੀ ਹੈ ਸਦਾ ਸੁਖਦਾਈ ਹੈ ਭਾਈ, ਸਾਰੇ ਕਾਰਜ ਬਣਾਉਣ ਵਾਲੀ ਹੈ। ਕਰ ਉਪਦੇਸ਼ ਦੇਵ ਸਮਝਾਈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਮੈਂ ਬੇਨਤੀ ਕੀਤੀ ਕਿ ਸੰਤਾਂ ਦੇ ਕਿਹੜੇ ਲੱਛਣ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਐਸੇ ਲੱਛਣ ਹਨ। ਰਘੁਬੀਰ ਤੁਮ ਮੈਂ ਭੇਦ ਨ ਜਾਣੋ। ਤੇਰੇ ਵਿੱਚ ਤੇ ਰਘੁਬੀਰ ਰਾਮ ਦੇ ਵਿੱਚ ਕੋਈ ਭੇਦ ਨਹੀਂ ਹੈ। ਈਸ਼ਰ ਏਕ ਸਮਾਨ ਪਛਾਨੋ। ਈਸ਼ਵਰ ਦੀ ਜਿਹੜੀ ਅੰਸ਼ਕ ਕਲਾ ਹੈ ਉਹ ਇੱਕ ਸਮਾਨ ਪ੍ਰਤੀਬਿੰਬ ਪ੍ਰਭਾਸ਼ਿਤ ਹੋ ਰਹੀ ਹੈ। ਜਿਨੇ ਸਨੀ ਸੁਣ ਕੇ ਦਹਿ ਬਾਨੀ। ਉਸ ਵੇਲੇ ਸਾਰੀ ਗੱਲ ਕਰ ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਵਿਭੀਸ਼ਣ ਤੇ ਐਸੀ ਕਿਰਪਾ ਕੀਤੀ। ਬੋਲੇ ਸ੍ਰੀ ਨਾਨਕ ਗੁਰਬਾਣੀ। ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਮਹਾਰਾਜ ਬਾਣੀ ਦੁਆਰਾ ਉਚਾਰਨ ਕੀਤੀਆਂ ਪੰਕਤੀਆਂ ਵਿਭੀਸ਼ਣ ਦਾ ਸਤਿਕਾਰ ਕੀਤਾ ਬਾਣੀ ਦੀ ਮੋਹਰ ਲਾ ਕਰਕੇ। ਚੌਪਈ ਸ੍ਰੀ ਗੁਰੂ ਬਨੇ ਵਿਭੀਖਣ। ਬਾਣੀ ਪੜ੍ਹਿਓ ਨੂੰ ਬਾਣੀ ਪੜ੍ਹੋ ਉੱਪਰ ਬਾਣੀ। ਸ੍ਰੀ ਮੁਖ ਆਪ ਗੁਰਮੁਖ ਬਾਂਧਿਓ ਸੇਤ ਵਿਧਾਵਾ। ਸਤਿਗੁਰੂ ਸਾਹਿਬ ਜੀ ਨੇ ਨਾ ਇਹ ਜਿਹੜਾ ਬਾਣੀ ਦੇ ਵਿੱਚ ਉਚਾਰਨ ਕੀਤਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਗੁਰਮੁਖ ਉਹ ਪ੍ਰਮਾਤਮਾ ਦੇ ਗੁਰਮੁਖ ਬਣ ਕਰਕੇ ਰਾਮਚੰਦਰ ਨੇ ਜਿਹੜਾ ਆਪਣੇ ਪੁਲ ਬੰਨਣਾ ਕੀਤਾ ਸਮੁੰਦਰ ਦੇ ਉੱਪਰ। ਜਿਹੜੇ ਗੁਰਮੁਖ ਨੇ ਉਹ ਨਾਮ ਦੇ ਪੁਲ ਦੁਆਰਾ ਕਹਿੰਦੇ ਉਹਦੇ ਨਾਲ ਗੰਢ ਲੈਂਦੇ ਹਨ। ਦੂਜਾ ਅਰਥ ਇਹ ਹੈ ਇਸ ਤਰ੍ਹਾਂ ਦੇ ਜਿਹੜੇ ਗੁਰਮੁਖ ਹਨ ਕਹਿੰਦੇ ਉਹ ਸਫਲਤਾ ਪ੍ਰਾਪਤ ਕਰ ਲੈਂਦੇ ਆ ਭਾਈ। ਜਿਹੜੇ ਗੁਰਮੁਖ ਨੇ ਕਹਿਣ ਤੋਂ ਭਾਵ ਉਹ ਆਪਦੇ ਕਾਰਜ ਦੇ ਵਿੱਚ ਸਫਲਤਾ ਹਾਸਲ ਕਰ, ਉਹਨਾਂ ਦੇ ਅੱਗੇ ਕੋਈ ਕਾਰਜ ਜਿਹੜਾ ਔਖਾ ਨਹੀਂ ਹੁੰਦਾ। ਔਖੇ ਕਾਰਜ ਉਹਨਾਂ ਦੇ ਅੱਗੇ ਸੌਖੇ ਹੋ ਜਾਂਦੇ ਹਨ। ਕਹਿੰਦੇ ਜਿਹੜੇ ਗੁਰਮੁਖ ਹਨ ਉਹ ਦਰਿਆਵਾਂ ਤੇ ਬਿਨਾਂ ਪੁਲਾਂ ਤੋਂ ਵੀ ਲੰਘ ਜਾਂਦੇ ਹਨ, ਸਮੁੰਦਰਾਂ ਨੂੰ ਬਿਨਾਂ ਪੁਲਾਂ ਤੋਂ ਵੀ ਪਾਰ ਕਰ ਜਾਂਦੇ ਹਨ ਜਿਹੜੇ ਗੁਰਮੁਖ ਹਨ। ਤੇ ਉਹਨਾਂ ਵਾਸਤੇ ਸਮੁੰਦਰਾਂ ਤੇ ਪੁਲ ਬੰਨਣੇ ਕੀ ਔਖੇ ਹਨ। ਜਿਹੜੇ ਗੁਰਮੁਖ ਬਣ ਗਏ, ਜਿਹੜੇ ਉਹਦੇ ਨਾਮ ਦੀ ਸੱਤਾ ਦੇ ਹੇਠ ਆ ਗਏ, ਉਹਨਾਂ ਵਾਸਤੇ ਸਮੁੰਦਰਾਂ ਨੂੰ ਸਕਾਉਣਾ, ਸਮੁੰਦਰਾਂ ਨੂੰ ਉਠਾਉਣਾ, ਸਮੁੰਦਰਾਂ ਤੇ ਪੁਲ ਬੰਨ੍ਹ ਕੇ ਸਮੁੰਦਰਾਂ ਦੇ ਉੱਪਰ ਦੀ ਚਲੇ ਜਾਣਾ, ਇਹ ਕੋਈ ਉਹਨਾਂ ਵਾਸਤੇ ਕਠਿਨ ਨਹੀਂ ਹੈ। ਐਸੇ ਜਿਹੜੇ ਗੁਰਮੁਖ ਹਨ ਲੰਕਾ ਲੁੱਟੀ ਦੈਂਤ ਸੰਤਾਪੈ। ਕਿਉਂਕਿ ਦੈਂਤ ਜਿਹੜੇ ਜ਼ਿਆਦੇ ਸੰਤਾਪ ਦੇਣ ਵਾਸਤੇ ਪ੍ਰਜਾ ਨੂੰ, ਰਿਸ਼ੀਆਂ ਮੁਨੀਆਂ ਨੂੰ ਤੇ ਔਖਾ ਕਰ ਰਹੇ ਸੀ, ਇਸ ਕਰਕੇ ਸਾਰੀ ਲੰਕਾ ਵੀ ਲੁੱਟੀ ਗਈ। ਕਹਿੰਦੇ ਸਾਰਿਆਂ ਨੂੰ ਜਿਹੜੀ ਸਜ਼ਾ ਮਿਲੀ ਹੈ ਇਸ ਕਰਕੇ, ਕਾਹਦੇ ਕਰਕੇ ਕਿ ਉਹਨਾਂ ਨੇ ਗੁਰਮੁਖਾਂ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ, ਗੁਰਮੁਖਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਇਸ ਕਰਕੇ ਉਹਨਾਂ ਨੂੰ ਜਿਹੜੀ ਸਜ਼ਾ ਪ੍ਰਾਪਤ ਹੋਈ ਹੈ। ਕਾਹਦੇ ਕਰਕੇ? ਪਰਮਾਤਮਾ ਨੇ ਗੁਰਮੁਖਾਂ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਕਿਉਂਕਿ ਜਿਹੜਾ ਗੁਰਮੁਖਾਂ ਨੂੰ ਫਿਰ ਸਤਾਉਂਦਾ ਉਹਨਾਂ ਨੂੰ ਫਿਰ ਗੁਰਮੁਖਾਂ ਖਾਤਰ ਪਰਮਾਤਮਾ ਜਿਹੜਾ ਮਹਾਰਾਜ ਜੀ ਕਹਿੰਦੇ ਸਜ਼ਾ ਦਿੰਦਾ ਹੈ। ਰਾਮਚੰਦਰ ਮਾਰਿਓ ਰਾਵਣ। ਇਸੇ ਕਰਕੇ ਹੀ ਗੁਰਮੁਖ ਰਾਮਚੰਦਰ ਜੀ ਨੇ ਰਾਵਣ ਦਾ ਹੰਕਾਰ ਭੰਨ ਕੇ ਉਹਨੂੰ ਜਾ ਕਰਕੇ ਪਰਮਾਤਮਾ ਦੇ ਨਾਮ ਦੀ ਸੱਤਿਆ ਕਰਕੇ ਹੀ ਜਿਹੜੀ ਸਜ਼ਾ ਦਿੱਤੀ ਹੈ ਤੇ ਉਹਦਾ ਹੰਕਾਰ ਦੂਰ ਕੀਤਾ ਹੈ। ਭੇਦ ਵਿਭੀਖਣ ਗੁਰਮੁਖ ਵਰਜੈ। ਪਰਮਾਤਮਾ ਦੀ ਸ਼ਕਤੀ ਦੇ ਵਿੱਚ, ਹੁਕਮ ਦੇ ਵਿੱਚ ਹੀ ਗੁਰਮੁਖ ਵਿਭੀਖਣ ਨੇ ਸਾਰਾ ਭੇਦ ਜਿਹੜਾ ਹੈ ਦੇਣਾ ਕੀਤਾ ਹੈ, ਦੱਸਣਾ ਕੀਤਾ ਹੈ। ਗੁਰਮੁਖ ਸਾਇਰ ਪਾਵਨ ਦਾਏ। ਗੁਰਮੁਖਾਂ ਦੀ ਸ਼ਕਤੀ, ਗੁਰਮੁਖ ਪੁਣੇ ਕਰਕੇ ਹੀ ਸਮੁੰਦਰਾਂ ਤੋਂ ਪੱਥਰ ਤਰ ਜਾਂਦੇ ਹਨ। ਗੁਰਮੁਖ ਕੋਟ ਦੇ ਦੀਸ ਉਧਾਰੇ। ਗੁਰਮੁਖਾਂ ਕਰਕੇ ਕਰੋੜਾਂ ਦਾ ਕਹਿੰਦੇ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਕਾਸ਼। ਕਹਿੰਦੇ ਗੁਰਮੁਖਾਂ ਕਰਕੇ ਕਰੋੜਾਂ ਦਾ ਉਧਾਰ ਹੈ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਹਿੰਦੇ ਉਹਨਾਂ ਦਾ ਕੋਟੀ ਦੇ ਵਿੱਚ, ਕਰੋੜਾਂ ਦੇ ਵਿੱਚ ਕੋਈ ਅੰਤ ਨਹੀਂ। ਐਸੇ ਜਿਹੜੇ ਗੁਰਮੁਖਾਂ ਕਰਕੇ ਕਰੋੜਾਂ ਥਾਵਾਂ ਤੇ ਕਰੋੜਾਂ ਦਾ ਉਧਾਰ ਹੋ ਜਾਂਦਾ ਹੈ। ਸ੍ਰੀ ਗੁਰ ਭਨੇ ਵਿਭੀਖਣ ਸੁਣੀਏ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵਿਭੀਖਣ ਸੁਣਨਾ ਕਰ ਸਾਡੀ ਗੱਲ ਨੂੰ ਭਾਈ। ਆਗੇ ਇਹ ਗੁਰਮੁਖ ਮਨ ਸੁਣੀਏ। ਇਸ ਕਰਕੇ ਤੇਰੇ ਮਨ ਦੇ ਵਿੱਚ ਤਾਂ ਪਹਿਲਾਂ ਹੀ ਗੁਰਮੁਖਤਾਈ ਵਸੀ ਹੋਈ ਹੈ। ਭੇਦ ਰਾਏ ਦੀਨੋ ਸ੍ਰੀ ਰਾਮੋ।
ਇਸ ਕਰਕੇ ਤੂੰ ਸਾਰਾ ਹੀ ਰਾਵਣ ਦੀ ਬਦਖੋਈ ਦਾ ਭੇਦ ਆ ਕਰਕੇ ਸ੍ਰੀ ਰਾਮ ਜੀ ਨੂੰ ਦੇਣਾ ਕੀਤਾ ਹੈ। ਰਾਵਣ ਮਾਰ ਕਰੇ ਸਭ ਕੰਮ, ਤੇ ਰਲ ਕਰਕੇ ਮਿਲ ਕਰਕੇ ਰਾਵਣ ਨੂੰ ਮਾਰ ਕੇ ਸਾਰੇ ਕੰਮ ਕੀਤੇ ਹਨ। ਲੰਕਾ ਦੇ ਵਿੱਚ ਲੋਕਾਂ ਨੂੰ ਸੁਖੀ ਕੀਤਾ, ਕੈਦੀ ਛਡਾਏ ਹਨ ਜਾ ਕਰਕੇ, ਜਿਹੜੇ ਬੜੇ ਕੈਦ ਕੀਤੇ ਹੋਏ ਸਨ, ਕਈ ਦੇਵਤੇ ਕੈਦ ਕੀਤੇ ਹੋਏ ਸਨ, ਉਹ ਰਾਮ ਨੇ ਜਾ ਕਰਕੇ ਛਡਾਏ ਆ। ਗੁਰ ਕੇ ਸ਼ਬਦ ਰਾਮ ਦੀ ਦਾਰੇ, ਕਾਹਦੇ ਨਾਲ? ਰਾਮ ਦੀ ਵਿਚਾਰ ਗੁਰ ਸ਼ਬਦ ਦੁਆਰਾ ਕਰਕੇ, ਵਸਿਸ਼ਟ ਵਰਗਿਆਂ ਤੋਂ, ਵਿਸ਼ਵਾਮਿੱਤਰ ਵਰਗਿਆਂ ਤੋਂ ਸਿੱਖ ਕੇ, ਫਿਰ ਸ਼ਬਦ ਕਮਾ ਕੇ, ਫਿਰ ਜਿਹੜਾ ਕਰਕੇ ਸਾਰੀ ਵਿਦਿਆ ਨਾਲ ਕਰਨਾ ਕੀਤਾ ਹੈ। ਸਿੰਧ ਵਿਖੇ ਬਾਣ ਬੜਤਾਰੇ, ਤਾਂ ਹੀ ਤਾਂ ਉਸ ਕਲਾਕ੍ਰਿਤੀ ਦੇ ਨਾਲ ਸਿੰਧ ਦੇ ਵਿੱਚ ਜਾ ਕਰਕੇ ਪੱਥਰਾਂ ਨੂੰ ਤਾਰਿਆ ਹੈ। ਸਾਹਿਬ ਜੀ ਕਹਿੰਦੇ ਹਨ ਸਤਿਗੁਰ ਸ਼ਬਦ ਸਭਨ ਤੇ ਡਰੋ, ਕਿਉਂਕਿ ਸਤਿਗੁਰ ਸ਼ਬਦ ਸਭਨ ਤੇ ਵੱਡੋ, ਕਹਿੰਦੇ ਸਾਰਿਆਂ ਤੋਂ ਵੱਡਾ ਹੈ। ਜਿਹੜਾ ਸਤਿਗੁਰੂ ਦਾ ਸ਼ਬਦ ਹੈ ਉਹ ਸਾਰਿਆਂ ਤੋਂ ਵੱਡਾ ਹੈ ਭਾਈ। ਤੇਤੀ ਕੋਟ ਸੁਣ ਕੋ ਛੱਡੋ, ਕਿਉਂਕਿ 33 ਕਰੋੜ ਦੇਵਤਿਆਂ ਨੂੰ ਛਡਾਉਣ ਵਾਲਾ ਵੀ ਸ਼ਬਦ ਹੈ, ਇਹਦੇ ਤੋਂ ਬਿਨਾਂ ਉਹਨਾਂ ਦਾ ਛੁਟਕਾਰਾ ਨਹੀਂ ਹੁੰਦਾ। ਸਤਿਗੁਰ ਸ਼ਬਦ ਹਿਰਦੈ ਵਿਚਾਰੋ, ਇਸ ਕਰਕੇ ਸਤਿਗੁਰੂ ਦਾ ਸ਼ਬਦ ਹਿਰਦੇ 'ਚ ਵਿਚਾਰਿਆ ਕਰੋ। ਕਹਿੰਦੇ ਸਤਿਗੁਰੂ ਦੇ ਸ਼ਬਦ ਦੀ ਹਿਰਦੇ 'ਚ ਵਿਚਾਰ ਕਰਿਆ ਕਰੋ। ਇਹ ਉਪਦੇਸ਼ ਹਮਾਰੋ ਧਾਰੋ, ਇਹ ਉਪਦੇਸ਼ ਮਹਾਰਾਜ ਜੀ ਕਹਿੰਦੇ ਬਸ ਸਾਡਾ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੋ। ਸੁਪਨ ਸਮਾਨ ਜਗਤ ਹੋ ਜਾਨੋ, ਭਵਿਸ਼ਣ ਸੁਪਨੇ ਸਮਾਨ ਸੰਸਾਰ ਹੈ, ਭਾਵੇਂ ਲੱਖ ਸਾਲ ਦੀ ਵੀ ਆਰਜੂ ਹੋਵੇ। ਏਕ ਆਤਮਾ ਸਰਬ ਪਛਾਨੋ, ਸਾਰੇ ਇੱਕ ਆਤਮਾ ਹੀ ਵਿਆਪਤ ਹੈ ਸਾਰਿਆਂ ਦੇ ਵਿੱਚ। ਆਤਮਾ ਕਿਉਂਕਿ ਪਾਵਰ ਕਰਕੇ ਹੀ ਚੱਲਦਾ, ਜਿਹੜਾ ਵੀ ਚੱਲਦਾ ਹੈ। ਸੰਤਨ ਕੀ ਸੰਗਤ ਕਰੋ, ਸਭ ਜਿਸ ਮੈਂ ਦਿਨ ਰਹਿ, ਤੇ ਵਿਭੀਸ਼ਣ ਸੰਗਤ ਕਰਿਆ ਕਰ, ਸੰਗਤ ਕਰੀਏ ਸਾਧ ਕੀ ਦਿਨ ਦਿਨ ਦੂਣਾ ਹੇਤ। ਕਹਿੰਦੇ ਰੱਬ ਵੱਲ ਨੂੰ ਜੇ ਚੱਲਣਾ ਸਾਧਾਂ ਦੀ ਸੰਗਤ ਕਰੋ, ਫਿਰ ਉਧਰ ਨੂੰ ਕਦਮ ਸਵੱਲੇ ਹੋ ਜਾਣਗੇ, ਉਧਰ ਨੂੰ 4 ਕਦਮ ਹੋਰ ਤੁਰ ਲਵਾਂਗੇ, ਨਹੀਂ ਤਾਂ ਇਕੱਲਿਆਂ ਤੋਂ ਤੁਰਿਆ ਨਹੀਂ ਜਾਣਾ। ਰੱਬ ਵੱਲ ਨੂੰ ਤੁਰਨਾ ਹੈ ਤੇ ਸੰਗਤ ਕਰਨੀ ਪੈਣੀ ਹੈ, ਫੇਰ ਹੀ ਜਾ ਕੇ ਤੁਰਾਂਗੇ ਚੱਲਾਂਗੇ। ਕਹਿੰਦੇ 4 ਕਦਮ ਸਵੱਲੇ ਹੋ ਜਾ। ਸਤਿਗੁਰੂ ਸਾਹਿਬ ਜੀ ਕਹਿੰਦੇ ਸੰਤਾਂ ਦੀ ਸੰਗਤ ਦੇ ਵਿੱਚੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਸੁੱਖ ਜਿਸ ਮੈਂ ਦਿਨ ਰਹਿਣ, ਦਿਨ ਰਾਤ ਸੁੱਖ ਪ੍ਰਾਪਤ ਹੁੰਦਾ ਹੈ। ਨੀਕੋ ਇਹ ਉਪਦੇਸ਼ ਹੈ ਮਹਾ ਅਗੇ ਗਤ ਦੇਨ, ਵੱਡੇ ਵੱਡੇ ਪਾਪਾਂ ਨੂੰ ਖੋ ਕੇ, ਵੱਡੇ ਕਸ਼ਟਾਂ ਨੂੰ ਕੱਟ ਕੇ ਸੁੱਖ ਦੇਣ ਵਾਲਾ ਇਹ ਉਪਦੇਸ਼ ਹੈ। ਸਾਧਾਂ ਦੀ ਸੰਤਾਂ ਦੀ ਸੰਗਤ। ਤੋ ਪਈ ਤੇ ਜਿਨ ਬੋਲ ਉਠਿਓ ਮਰਦਾਨਾ, ਫੇਰ ਮਰਦਾਨੇ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਹੈ, ਜਦੋਂ ਇਹ ਵਾਰਤਾਲਾਪ ਹੋਈ ਹੈ ਵਿਭੀਸ਼ਣ ਦੇ ਨਾਲ। ਸੁਨਿਓ ਸੋ ਰਹਿ ਇਹ ਹਨੂਮਾਨ, ਕਹਿੰਦਾ ਮਰਦਾਨਾ ਮਹਾਰਾਜ ਮੈਨੂੰ ਹਨੂਮਾਨ ਵੀ ਦਿਖਾਓ। ਕਹਿੰਦੇ ਇੱਥੇ ਹਨੂਮਾਨ ਰਹਿੰਦਾ, ਕਿਉਂਕਿ ਜਦੋਂ ਲੰਕਾ ਸਰ ਕਰਕੇ ਦੁਬਾਰਾ ਆ ਕੇ ਕਹਿੰਦੇ ਰਾਵਣ ਦੀ ਮੜੀ ਤੇ ਉਹਨੇ ਪਹਿਰਾ ਲਾ ਲਿਆ ਸੀ। ਰਾਵਣ ਦੀ ਮੜੀ ਤੇ ਹਨੂਮਾਨ ਨੇ ਪਹਿਰਾ ਲਾ ਕੇ ਬੈਠ ਗਿਆ ਸੀ। ਕਹਿੰਦੇ ਮਹਾਰਾਜ ਜੀ ਮੈਨੂੰ ਜਿਹੜਾ ਹਨੂਮਾਨ ਦਿਖਾਉਣਾ ਕਰੋ। ਕਿਸੇ ਦਿਖਾਓ ਸ੍ਰੀ ਪ੍ਰਭ ਅਭੀ, ਹੁਣੇ ਹੀ ਮਹਾਰਾਜ ਆਏ ਹੋਏ ਆ, ਆਪਾਂ ਹਨੂਮਾਨ ਨੂੰ ਵੀ ਮਿਲ ਲਈਏ, ਕਿਉਂਕਿ ਤੁਹਾਨੂੰ ਕੀ ਔਖਾ ਹੈ, ਕਿਹੜਾ ਕੋਈ ਤੁਸੀਂ ਇਦੋਂ ਲੈ ਕੇ ਆਉਣਾ ਹੈ। ਸੰਤ ਵਿਵੇਕਨ ਬੋਲਿਓ ਤਬਹੀ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭੀਖਣ ਨੂੰ ਇਸ਼ਾਰਾ ਕੀਤਾ। ਭੀਖਣ ਨੇ ਦੱਸਿਆ ਹਨੂਮਾਨ ਬਾਰੇ। ਰਾਵਣ ਕੋਸਲ ਜਹਾਨ, ਜਿੱਥੇ ਰਾਵਣ ਦੇ ਕੋਸਲ ਭਾਵ ਮੜੀ ਬਣੀ ਹੋਈ ਹੈ, ਜਿੱਥੇ ਰਾਵਣ ਦਾ ਸੰਸਕਾਰ ਹੋਇਆ ਹੈ। ਆਪ ਬੈਠਿਓ ਤਹਿ ਠਾਂ ਹਨੂਮਾਨ, ਵਿਭੀਸ਼ਣ ਕਹਿੰਦਾ ਜੀ ਉੱਥੇ ਹਨੂਮਾਨ ਬੈਠਾ ਹੋਇਆ ਇਸ ਵਕਤ। ਬਿਨ ਸ੍ਰੀ ਰਾਮ ਨਾ ਬੰਧਨ ਕਰੀ, ਪਰ ਉਹ ਰਾਮ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਦਾ, ਨਮਸਕਾਰ ਨਹੀਂ ਕਰਦਾ ਹੈ, ਸਭਨਾ ਕੇ ਸਿਰ ਧਰੀ, ਕਿਸੇ ਦੀ ਆਗਿਆ ਹੋਰ ਨਹੀਂ ਮੰਨਦਾ। ਜੇ ਉਹਨੂੰ ਉਹਦਾ ਪਿਤਾ ਸ਼ਿਵ ਵੀ ਕਹੇ ਉਹਦੀ ਵੀ ਆਗਿਆ ਨਹੀਂ ਮੰਨਦਾ। ਗੁਰੂ ਕਹਿਓ ਹਮ ਰਾਮ ਸਰੂਪਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਅਸੀਂ ਰਾਮ ਸਰੂਪਾ, ਰਾਮ ਸਰੂਪ ਉਸ ਵੇਲੇ ਧਾਰਨ ਕਰ ਲਿਆ। ਯੁਧ ਸੀਤਾ ਦੇ ਤਰੇ ਅਨੁਪਾ, ਮਹਾਰਾਜ ਕਹਿੰਦੇ ਭਾਈ ਹੁਣੇ ਹੀ ਰਾਮ ਤੇ ਸੀਤਾ ਸਮੇਤ ਲక్ష్మణ ਬਣ ਜਾਂਦੇ ਹਾਂ। ਮੈਂ ਬੁਲਾਏ ਕੇ ਦੇਵ ਦਿਖਾਈ, ਹਨੂਮਾਨ ਨੂੰ ਬੁਲਾਵਾ ਭੇਜ ਦਿਓ, ਆਪਾਂ ਉਹਨੂੰ ਉਸ ਸਰੂਪ ਦੇ ਵਿੱਚ ਮਹਾਰਾਜ ਕਹਿੰਦੇ ਕਲਾਧਾਰੀ ਮਹਾਰਾਜ ਜੀ ਕਹਿੰਦੇ ਮਿਲਦੇ ਹਾਂ। ਪੁਨ ਹਮ ਆਵਨ ਹੋਏ ਕਦਾਈ, ਫੇਰ ਮਹਾਰਾਜ ਕਹਿੰਦੇ ਕਿਤੇ ਕਿਤੇ ਹੀ ਆਉਣਾ ਹੁੰਦਾ ਇਸ ਸਰੂਪ ਦੇ ਵਿੱਚ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ। ਤਬ ਇੱਕ ਰਾਖਸ਼ ਤਾਂ ਪਠਾਇਓ, ਭੀਖਣ ਨੇ ਇੱਕ ਦੈਂਤ ਨੂੰ ਭੇਜਿਆ ਉਸ ਵਕਤ ਹਨੂਮਾਨ ਨੂੰ ਲੈਣ ਵਾਸਤੇ। ਗਇਓ ਨਿਕਟਿਓ ਬੈਠ ਬੁਲਾਇਓ, ਤੇ ਜਾ ਕਰਕੇ ਹਨੂਮਾਨ ਨੂੰ ਪ੍ਰੇਮ ਸਹਿਤ ਬੇਨਤੀ ਕੀਤੀ ਹੈ ਇਹ ਲੰਕ ਸ੍ਰੀ ਰਾਮ ਸੁਹਾਵਤ, ਕਿ ਲੰਕਾ ਤੋਂ ਬਾਹਰ ਬਾਗ ਦੇ ਵਿੱਚ ਰਾਮਚੰਦਰ ਜੀ ਆਏ ਹਨ।
ਆਪ ਜੀ ਨੂੰ ਮਿਲਣ ਵਾਸਤੇ। ਸੀਤਾ ਯੁਤ ਸੋ ਤੁਝੇ ਬੁਲਾਵਤ। ਸੀਤਾ ਜੀ ਸਮੇਤ ਲక్ష్మణ ਜੀ ਸਮੇਤ ਤੈਨੂੰ ਮਿਲਣਾ ਚਾਹੁੰਦੇ ਆ। ਨਿਕਟ ਵਿਭੀਖਣ ਗਇਓ ਹਰੀ। ਉਹਨਾਂ ਦੇ ਕੋਲ ਵਿਭੀਖਣ ਤਾਂ ਪਹਿਲਾਂ ਹੀ ਪਹੁੰਚ ਕੇ ਜਾ ਕੇ ਬਹਿ ਗਿਆ। ਕਹਿੰਦੇ ਪਹਿਲਾਂ ਹੀ ਉਹਨਾਂ ਦੇ ਕੋਲ ਪਹੁੰਚਿਆ ਹੋਇਆ ਹੈ। ਮੈਂ ਆਇਓ ਤੁਮ ਕੋ ਸਦਕਾਰੀ। ਇਸ ਕਰਕੇ ਉਹਨਾਂ ਦਾ ਭੇਜਿਆ ਮੈਂ ਤੈਨੂੰ ਲੈਣ ਵਾਸਤੇ ਆਇਆ ਹਾਂ। ਸੁਨਤ ਚੋਪ ਕਰ ਹਨੂਮਾਨ। ਜਦੋਂ ਸੁਣਿਆ ਹਨੂਮਾਨ ਨੇ ਸੰਦੇਸ਼ਾ, ਉਸੇ ਵੇਲੇ ਕਹਿੰਦੇ ਬਹੁਤ ਉਤਸ਼ਾਹ ਦੇ ਨਾਲ ਉੱਠਿਆ ਹੈ। ਚਲਿਓ ਸੰਗ ਹਿਰਦੇ ਹਰਖਾਨਾ। ਕਹਿੰਦੇ ਪਰਮ ਪ੍ਰਸੰਨ ਹੋ ਕੇ ਚੱਲ ਪਿਆ ਨਾਲ ਮਹਾਰਾਜ ਰਾਮ ਜੀ ਨੂੰ ਮਿਲਣ ਵਾਸਤੇ, ਦਰਸ਼ਨ ਕਰਨ ਵਾਸਤੇ। ਰਘੁਵਰ ਕੋ ਸ੍ਰੀ ਗੁਰ ਬਖਤਰਾ। ਉਸ ਵੇਲੇ ਮਹਾਰਾਜ ਜੀ ਨੇ ਐਸਾ ਰਾਮਚੰਦਰ ਜੀ ਦਾ ਸਰੂਪ ਧਾਰਿਆ। ਚਿਨ ਲక్ష్మణ ਤਨ ਕਰਾ। ਇਸ ਵੇਲੇ ਬਾਲੇ ਨੂੰ ਲక్ష్మణ ਬਣਾ ਦਿੱਤਾ ਹੈ ਸੀਤਾ ਵੇਖ ਕੀਨ ਮਰਦਾਨਾ। ਤੇ ਮਰਦਾਨੇ ਨੂੰ ਸੀਤਾ ਦਾ ਸਰੂਪ ਦੇ ਦਿੱਤਾ ਹੈ। ਚਲ ਆਇਓ ਗੈ ਠਾਮ ਹਨੂਮਾਨਾ। ਹਨੂਮਾਨ ਨੇ ਆ ਕੇ ਸਾਹਮਣੇ ਹੀ ਦੇਖਿਆ ਹੈ। ਗਿਰ ਕੰਚਨ ਸਮਦੇਹ ਕਰਾਲਾ। ਜਿਸ ਹਨੂਮਾਨ ਦੀ ਦੇਹੀ ਹੈ ਜਿਹੜੀ ਗਿਰ ਕੰਚਨ ਸਮਦੇਹ ਕਰਾਲਾ, ਸੋਨੇ ਦੇ ਪਹਾੜ ਵਰਗੀ ਹੈ ਕਹਿੰਦੇ, ਕਿਉਂਕਿ ਜਤ ਸਤ ਬੜਾ ਤੇ ਹੋਰ ਤਰ੍ਹਾਂ ਕਹਿੰਦੇ ਆ ਸੋਨੇ ਦੇ ਪਹਾੜ ਵਰਗੀ ਦਗਦਗ ਕਰਦੀ ਹੈ ਦੇਹੀ। ਧਾਰੀ ਗੁਰਜ ਵਿਸਾਲਾ। ਤੇ ਕਾਂਧੇ ਧਾਰੀ ਗੁਰਜ ਵਿਸਾਲਾ, ਮੋਢੇ ਤੇ ਬਹੁਤ ਕਹਿੰਦੇ 2 ਮਣ ਦੀ ਗੁਰਜ ਹੈ ਜਿਹੜੀ ਉਹ ਚੱਕੀ ਹੋਈ ਹੈ। 80 ਕਿਲੋ ਦੀ ਗੁਰਜ ਹੈ ਮੋਢੇ ਦੇ ਉੱਪਰ। ਕੀਨ ਵੰਦਨਾ ਪਰ ਅਰਵਿੰਦਾ। ਮਹਾਰਾਜ ਜੀ ਦੇ ਆ ਕੇ ਚਰਨ ਬੰਦਨਾ ਕੀਤੀ, ਮੱਥਾ ਟੇਕਿਆ ਹਨੂਮਾਨ ਨੇ। ਬੜੇ ਹੀ ਆਨੰਦ ਨਾਲ ਪਾਸ ਬੈਠ ਗਿਆ ਹੈ। ਰੂਪ ਬਿਲੋਕਤ ਲੋਚਨ ਭਰ ਕੇ। ਬੜੇ ਹੀ ਪ੍ਰੇਮ ਸਹਿਤ ਮਹਾਰਾਜ ਜੀ ਦੇ ਸਰੂਪ ਦਾ ਦਰਸ਼ਨ ਕੀਤਾ। ਪ੍ਰੇਮ ਕੁਲ ਕਾਵਲ ਕਰਕੇ। ਇਹ ਸਾਰੇ ਸਰੀਰ ਦੇ ਰੋਮ ਹੀ ਖੜੇ ਹੋ ਗਏ, ਪੁਲਕਾਵਲੀ ਆ ਗਈ ਬੜੇ ਆਨੰਦ ਦੇ ਵਿੱਚ। ਹਨੂਮਾਨ ਨੂੰ ਐਸਾ ਦਰਸ਼ਨ ਕੀਤਾ ਮਹਾਰਾਜ ਜੀ ਦਾ। ਤਹਿ ਚਿਨ ਬੋਲੇ ਕਿਰਪਾ ਨਿਧਾਨਾ। ਗੁਰੂ ਸਾਹਿਬ ਜੀ ਨੇ ਹਨੂਮਾਨ ਨੂੰ ਉਸ ਵੇਲੇ ਇਸ ਤਰ੍ਹਾਂ ਨਾਲ ਆਖਿਆ, ਸੁਨੋ ਬੈਨ ਹਮਰੇ ਹਨੂਮਾਨਾ। ਹਨੂਮਾਨ ਸਾਡੀ ਗੱਲ ਨੂੰ ਸੁਣ ਲਾ ਭਾਈ, ਤੂੰ ਵੀ ਧਿਆਨ ਦੇ ਕੇ। ਸਰਬ ਵਿਆਪੀ ਮੋਹਿ ਕੋ ਜਬ ਜਾਣੇ ਮਨ ਮਾਰੇ। ਉਹ ਭਾਈ ਹਨੂਮਾਨ ਕਿੰਨਾ ਚਿਰ ਰਾਵਣ ਦੀ ਮੜੀ ਤੇ ਬੈਠਾ ਰਹੇਗਾ, ਜਿੰਨਾ ਚਿਰ ਮੈਨੂੰ ਸਾਰੇ ਸਰਬ ਵਿਆਪਕ ਨਹੀਂ ਜਾਣਦਾ। ਸੱਚੇ ਪਾਤਸ਼ਾਹ ਮਹਾਰਾਜ ਨੇ ਹਨੂਮਾਨ ਨੂੰ ਇਹ ਆਖਿਆ। ਹਨੂਮਾਨ ਨੂੰ ਦਿੱਤਾ ਉਪਦੇਸ਼ ਸੁਣ ਲਓ। ਹਨੂਮਾਨ ਸੂਖਮ ਰੂਪ 'ਚ ਉੱਥੇ ਨਿਵਾਸ ਕਰਦਾ ਸੀ। ਇਸ ਤਰ੍ਹਾਂ ਮਹਾਰਾਜ ਜੀ ਨੇ ਹਨੂਮਾਨ ਨੂੰ ਇਹ ਉਪਦੇਸ਼ ਦਿੱਤਾ ਕਿ ਮੈਨੂੰ ਸਰਬ ਵਿਆਪੀ ਜਾਣ ਕੇ ਜਿੰਨਾ ਚਿਰ ਮਨ ਦੇ ਵਿੱਚ ਵਿਚਾਰ ਨਹੀਂ ਕਰਦਾ, ਸਦਾ ਮਿਲਿਓ ਹਮ ਕੋ ਰਹਿ ਵਿਚਰਨ ਆਵੇ ਕਬ ਨਾਹੀ। ਉਹਨਾਂ ਚਿਰ ਇੱਕ ਖੰਡ ਦੇ ਵਿੱਚ ਵਿਛੜਿਆ ਰਹੇਗਾ, ਸਰਬ ਖੰਡੀ ਨਹੀਂ ਹੋ ਸਕੇਗਾ ਤੇ ਸਾਡੇ ਨਾਲ ਉਹ ਵਿਛੜਿਆ ਰਹੇਗਾ। ਜਦੋਂ ਮਨ ਦੇ ਵਿੱਚ ਸਾਨੂੰ ਸਰਬ ਵਿਆਪੀ ਜਾਣ ਕਰਕੇ ਵਿਚਾਰ ਕਰੇਗਾ ਤੇ ਫੇਰ ਜਿਹੜਾ ਤੂੰ ਜਾਣ ਲਵੇਂਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨੂਮਾਨ ਦੇਖ ਲਾ, ਜਿੰਨੇ ਵੀ ਸਰੀਰ ਦੇਖਣ ਦੇ ਵਿੱਚ ਆਉਂਦੇ ਹਨ ਇਹ ਸਾਰੇ ਦੇ ਸਾਰੇ ਸਰੀਰ ਨੇ ਜਿਹੜੇ ਸੀਤਾ ਨੇ ਧਾਰਨ ਕੀਤੇ ਆ, ਇਹ ਜਾਣ ਲਾ ਮਹਾਰਾਜ ਜੀ ਕਹਿੰਦੇ। ਕਿਉਂਕਿ ਮਾਇਆ ਦੁਆਰਾ ਕਹਿਣ ਤੋਂ ਭਾਵ ਕਿ ਮਾਇਆ ਸਵਲ ਬ੍ਰਹਮ, ਮਾਇਆ ਦੁਆਰਾ ਮਾਇਆ ਸੀਤਾ ਨੇ ਧਾਰਨ ਕੀਤੇ ਆ ਜਿੰਨੇ ਵੀ ਦਿਖਣ ਦੇ ਵਿੱਚ ਆਉਂਦੇ ਹਨ। ਕਿਉਂਕਿ ਸੀਤਾ ਆਉਂਦੀ ਜਾਂਦੀ ਰਹਿੰਦੀ ਹੈ, ਸੀਤਾ ਜਿਹੜੀ ਭੇਸ ਪਲਟਦੀ ਰਹਿੰਦੀ ਹੈ, ਸੀਤਾ ਜਿਹੜੀ ਚਲਦੀ ਰਹਿੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸੋ ਸੀਤਾ ਪੁਨ ਧਰ ਰਘੁਬੀਰੰ, ਉਸੇ ਸੀਤਾ ਨੇ ਹੀ ਮਹਾਰਾਜ ਜੀ ਕਹਿੰਦੇ ਮਾਇਆ ਸਵਲ ਸ਼ੁੱਧ ਬ੍ਰਹਮ ਆਤਮਾ ਰਾਮ ਦਾ ਸਰੂਪ ਧਾਰਨਾ ਕੀਤਾ। ਹਨੂਮਾਨ ਨੂੰ ਕਹਿੰਦੇ ਉਹ ਸੀਤਾ ਨੇ ਹੀ ਰਾਮ ਦਾ ਰੂਪ ਧਾਰਨ ਕੀਤਾ ਹੈ। ਉਹੀ ਜਿਹੜੀ ਸੀਤਾ ਹੈ ਮਹਾਰਾਜ ਕਹਿੰਦੇ ਹਨੂਮਾਨ, ਉਹ ਜਿਹੜੀ ਇਹ ਲక్ష్మణ ਬਣੀ ਹੈ। ਸਭ ਬਾਂਦਰ ਦਲ ਸੋ ਜਾਣਾ। ਇਹ ਬਾਂਦਰਾਂ ਸ਼ੇਰਾਂ ਦੇ ਦਲ ਨੇ ਜਿਹੜੇ ਸਾਰੇ, ਇਹ ਵੀ ਸੀਤਾ ਹੀ ਬਣੀ ਹੋਈ ਹੈ। ਸੀਤਾ ਮਾਇਆ ਸਬਲ ਬ੍ਰਹਮ, ਮਾਇਆ ਦੁਆਰਾ ਹੀ ਸਾਜੇ ਹਨ। ਬਾਲੀ ਜਾਮਵੰਤ ਪਹਿਚਾਨਾ। ਇਹ ਬਾਲੀ ਜਾਮਵੰਤ, ਇਹ ਕ੍ਰਿਸ਼ਨ, ਇਹ ਗੋਪੀਆਂ, ਇਹ ਸਾਰੇ ਜਿੰਨੇ ਵੀ ਜਿਹੜੇ ਬਣੇ ਹਨ। ਅੰਗਦ ਔਰ ਸੁਗਰੀਵ ਸੋ ਸੀਤਾ। ਅੰਗਦ ਸੁਗਰੀਵ ਇਹ ਸਾਰੇ ਸੀਤਾ ਮਾਇਆ ਦੁਆਰਾ ਹੀ ਸਾਜਣਾ ਕੀਤੇ ਆ ਹਨੂਮਾਨ। ਸਭ ਰਾਖਸ਼ ਤਨ ਤਨੀ ਕੀਤਾ। ਤੇ ਸੀਤਾ ਮਾਇਆ ਸਬਲ ਦੁਆਰਾ ਹੀ ਇਹ ਰਾਖਸ਼ਾਂ ਦੇ ਤਨ ਧਾਰੇ ਆ। ਮਾਇਆ ਦੁਆਰਾ ਹੀ ਇਹ ਜਿਹੜੇ ਰਾਖਸ਼ਾਂ ਦੇ ਸਾਰੇ ਸਰੀਰ, ਬੁਰਾ ਭਲਾ ਜਿਹੜਾ ਬੁਰਾ ਹੈ ਉਹ ਪ੍ਰਿਸ਼ਟ ਭਾਗ ਹੈ
ਤੇ ਜਿਹੜਾ ਚੰਗਾ ਹੈ ਉਹ ਅਗੇਤਰਾ ਭਾਗ ਹੈ। ਇਸ ਤਰ੍ਹਾਂ ਨਾਲ ਕਹਿੰਦੇ ਇਹ ਰੂਪ ਜਿਹੜਾ ਸੀਤਾ ਨੇ ਹੀ ਧਾਰਨਾ ਕੀਤਾ। ਰਾਵਣ ਆਦਿ ਵਿਭੀਖਣ ਸਭੀ, ਇਹ ਜਿਹੜੇ ਰਾਵਣ ਤੇ ਵਿਭੀਖਣ ਵੀ ਸਾਰੇ ਜਿਹੜੇ ਹਨ, ਮਨ ਸੀਤਾ ਧਾਰਤ ਲਖ ਅਭੀ, ਇਹ ਸਾਰੇ ਜਿਹੜੇ ਨਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨੂਮਾਨ ਸੀਤਾ ਨੇ ਹੀ ਰੂਪ ਧਾਰਨਾ ਕੀਤੇ ਹੈ, ਸੀਤਾ ਨੇ ਹੀ ਇਹ ਰੂਪ ਬਣਾਏ ਹਨ। ਬਿਨ ਸੀਤਾ ਕੇ ਕਹੋ ਨ ਔਰਾ, ਮਹਾਰਾਜ ਕਹਿੰਦੇ ਸੀਤਾ ਤੋਂ ਬਿਨਾਂ ਕਿਤੇ ਕੁਝ ਹੈ ਹੀ ਨਹੀਂ ਹੈ, ਜਾਂ ਬ੍ਰਹਮ ਹੈ ਜਾਂ ਮਾਇਆ। ਮਹਾਰਾਜ ਕਹਿੰਦੇ ਇਹਦੇ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ ਹੈ। ਜੋ ਆਵਤ ਸੋ ਸਭ ਡੋਰਾ, ਬਿਨ ਸੀਤਾ ਕੇ ਕਹੂੰ ਨਾ ਔਰਾ, ਕਿਤੇ ਹੋਰ ਸੀਤਾ ਤੇ ਬ੍ਰਹਮ ਤੋਂ ਬਿਨਾਂ ਕੁਝ ਦ੍ਰਿਸ਼ਟੀ ਗੋਚਰ ਹੀ ਨਹੀਂ। ਦ੍ਰਿਸ਼ਟ ਜੋ ਆਵਤ ਹੈ ਸਭ ਠੌਰਾ, ਜੋ ਵੀ ਦਿਖ ਰਿਹਾ ਜਾਂ ਨਹੀਂ ਦਿਖ ਰਿਹਾ। ਦੋਰਾ ਸੋ ਸੀਤਾ ਸਭ ਜਗ ਪਈ, ਸਤਿਆ ਲੇਕਰ ਰਾਮ, ਉਹੀ ਸਾਰੀ ਸੀਤਾ ਜਿਹੜੀ ਸਤਿਆ ਰਾਮ ਦੀ ਲੈ ਕਰਕੇ ਨਾ ਕਹਿੰਦੇ ਸੰਸਾਰ ਰੂਪ ਹੋਈ ਦਿਖ ਰਹੀ ਹੈ, ਜਿਹਨੂੰ ਕੁਦਰਤ ਆਖਦੇ ਹਨ। ਉਪਜਾਵਤ ਸਭ ਜਗਤ ਕਾ ਪੁਨ, ਭਾਰਤ ਸੁਖ ਧਾਮ, ਉਹੀ ਸੀਤਾ ਉਹਦੀ ਤਾਕਤ ਜਿਹੜੀ ਉਸ ਤੋਂ ਲੈ ਕਰਕੇ ਹੀ ਉਪਜਾਵਤ ਪੈਦਾ ਕਰਦੀ ਆ ਚਾਰਾਂ ਖਾਣੀਆਂ ਦੁਆਰਾ, ਤੇ ਉਹੀ ਇਹਨਾਂ ਦੇ ਖਾਣ ਖਾਦ ਖੁਰਾਕ ਦਾ ਉਪਲਬਧੀ ਕਰਵਾਉਂਦੀ ਹੈ। ਜੋ ਪਈ ਸੋ ਸੀਤਾ ਪੁਨ ਕਰਤ ਸੰਘਾਰਾ, ਫਿਰ ਉਹੀ ਸੀਤਾ ਜਿਹੜੀ ਆ ਉਹਨਾਂ ਦਾ ਸੰਘਾਰ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹੀ ਤਾਕਤ ਜਿਹੜੀ ਫਿਰ ਹੋਰ ਰੂਪ ਦੇ ਵਿੱਚ ਬਦਲ ਕਰਕੇ ਉਹਨਾਂ ਦਾ ਸੰਘਾਰ ਕਰ ਦਿੰਦੀ ਹੈ। ਪਾਏ ਕਰੇ ਸਭ ਕਰ, ਕਿਉਂਕਿ ਰਾਮ ਦੀ ਤਾਕਤ ਨੂੰ ਪਾ ਕਰਕੇ ਉਹ ਸੀਤਾ ਜਿਹੜੀ ਹੈ ਸਾਰੇ ਕੰਮ ਕਰਦੀ ਹੈ, ਸੰਸਾਰ ਚੱਲਦਾ ਹੈ। ਰਾਮ ਵਿਆਪਕ ਸਭ ਕੇ ਮਾਹੀ, ਕਿਉਂਕਿ ਸਾਰੀ ਸੀਤਾ ਦੇ ਵਿੱਚ ਵੀ ਰਾਮ ਵਿਆਪਕ ਹੈ। ਜਿਵੇਂ ਰਜੋਗੁਣ ਸਤੋ ਦਾ ਪੂਰਕ ਹੈ, ਸਤੋ ਤਮੋ ਦਾ ਪੂਰਕ ਹੈ। ਇਸ ਤਰ੍ਹਾਂ ਨਾਲ ਕਹਿੰਦੇ ਇਹ ਤਿੰਨ ਤਾਰਾਂ ਜਿਵੇਂ ਹੁੰਦੀਆਂ, ਇੱਕ ਪੀਲੀ ਜੀ ਹੁੰਦੀ ਹੈ, ਇੱਕ ਹਰੀ ਜੀ, ਇੱਕ ਲਾਲ ਹੁੰਦੀ ਹੈ, ਤੇ ਇਸ ਤਰ੍ਹਾਂ ਨਾਲ ਇਹ ਤਿੰਨ ਗੁਣ ਹਨ। ਬਿਨ ਵਿਆਪਕ ਕੋ ਘਟ ਨਾਹੀ, ਬਿਨਾਂ ਸੀਤਾ ਤੇ ਰਾਮ ਦੇ ਵਿਆਪਕ ਹੋਣ ਤੋਂ ਕੋਈ ਘਾਟ, ਕੋਈ ਹਿਰਦਾ ਤੇ ਕੋਈ ਥਾਂ ਨਹੀਂ ਹੈ। ਮਹਾਰਾਜ ਜੀ ਕਹਿੰਦੇ ਹਨ। ਸੀਤਾ ਹੈ ਜਾਂ ਰਾਮ, ਸੱਚੇ ਪਾਤਸ਼ਾਹ ਕਹਿੰਦੇ ਜਾਂ ਸੀਤਾ ਹੈ ਜਾਂ ਰਾਮ ਹੈ, ਇਹ ਦੇਖ ਲਾ ਤੂੰ ਹਨੂਮਾਨ। ਨਹਿ ਤੀਸਰ ਕੋ ਚੀਨੋ ਨਾਮ, ਨਹਿ ਤੀਸਰ ਕੋ ਚਿੰਨ੍ਹੋ ਨਾਮ, ਤੀਜਾ ਕੋਈ ਕਹਿੰਦੇ ਹੈ ਹੀ ਨਹੀਂ ਹੈ। ਕਹਿੰਦੇ ਜਾਂ ਸੀਤਾ ਹੈ ਜਾਂ ਰਾਮ ਹੈ। ਮ੍ਰਿਦੁਲ ਬੈਨ ਸੁਣ ਕੇ ਹਨੂਮਾਨ, ਮਹਾਰਾਜ ਜੀ ਦੇ ਸਾਰੇ ਗੂੜ ਬਚਨ ਜਿਹੜੇ ਮ੍ਰਿਦਲ ਮਿੱਠੇ ਸੁਣ ਕਰਕੇ ਹਨੂਮਾਨ ਕੰਨਾਂ ਦੇ ਵਿੱਚ ਇਹ ਉਪਦੇਸ਼ ਕੀਤਾ ਮਹਾਰਾਜ ਜੀ ਨੇ। ਪ੍ਰੇਮ ਮਗਨ ਹਿਰਦੇ ਹਰ ਖੰਨਾ, ਤੇ ਪ੍ਰੇਮ ਮਗਨ ਹੋ ਕਰਕੇ ਬੜਾ ਪ੍ਰਸੰਨ ਚਿੱਤ ਹੋ ਗਿਆ, ਉਹਦੇ ਮਨ ਦੇ ਵਿੱਚ ਬੜਾ ਟਿਕਾ ਆ ਗਿਆ, ਸ਼ਾਂਤੀ ਆ ਗਈ ਹੈ। ਸਤਿ ਸਤਿ ਤੁਮ ਦਿਰਾ ਅਲਾਈ, ਕਹਿੰਦਾ ਮਹਾਰਾਜ ਜੀ ਸੱਤ ਤੁਸੀਂ ਜਿਹੜੀ ਬਿਲਕੁਲ ਸੱਤ ਗੱਲ ਆਖੀ, ਬਿਲਕੁਲ ਸੱਚ ਹੈ, ਪੱਥਰ ਤੇ ਲਕੀਰ ਜਿਵੇਂ ਆਖੀਏ। ਆਪਣੇ ਨਿਕਟ ਰੱਖੋ ਰਬ ਰਾਈ, ਸੱਚੇ ਪਾਤਸ਼ਾਹ ਜੀ ਇਹ ਮੈਨੂੰ ਆਪਣੇ ਨਾਲ ਹੀ ਹੁਣ ਰੱਖਣਾ ਕਰੋ। ਕਹਿਣ ਲੱਗਾ ਇਹ ਰਾਮ ਜੀ, ਰਾਮ ਦਾ ਸਰੂਪ ਦਿਖਾਇਆ ਨਾ, ਕਹਿੰਦੇ ਰਾਮ ਜੀ ਹੁਣ ਮੈਨੂੰ ਆਪਦੇ ਨਾਲ ਹੀ ਰੱਖਣਾ ਕਰੋ। ਨਾਮ ਵੇਖ ਸ੍ਰੀ ਨਾਨਕ ਕਹਾ, ਰਾਮ ਦੇ ਰੂਪ ਚ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਹਨੂਮਾਨ ਨੂੰ। ਕਥਾ ਕੀਰਤਨ ਹੋਵਤ ਜਹਾਂ, ਕਹਿੰਦੇ ਭਾਈ ਜਿੱਥੇ ਕਥਾ ਕੀਰਤਨ ਹੋਵੇ, ਕਥਾ ਕੀਰਤਨ ਹੋਵਤ ਜਹਾਂ, ਕਹਿੰਦੇ ਭਾਈ ਹਨੂਮਾਨ ਜਿੱਥੇ ਕਥਾ ਕੀਰਤਨ ਹੁੰਦਾ ਹੋਵੇ, ਤਹਾਂ ਬਸਤ ਹੋ ਮੈਂ ਸਦਾ ਸੁਨੋ ਪ੍ਰੀਤ ਕਰ ਜਾਏ, ਉੱਥੇ ਜਾ ਕਰਕੇ ਮੇਰੀ ਗੱਲ ਸੁਣਿਆ ਕਰ, ਮੈਂ ਪ੍ਰੀਤ ਦੇ ਨਾਲ ਉੱਥੇ ਵਸਦਾ, ਉੱਥੋਂ ਪ੍ਰੀਤ ਦੇ ਨਾਲ ਮਿਲਦਾ ਹਾਂ। ਇਹ ਵਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਨੂਮਾਨ ਨੂੰ ਆਖਿਆ। ਨਿਕਟ ਰਹਿਣ ਫਲ ਹੋਤ ਹੈ, ਸਤ ਸੰਗਤ ਮਨ ਲਾਏ, ਕੋਈ ਜਿੰਨਾ ਸਤ ਸੰਗਤ ਦੇ ਵਿੱਚ ਮਨ ਲਾਉਂਦਾ ਮਹਾਰਾਜ ਕਹਿੰਦੇ ਉਹਨਾਂ ਮੇਰੇ ਨੇੜੇ ਹੋ ਜਾਂਦਾ ਹੈ। ਸੋਚੋ ਪਈ ਅਬ ਤੁਮ ਜਾਣਾ ਹੋ ਜਿਹਤੇ ਆਇਓ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨੂਮਾਨ ਅਬ ਤੁਮ ਜਾਵੋ ਜਹਤੇ ਆਇਓ। ਇਹ ਬਚਨ ਜਿਹੜਾ ਕਮਾਇਆ ਕਰ ਸਤ ਸੰਗਤ ਦਾ ਫਲ ਪ੍ਰਤਾਪ ਦਿੱਤਾ। ਕਹਿੰਦੇ ਇਸ ਤਰ੍ਹਾਂ ਨਾਲ ਜਿੱਧਰੋਂ ਆਏ ਹੋ ਉਧਰ ਹੀ ਜਾ ਕੇ ਆਪਣਾ ਟਿਕਾਣਾ ਮੱਲ ਲਓ। ਹਨੂਮਾਨ ਸਦਾਇਓ, ਵੰਦਨਾ ਕਰਕੇ ਹਨੂਮਾਨ ਚਲਿਆ ਗਿਆ। ਮਹਾਰਾਜ ਜੀ ਤੋਂ ਇਹ ਸਿੱਖਿਆ ਪਾ ਕਰਕੇ ਹੁਕਮ ਦੇ ਵਿੱਚ ਰਾਵਣ ਕੀ ਚਿਖਾ ਵਸਾਲਾ, ਜਿੱਥੇ ਰਾਵਣ ਦੀ ਚਿਖਾ ਬਣੀ ਹੋਈ, ਬਹੁਤ ਸੋਹਣਾ ਮਹਿਲ ਪਾਇਆ ਹੋਇਆ ਉੱਪਰ, ਤਹਾਂ ਜਾਏ ਪਹੁੰਚੋ ਤਤਕਾਲ, ਜਾ ਕਰਕੇ ਆਪਦਾ ਪਹਿਰਾ ਉੱਥੇ ਦੇਣਾ ਕੀਤਾ ਹੈ। ਕਥਾ ਕੀਰਤਨ ਜਹ ਜਹ ਹੋਏ, ਫਿਰ ਮਹਾਰਾਜ ਦੇ ਬਚਨ ਅਨੁਸਾਰ ਜਿੱਥੇ ਜਿੱਥੇ ਕਥਾ ਕੀਰਤਨ ਹੁੰਦਾ ਉੱਥੇ ਜਾਂਦਾ ਹੈ ਸੁਣਨ ਵਾਸਤੇ। ਦੂਸਰ ਧਨ ਘਰ ਸੁਨ ਹੈ ਸੋਏ, ਫਿਰ ਹੋਰ ਰੂਪ ਧਾਰ ਕੇ ਕਹਿੰਦੇ ਚਲਿਆ ਜਾਂਦਾ ਹਨੂਮਾਨ, ਜਿਹੜਾ ਹੋਰ ਰੂਪ ਧਾਰ ਕੇ ਕਥਾ ਕੀਰਤਨ ਸੁਣਨ ਵਾਸਤੇ ਚਲਿਆ ਜਾਂਦਾ ਹੈ। ਸਰੂਪ ਸ੍ਰੀ ਨਾਨਕ ਕੀਨੋ,
ਇਸ ਤਰ੍ਹਾਂ ਮਹਾਰਾਜ ਜੀ ਨੇ ਹਨੂਮਾਨ ਭੀਸ਼ਣ ਇਹਨਾਂ ਸਾਰਿਆਂ ਨੂੰ ਉਪਦੇਸ਼ ਦਿੱਤਾ। ਐਸਾ ਸਰੂਪ ਫਿਰ ਪਹਿਲੇ ਸਰੂਪ ਦੇ ਵਿੱਚ ਆ ਗਏ ਹਨ। ਇਸ ਤਰ੍ਹਾਂ ਮਰਦਾਨਾ ਕਹਿੰਦਾ ਮੈਂ ਮਰਦਾਨਾ ਤੇ ਬਾਲਾ ਬਾਲਾ ਬਣ ਗਿਆ। ਦੋਹਰਾ ਵਿਦਾ ਵਿਵੇਕਨ ਤੇ ਪਏ ਚਲੇ ਅਪਰਸਥਾਨ। ਇਸ ਤਰ੍ਹਾਂ ਵਿਭੀਖਣ ਤੋਂ ਲੰਕਾ ਦੇ ਵਿੱਚੋਂ ਇੰਨਾ ਪ੍ਰਸੰਗ ਕਰਕੇ ਪ੍ਰਸੰਗ ਪੂਰਾ ਕਰ ਦਿੱਤਾ। ਕਹਿੰਦੇ ਚਲੇ ਗਏ ਹੋਰ ਥਾਂ ਤੇ ਮਹਾਰਾਜ ਤਾਰਨ ਵਾਸਤੇ ਪਹੁੰਚਦੇ ਆ। ਹੋਰ ਥਾਂ ਤੇ ਸੱਚੇ ਪਾਤਸ਼ਾਹ ਜੀ ਜਾਂਦੇ ਹਨ। ਕਰ ਸੰਤੋਖ ਸਿੰਘ ਬੰਦਨਾ ਪੂਰਨ ਧਿਆਨ ਪੁਛਾਇ। ਕਹਿੰਦੇ ਮੈਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਬੰਦਨਾ ਨਮਸਕਾਰ ਕਰਦਾ ਹਾਂ। ਐਸੇ ਗੁਰੂ ਨਾਨਕ ਦੇਵ ਮਹਾਰਾਜ ਪੂਰਨ ਅਧਿਆਏ ਹੁੰਦਾ ਹੈ। ਕਹਿੰਦੇ ਸੰਪੂਰਨ ਹੋ ਗਿਆ ਇੱਥੇ 18ਵਾਂ ਅਧਿਆਏ। ਸ੍ਰੀ ਬਾਲਾ ਸੰਦੂਰ ਬਾਜ ਮੰਗਲ ਮੰਗਲ ਪੜੋ। ਦੋਹਰਾ ਤਮ ਅਗਿਆਨ ਬਿਨ ਸ਼ਨੀ ਦੇਤ ਗਿਆਨ ਉਰਦੈਨ। ਹਾਂ ਇਹ ਫਿਰ ਹੁਣ 19ਵਾਂ ਅਧਿਆਏ ਲਿਖਦੇ ਹਨ ਨਾ। 18 ਅਧਿਆਏ ਪੂਰੇ ਹੋ ਗਏ ਆ। ਅੱਗੇ ਪਲਖ ਦੇਸ਼ ਛਾਲਮਲੀ ਇਹ ਜਿਹੜਾ ਕੁਛ ਇਹ ਹੁਣ 7 ਦੀਪਾਂ ਦੀ ਸੈਰ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਕਰਦੇ 7 ਦੀਪਾਂ ਦੇ ਵਿੱਚ ਅਨੇਕਾਂ ਲੋਕਾਂ ਨੂੰ ਮਿਲਦੇ ਆ। ਕਹਿੰਦੇ ਇਹ ਬਾਣੀ ਦਾ ਇੱਕ ਨਾਂ ਸਰਸਵਤੀ ਹੈ ਜਿਹੜੀ ਆਨੰਦ ਦੇਣ ਵਾਲੀ, ਜਿਹਨੂੰ ਸੁਣ ਕਰਕੇ ਆਨੰਦ ਪ੍ਰਾਪਤ ਹੋਵੇ, ਗਿਆਨ ਪ੍ਰਾਪਤ ਹੋਵੇ, ਬਿਰਤੀ ਟਿਕਾ ਦੇ ਵਿੱਚ ਆ ਜਾਵੇ ਤੇ ਉਹਨੂੰ ਕਹਿੰਦੇ ਹਨ ਸਰਸਵਤੀ। ਇਸ ਤਰ੍ਹਾਂ ਇਹ ਜਿਹੜੀ ਅਗਿਆਨ ਨੂੰ ਦੂਰ ਕਰਕੇ ਗਿਆਨ ਦੇਣ ਵਾਲੀ ਹੈ। ਭਾਵ ਬੁੱਧੀ ਰੂਪ ਨੇਤਰ ਦੇ ਵਿੱਚ ਅਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਪ੍ਰਦਾਨ ਕਰਦੀ ਹੈ। ਸ੍ਰੀ ਸਰਸਵਤੀ ਸਮਤ ਦਾ ਜੈ ਜੈ ਬਸਿਆ ਬੈਨ। ਮੇਰੇ ਬਚਨਾਂ ਮੇਰੀ ਬੋਲੀ ਮੇਰੇ ਲਫ਼ਜ਼ਾਂ ਦੇ ਵਿੱਚ ਵਸੋ, ਕਿਰਪਾ ਕਰੋ ਹਿਰਦੇ ਦੇ ਵਿੱਚ। ਸੋ ਮੈਂ ਇਹ ਜਿਹੜਾ ਨਮਸਕਾਰ ਕਰਕੇ ਕਹਿੰਦੇ ਜੈ ਸਦਾ ਆਨੰਦ ਸਰੂਪ ਸਦਾ ਜੈ ਦੇਣ ਵਾਲੀ ਕਹਿੰਦੇ ਉਹ ਸਰਸਵਤੀ ਇਹ ਬਾਣੀ ਇਹ ਜਿਹੜਾ ਛੰਦਬੰਧਤਾ ਨਾਲ ਸੰਪੂਰਨ ਕਰਾਂ। ਸ੍ਰੀ ਬਾਲਾ ਸੰਦੂਰ ਵਾਚ। ਇਸ ਤਰ੍ਹਾਂ ਭਾਈ ਬਾਲਾ ਜੀ ਅੱਗੇ ਉਚਾਰਨ ਕਰਦੇ ਆ ਲਿਖਾਉਂਦੇ ਹਨ। ਚੌਪਈ ਕਹਿ ਬਾਲਾ ਸ੍ਰੀ ਅੰਗਦ ਪਾਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੱਗੇ ਭਾਈ ਬਾਲਾ ਜੀ ਹੋਰ ਅੱਗੇ ਦੱਸਦੇ ਹਨ। ਰੁਜਿਰ ਕਥਾ ਸੁਣੀਐ ਸਭਰਾਸੀ। ਇਹ ਸੁਖਾਂ ਦਾ ਘਰ ਜਿਹੜੀ ਕਥਾ ਕਹਿੰਦੇ ਅੱਗੇ ਹੋਰ ਮਹਾਰਾਜ ਜੀ ਸੁਣਨਾ ਕਰੋ। ਸ੍ਰੀ ਗੁਰੂ ਸੋ ਬੋਲਿਓ ਮਰਦਾਨਾ। ਅੱਗੇ ਮਰਦਾਨੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਚਨ ਕੀਤਾ ਸਭ ਹੀ ਦੀਪ ਦਿਖਾਓ ਮਹਾਨਾ। ਕਿ ਮਹਾਰਾਜ ਜੀ ਸਾਨੂੰ ਹੁਣ 9 ਖੰਡਾਂ ਤੋਂ ਬਾਅਦ 7 ਦੀਪਾਂ ਦੀ ਸੈਰ ਕਰਵਾਓ। ਇਹ ਲਾਲਚ ਮੇਰੇ ਮਨ ਮਾਹੀ। ਮੇਰੇ ਮਨ 'ਚ ਲਾਲਸਾ ਲਾਲਚ ਹੈ ਵੀ ਮੈਂ ਜਿਹੜਾ ਉਮਰ ਪਤਾ ਨਹੀਂ ਕਿੰਨੀ ਕੁ ਹੈ ਤੇ ਉਹ ਉਮਰ ਦੇ ਵਿੱਚ ਰਹਿੰਦਿਆਂ ਮੈਂ ਇਹਨਾਂ 7 ਦੀਪਾਂ ਨੂੰ ਵੀ ਦੇਖ ਲਵਾਂਗੇ ਕਿਹੜੇ ਕਿਹੜੇ 7 ਦੀਪ ਹਨ। ਦੇਖੋ 7 ਦੀਪ ਜੋ ਆਹੀ। ਇਸ ਕਰਕੇ ਛੇਤੀ ਛੇਤੀ ਮੈਨੂੰ ਮਹਾਰਾਜ ਜੀ 7 ਦੀਪ ਜਾ ਕੇ ਉੱਥੋਂ ਦੇ ਲੋਕ ਉੱਥੋਂ ਦਾ ਸਾਰਾ ਮੈਨੂੰ ਦਿਖਾਓ ਜੀ। ਸਰਬ ਪ੍ਰਕਾਰ ਸਮਰੱਥ ਸੁਆਮੀ। ਕਿਉਂਕਿ ਮਹਾਰਾਜ ਤੁਸੀਂ ਸਾਰੇ ਪ੍ਰਕਾਰ ਨਾਲ ਸਮਰੱਥ ਹੋ। ਤੁਹਾਨੂੰ ਕਿਹੜਾ ਕੋਈ ਵੀਜ਼ਾ ਲੈਣ ਦੀ ਲੋੜ ਹੈ। ਆਪ ਜੀ ਜਿੱਥੇ ਮਰਜ਼ੀ ਜਾ ਸਕਦੇ ਹੋ, ਵੈਸਾ ਸਰੂਪ ਧਾਰ ਸਕਦੇ ਹੋ। ਜੇ ਜਾਓ ਤਹਿ ਤੁਮ ਗਾਮੀ। ਜਿੱਧਰ ਜਾਓ ਕੋਈ ਤੁਹਾਨੂੰ ਰੋਕ ਦਿੱਕਤ ਕੋਈ ਥੋੜੀ ਕਰ ਸਕਦਾ ਹੈ। ਮਹਾਰਾਜ ਜਿੱਥੇ ਜਾਓ ਜਾ ਸਕਦੇ ਹੋ। ਸੁਣ ਕੇ ਬੋਲੇ ਕਿਰਪਾ ਨਿਧਾਨਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿੰਦੇ ਇਸ ਪ੍ਰਕਾਰ ਅੱਗੇ ਬਚਨ ਕੀਤਾ। ਉੱਤਮ ਜੰਬੂ ਦੀਪ ਮਹਾਨਾ। ਮਹਾਰਾਜ ਕਹਿੰਦੇ ਪਹਿਲਾ ਦੀਪ ਜੰਬੂ ਦੀਪ ਕਿਹਾ ਜਾਂਦਾ ਹੈ। ਕਹਿੰਦੇ ਜੰਬੂ ਦੀਪ ਜਿਹੜਾ ਹੈ ਪਹਾੜੀ ਇਲਾਕਾ ਉਸ ਦਾ ਵਰਣਨ ਕਰਦੇ ਹਨ। ਲੱਖ ਯੋਜਨ ਇਸ ਕੋ ਵਿਸਤਾਰੂ। ਲੱਖ ਯੋਜਨ ਤੱਕ ਕਹਿੰਦੇ ਭਾਵ 4 ਲੱਖ ਕਿਲੋਮੀਟਰ ਤੱਕ ਦਾ ਭਾਵ ਇਹਦਾ ਜਿਹੜਾ ਏਰੀਆ ਹੈ। ਇਸ ਤਰ੍ਹਾਂ ਸਾਰਾ ਇਹਦਾ ਵਰਣਨ ਕੀਤਾ। ਸਭ ਦੀਪਨ ਕੇ ਰੱਖੋ ਹਜ਼ਾਰੂ। ਇਹ ਸਾਰੇ ਦੀਪਾਂ 7 ਦੀਪਾਂ ਦੇ ਵਿੱਚ ਹੈ। ਕਹਿੰਦੇ ਜਿਹੜਾ ਸੁਮੇਰ ਪਰਬਤ ਹੈ ਇਹ ਜਿਹੜਾ ਇਹਦਾ ਧੁਰਾ ਹੈ ਇਹਦੇ ਵਿੱਚ ਹੈ। ਕਹਿੰਦੇ ਇਹ ਕੇ ਬੀਚ ਮੇਰ ਗਿਰ ਛਾਜੇ। ਤੇ ਇਹਦੇ ਵਿੱਚ ਏਕੇ ਵਿੱਚ ਮੇਰ ਗਿਰ ਛਾਜੇ। ਕਹਿੰਦੇ ਸੁਮੇਰ ਪਰਬਤ ਵੀ ਇਸ ਦੇ ਵਿੱਚ ਆ ਜਾਂਦਾ ਹੈ। ਕਮਲ ਵਿਖੇ ਜਿਉ ਪੋਸ਼ ਬਿਰਾਜੇ। ਜਿਵੇਂ ਕਮਲ ਇਹਨਾਂ ਦੀ ਬਣਤਰ ਇਸ ਤਰ੍ਹਾਂ ਦੀ ਹੈ ਜੰਬੂਦੀਪ ਦੀ, ਜਿਵੇਂ ਜੇ ਕਹਿੰਦੇ ਕਮਲ ਦੇ ਵਿੱਚ ਕਮਲ ਦੀ ਡੋਡੀ ਬਿਰਾਜਦੀ ਹੈ। ਇਸ ਤਰ੍ਹਾਂ ਦਾ ਇਹ ਜਿਹੜਾ ਇਹਦਾ ਵਰਣਨ ਕੀਤਾ ਹੈ। ਯੋਜਨ ਲਾਭ ਜਾਣਿਐ ਮੇਰੂ। ਇਹ ਜਿਹੜਾ ਸੁਮੇਰ ਪਰਬਤ ਵੀ ਲੱਖ ਯੋਜਨ ਕਹਿੰਦੇ ਸਾਰਾ ਹੈ। ਇਸ ਦਾ ਲੱਖ ਯੋਜਨ ਕਥਨ ਕੀਤਾ ਹੈ। ਕਛ ਚਿਤ ਮੈਂ ਕਛ ਉਪਰ ਹੇਰੂ। ਕਹਿੰਦੇ ਕੁਛ ਮਿਲ ਰਿਹਾ ਹੋਇਆ, ਕੁਛ ਆਕਾਸ਼ ਵੱਲ ਉੱਚਾ ਹੈ ਤੇ ਕੁਛ ਬਹੁਤ ਜ਼ਿਆਦਾ ਧਰਤੀ ਦੇ ਵਿੱਚ ਗੱਡਿਆ ਹੋਇਆ ਹੈ। ਧਰ ਜਮਨ ਤੇ ਜੰਬੂ ਗਾਏ। ਕਹਿੰਦੇ ਜੰਬੂ ਨਾਂ ਹੈ ਜਿਹੜਾ ਉਹ ਜਾਮਣਾ ਦੇ ਬਾਗ ਤੋਂ ਪਿਆ, ਜਾਮਣ ਦੇ ਬੀਜ ਤੋਂ ਕਹਿੰਦੇ ਇਹਦਾ ਨਾਂ ਜੰਬੂ ਪਿਆ ਹੈ। ਨਵ ਖੰਡ ਜੋ ਤੁਝੇ ਦਿਖਾਏ। ਦੂਜੇ ਪਾਸੇ ਇਤਿਹਾਸਕਾਰ ਕਹਿੰਦੇ ਆ ਵੀ ਜਾਮਵੰਤ ਤੋਂ ਜੰਬੂ ਨਾਂ ਪਿਆ ਹੈ। ਜਾਮਵੰਤ ਜਿਹੜਾ ਤੇ ਫਿਰ ਇਤਿਹਾਸ ਕਹਿੰਦਾ ਵੀ ਜਾਮਵੰਤ ਨੇ ਆਪਦੀ ਪਿਆਰੀ ਸੋਪ੍ਰਿਆ ਨਾਮੇ ਉਹਦੀ ਰਾਣੀ ਸੀ ਉਹਦੇ ਵਾਸਤੇ ਜਾਮਣਾ ਦਾ ਬਾਗ ਲਾਇਆ।
ਇਸ ਕਰਕੇ ਕਹਿੰਦੇ ਉਹਦਾ ਨਾਂ ਜਿਹੜਾ ਜੰਬੂ ਪਿਆ, ਦੋਨਾਂ ਕਾਰਨਾਂ ਕਰਕੇ ਜਿਹੜੇ ਕਹਿੰਦੇ ਵੀ ਉਹਦਾ ਨਾਂ ਜੰਬੂ ਪਿਆ, ਜੰਬੂਦੀਪ ਇਸ ਤਰ੍ਹਾਂ ਆਖਿਆ। ਕਹਿੰਦੇ ਇਸ ਤਰ੍ਹਾਂ ਨਾਲ ਤਰ ਜਾਮਨ ਤੇ ਜੰਬੋ ਗਾਏ, ਕਹਿੰਦੇ ਇਸ ਤਰ੍ਹਾਂ ਨਾਲ ਇਹਦਾ ਨਾਂ ਜੰਬੂਦੀਪ ਆਖਿਆ ਜਾਂਦਾ ਹੈ। ਤਹਿ ਭਾਰਤ ਖੰਡ ਹੈ ਜੋ, ਕਹਿੰਦੇ ਜਿਹੜੇ 9 ਖੰਡ ਸਾਰੇ ਤੈਨੂੰ ਪਹਿਲਾਂ ਦਿਖਾਏ ਹਨ ਤੇ ਉਹਨਾਂ ਦੇ ਵਿੱਚ ਜਿਹੜਾ ਭਾਰਤ ਖੰਡ ਕਥਨ ਕੀਤਾ ਹੈ। ਧਰਾ ਬੀਜ ਕੀ ਜਾਨੋ ਸੋ, ਇਹ ਸਾਰੀ ਜਿਹੜੀ ਵਿੱਚ ਦੀ ਧਰਤੀ ਹੈ ਉਸ ਦੇ ਵਿੱਚ ਹੀ ਇਹ ਜਿਹੜਾ ਜੰਬੂਦੀਪ ਆਇਆ ਹੈ। ਪੁਨਿਆ ਜਗੈ ਤਪ ਕਰ ਬੜੇ ਪਰਖੰਡ ਹੈ ਥਾਨ, ਭਾਰਤ ਖੰਡ ਦੇ 7ਵੇਂ ਪਹਿਲੇ ਦੀਪ ਇਸ ਜੰਬੂਦੀਪ ਦੇ ਖੇਤਰਫਲ ਦੇ ਵਿੱਚ ਜਿਹੜਾ ਕੋਈ ਪੁੰਨ ਤਪ ਕਰਕੇ ਨਾਮ ਜਪ ਕੇ ਜਾਂ ਜੋ ਵੀ ਬੁਰਾ ਚੰਗਾ ਕਰਕੇ ਕਹਿੰਦੇ ਦੁਬਾਰਾ ਫਿਰ ਸਰੀਰ ਨੂੰ ਧਾਰਦਾ ਹੈ, ਖੰਡ ਅਨ ਜੈ ਸੋ ਭੋਗੇ ਭੋਗ ਮਹਾਨ, ਉਹ ਕਹਿੰਦੇ ਹੋਰਾਂ ਦੇਸ਼ਾਂ ਤੇ ਹੋਰਾਂ ਥਾਵਾਂ ਤੇ ਜਾ ਕੇ ਸੁੱਖ ਪ੍ਰਾਪਤ ਕਰਦਾ ਹੈ। ਉਹ ਧਰਤੀ ਹੈ ਜਿਹੜੀ ਜੰਬੂਦੀਪ ਦੀ ਭਾਰਤ ਖੰਡ ਦੇ ਵਿੱਚ। ਚੌਪਈ ਤੀਰੋ ਕਹਿਓ ਨਾ ਮੋਰੋ ਕੈਸੇ, ਇਹਦੇ ਸਤਿਗੁਰੂ ਨਾਨਕ ਦੇਵ ਮਹਾਰਾਜ ਭਾਈ ਤੇਰਾ ਕਿਹਾ ਨਹੀਂ ਮੋੜਦੇ, ਚਲੋ ਤੈਨੂੰ ਜਾ ਕਰਕੇ ਸਾਰੇ 7 ਦੀਪ ਵੀ ਦਿਖਾਉਂਦੇ ਹਾਂ। ਦਿਖਾਓ ਹੈ ਉਹ ਜੈਸੇ, ਜਿਵੇਂ ਜਿਵੇਂ ਦੇ ਉੱਥੋਂ ਦੇ ਲੋਕ ਨੇ ਤੇ ਪਹਿਲਾਂ ਜੰਬੂਦੀਪ ਦਾ ਇਹ ਥੋੜਾ ਵਰਣਨ ਡਿਟੇਲ ਦਿੱਤਾ। ਕਹਿੰਦੇ ਜੰਬੂਦੀਪ ਦੇ ਵਿੱਚ ਮਹਾਰਾਜ ਜੀ ਲੈ ਗਏ ਹਨ ਇਹਨਾਂ ਨੂੰ, ਸ੍ਰੀ ਗੁਰੂ ਚਲੇ ਕਰੀ, ਇਸ ਤਰ੍ਹਾਂ ਚਲੇ ਗਏ ਅੱਗੇ। ਕਹਿੰਦੇ ਥੋੜਾ ਜਿਹਾ ਕੁਝ ਕੁ ਦਿਨਾਂ ਦਾ ਸਫ਼ਰ, ਉਹਨਾਂ ਨੂੰ ਕਿਹੜਾ ਥਕੇਵਾ ਹੋਣਾ ਸੀ, ਆਪ ਪਾਰ ਬ੍ਰਹਮ ਕਰਤਾਰ, ਤੇ ਕਹਿੰਦੇ ਇਸ ਤਰ੍ਹਾਂ ਚਲੇ ਗਏ ਹਨ। ਇਸ ਸਮੁੰਦਰ ਕੇ ਪਹੁੰਚੇ ਪਰੀ, ਇੱਕ ਥਾਂ ਤੇ ਬੜੇ ਵੱਡੇ ਸਮੁੰਦਰ ਨੂੰ ਪਾਰ ਕਰਕੇ, ਜਪ ਜੋਜਨ ਮੋਥੋ ਵਿਸਤਾਰ, ਕਹਿੰਦੇ ਸਮੁੰਦਰ ਦਾ ਵਿਸਥਾਰ ਲੱਖ ਯੋਜਨ ਦਾ ਸੀਗਾ, ਇਸ ਤਰ੍ਹਾਂ ਨਾਲ ਆਖਦੇ ਹਨ। ਪਾਰ ਗਏ ਜਹ ਲਾਗੀ ਵਰ, ਪਰ ਮਹਾਰਾਜ ਜੀ ਨੂੰ ਕਹਿੰਦੇ ਉਹਦੇ ਪਾਰ ਜਾਣ ਤੇ ਕਹਿੰਦੇ ਭੋਰਾ ਵੀ ਟਾਈਮ ਨਹੀਂ ਲੱਗਾ, ਐਂ ਹੀ ਪਹੁੰਚ ਗਏ ਹਨ। ਪਲਖ ਦੀਪ ਮੈਂ ਬੈਠੇ ਜਾਏ, ਪਹਿਲਾਂ ਜਾ ਕਰਕੇ ਮਹਾਰਾਜ ਜੀ ਨੇ ਜੰਬੂਦੀਪ ਤੋਂ ਪਲਖ ਦੀਪ ਦੇ ਵਿੱਚ ਮਰਦਾਨੇ ਨੂੰ ਦਰਸ਼ਨ ਕਰਵਾਏ ਹਨ। ਹਰ ਪਿਲਖਣ ਕੇ ਨਾਮ ਸਦਾਏ, ਪਿਲਖਣ ਨਾਮ ਹੈ ਸਾਧ ਸੰਗਤ ਜੀ ਗੁੱਲਰ ਦਾ, ਗੁੱਲਰ ਦੇ ਕਰਕੇ ਇਹਦਾ ਜਿਹੜਾ ਪਲਖ ਦੀਪ ਨਾਂ ਪਿਆ ਹੈ। ਆਦਿਕ ਨਰਨ ਕੋ ਰਜ ਸਰੂਪਾ, ਇੱਥੋਂ ਦੇ ਲੋਕਾਂ ਦੇ ਬੜੇ ਚੰਗੇ ਜਿਹੜੇ ਸਰੂਪ ਹਨ, ਸੁਖ ਭੋਗੇ ਜਿਜ ਮਨ ਅਨਰੂਪਾ, ਤੇ ਅਨੇਕ ਪ੍ਰਕਾਰ ਦੇ ਸੁੱਖ ਆਪਣੇ ਮਨ ਦੇ ਅਨੁਸਾਰ ਇਸ ਪਲਖ ਦੀਪ ਦੇ ਵਿੱਚ ਭੋਗਦੇ ਆ। ਵੈਸ ਸਭਨ ਕੀ ਵਰਖ ਹਜ਼ਾਰੂ, 1,000 ਸਾਲ ਕਹਿੰਦੇ ਇਹਨਾਂ ਦੀ ਜਿਹੜੀ ਉਮਰ ਹੈ। ਆ ਜਿਵੇਂ ਆ ਬਲੋਚਿਸਤਾਨ ਲੋਕਾਂ ਦੀ ਦੇਖੋ 100 ਸਾਲ ਦੇ ਹੋ ਕੇ ਵੀ ਐਂ ਲੱਗਦੇ ਆ ਜਿਵੇਂ 30 ਸਾਲ ਦੇ ਹੁੰਦੇ ਆ ਬਲੋਚਿਸਤਾਨ ਦੇ ਲੋਕ। ਇਸ ਤਰ੍ਹਾਂ ਨਾਲ ਕਹਿੰਦੇ ਉਸ ਪਲਖ ਦੇਸ਼ ਦੇ ਪਲਖ ਦੀਪ ਦੇ ਵਿੱਚ ਐਸੀ ਜਿਹੜੀ ਇਹਨਾਂ ਦੀ ਲੰਬੀ ਆਰਜੂ ਅਰੋਗ ਆਰਜੂ ਤੇ ਸਦਾ ਸੁੰਦਰ ਸਰੂਪ ਬਣੇ ਰਹਿੰਦੇ ਹਨ। ਸਮ ਅਮਨ ਕੇ ਦਿਨ ਵਿਸਵਹਾਰੂ, ਸਮ ਅਮਰਨ ਕੇ ਤਿੰਨ ਵਿਵਹਾਰੂ, ਇਹਨਾਂ ਦਾ ਵਿਵਹਾਰ ਹੈ ਜਿਹੜਾ ਦੇਵਤਿਆਂ ਸਮਾਨ ਹੈ। ਅਮਰਨ ਨਾਮ ਦੇਵਤਿਆਂ ਦਾ, ਦੇਵਤਿਆਂ ਸਮਾਨ ਇਹਨਾਂ ਦਾ ਜਿਹੜਾ ਸੁਭਾਅ ਹੈ। ਇੱਥੋਂ ਦੇ ਪਲਖਦੀਪ ਦੇ ਲੋਕਾਂ ਦਾ ਜਿੱਥੇ ਜਾ ਕੇ ਮਰਦਾਨੇ ਨੂੰ ਦਿਖਾਇਆ ਹੈ। ਦੋਰਾ ਸਪਤ ਖੰਡ ਤਹਿ ਦੀਪ ਕੇ ਸਰਦਾ ਸਪਤ ਪ੍ਰਵਾਹੀ, ਇਹ ਪਲਖਦੀਪ ਜਿਹੜਾ ਹੈ ਫਿਰ ਇਹਦੇ ਅੱਗੇ 7 ਰਿਆਸਤਾਂ ਨੇ, ਕਹਿੰਦੇ 7 ਥਾਂ ਵੰਡਿਆ ਹੋਇਆ ਤੇ 7 ਨਦੀਆਂ ਵਹਿੰਦੀਆਂ ਨੇ, 7 ਥਾਂ ਪਾਣੀ ਨੂੰ ਜਿਹੜਾ ਇਹਨਾਂ ਨੇ ਬੰਨਿਆ ਹੋਇਆ ਹੈ। ਆਨੰਦ ਬਹੁ ਕੰਚਨ ਮੰਦਰ ਜਾਏ, ਸਰਬ ਪ੍ਰਕਾਰ ਆਨੰਦ ਬਹੁ ਕੰਚਨ ਮੰਦਰ ਜਾਹੇ। ਇਸ ਕਰਕੇ ਜਦੋਂ ਪਾਣੀ ਹੈ ਤਾਂ ਸਮਝ ਲਓ ਕਾਸ਼ਤਕਾਰੀ ਹੈ, ਸਾਰੇ ਪਾਣੀ ਲੱਗਦਾ ਤਾਂ ਸਾਰਾ ਉਪਜਾਊ ਖੇਤਰ ਹੈ, ਉਪਜਾਊ ਸੈਕਟਰ ਹੈ। ਇਸ ਕਰਕੇ ਜਿਹੜੇ ਘਰ ਨੇ ਕਹਿੰਦੇ ਸੋਨੇ ਦੇ ਬਣੇ ਹੋਏ, ਬੜੀ ਅਮੀਰੀ ਤੇ ਬੜਾ ਕਹਿੰਦੇ ਇਹਨਾਂ ਨੂੰ ਜਿਹੜੇ 4 ਚੰਨ ਲੱਗੇ ਹਨ। ਚੌਪਈ ਜਹ ਗੁਰ ਪੈਸੇ ਨਰ ਬਹੁ ਆਏ, ਜਦੋਂ ਮਹਾਰਾਜ ਜੀ ਜਾ ਕੇ ਪਲਖਦੀਪ ਦੇ ਵਿੱਚ ਬੈਠੇ ਤੇ ਸਾਰੇ ਬਹੁਤ ਸਾਰੇ ਲੋਕਾਂ ਨੇ ਆ ਕਰਕੇ ਮਹਾਰਾਜ ਜੀ ਨੂੰ ਦੇਖਿਆ, ਕਿਉਂਕਿ ਦੇਵਤਿਆਂ ਵਰਗੇ ਸੁਭਾਅ ਨੇ ਇਹਨਾਂ ਦੇ ਲੋਕਾਂ ਦੇ। ਉਹਨਾਂ ਨੇ ਆ ਕਰਕੇ ਮਹਾਰਾਜ ਜੀ ਨੂੰ ਦੇਖਿਆ, ਹੱਥ ਜੋੜ ਪਗ ਸੀਸ ਨਿਵਾਏ, ਹੱਥ ਜੋੜ ਕੇ ਮਹਾਰਾਜ ਜੀ ਨੂੰ ਮੱਥੇ ਟੇਕੇ ਹਨ। ਅਪਰ ਦੀਪ ਕੋ ਸੰਤ ਸਰੂਪਾ, ਉਹਨਾਂ ਨੇ ਜਾਣ ਲਿਆ ਵੀ ਇਹ ਕਿਸੇ ਹੋਰ ਦੀਪ ਦੇ ਨੇ। ਉਹ ਕਿਹੜਾ ਦੀਪ? ਜੰਬੂਦੀਪ ਦੇ ਨੇ। ਜੰਬੂਦੀਪ ਦੇ ਵਿੱਚ ਆ ਗਿਆ ਇਹ ਸਾਰਾ ਜਿਹੜਾ ਪੰਜਾਬ ਵੀ। ਇਸ ਤਰ੍ਹਾਂ ਨਾਲ ਕਹਿੰਦੇ ਜੰਬੂਦੀਪ ਦੇ ਹਨ। ਇਸ ਕਰਕੇ ਉਹਨਾਂ ਨੇ ਜਾਣ ਕੇ ਪੰਜਾਬ ਦੇਸ਼ ਦੇ ਜੰਬੂਦੀਪ ਦੇ ਵਾਸੀ ਤੇ ਕਹਿੰਦੇ ਉਹਨਾਂ ਦਾ ਬੜਾ ਸਤਿਕਾਰ ਕੀਤਾ। ਮਹਾਰਾਜ ਜੀ ਦੇ ਫਲ ਲਿਆ ਕਰਕੇ ਅੱਗੇ ਰੱਖ ਦਿੱਤੇ ਆ। ਕਈ ਤਰ੍ਹਾਂ ਦੇ ਮੇਵੇ, ਕਈ ਤਰ੍ਹਾਂ ਦੇ ਕਹਿੰਦੇ ਹੋਰ ਪਦਾਰਥ ਰੱਖ ਦਿੱਤੇ ਹਨ। ਤੇ ਬੜੇ ਹੈਰਾਨ ਹੋ ਕਰਕੇ ਮਹਾਰਾਜ ਜੀ ਦੇ ਚਾਰੇ ਪਾਸੇ ਬੈਠ ਗਏ ਆ। ਮਹਾਰਾਜ ਜੀ ਨੇ ਉਹਨਾਂ ਨੂੰ ਇਸ ਪ੍ਰਕਾਰ ਨਾਲ ਬਚਨ ਕੀਤਾ ਪਲਖਦੀਪ ਦੇ ਲੋਕਾਂ ਨੂੰ। ਮਹਾਰਾਜ ਕਹਿੰਦੇ ਭਾਈ ਤੁਹਾਨੂੰ ਤਾਂ ਕੋਈ ਦੁੱਖ ਨਹੀਂ ਹੈ,
ਸੋਨੇ ਦੇ ਘਰ ਨੇ, ਹਰ ਤਰ੍ਹਾਂ ਨਾਲ, ਕਿਸੇ ਤੋਂ ਲੈਣਾ ਨਹੀਂ ਦੇਣਾ ਨਹੀਂ, ਸਭ ਬੇਅੰਤ ਖੇਡਾਂ ਨੇ। ਤੁਹਾਡੀਆਂ ਇੰਨੀਆਂ ਲੰਬੀਆਂ ਅਰੋਗ ਉਮਰਾਂ, ਸਦਾ ਹੀ ਜਵਾਨ ਰਹਿਣਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਕਹਿਣ ਲੱਗੇ, ਭਾਈ ਇਹੀ ਤਾਂ ਇਨਸਾਨ ਚਾਹੁੰਦਾ ਹੈ। ਤੇ ਇਹੋ ਜਿਹੇ ਜਿਹੜਾ ਸੁੱਖ ਮੈਨੂੰ ਪ੍ਰਾਪਤ, ਕਹਿੰਦੇ ਤੁਹਾਨੂੰ ਜਿਹੜਾ ਇਹ ਸੁੱਖ ਪ੍ਰਾਪਤ ਹੋਇਆ ਹੈ। ਮਹਾਰਾਜ ਕਹਿੰਦੇ ਇਹ ਦੀਪ ਬਾਰੇ, ਆਪਦੇ ਬਾਰੇ ਸਾਨੂੰ ਹੋਰ ਦੱਸਣਾ ਕਰੋ। ਕਿਵੇਂ ਤੁਸੀਂ ਕਰਦੇ ਹੋ, ਕੀ ਰਹਿੰਦੇ ਹੋ, ਇਹ ਸਾਰਾ ਸਾਨੂੰ ਦੱਸਣਾ ਕਰੋ ਕਿ ਕਿਵੇਂ ਇੱਥੇ ਲੈਣ ਦੇਣ ਹੁੰਦਾ ਹੈ, ਵਿਵਹਾਰ ਕਿਵੇਂ ਚੱਲਦਾ ਹੈ, ਵਪਾਰ ਕਿਵੇਂ ਹੁੰਦਾ ਹੈ। ਜਿਹੜੇ ਤੁਹਾਨੂੰ ਦੁੱਖ ਨੇ, ਜਿਹੜੇ ਤੁਹਾਨੂੰ ਸੁੱਖ ਨੇ, ਉਹ ਵੀ ਹੋਰ ਦੱਸੋ ਜੀ। ਕੁਝ ਵੀ ਮਹਾਰਾਜ ਕਹਿੰਦੇ ਲਕੋਵੋ ਨਾ, ਝੂਠ ਨੂੰ ਛੱਡ ਕੇ ਤੇ ਬਿਲਕੁਲ ਸੱਚ ਸਾਨੂੰ ਦੱਸੋ। ਚੌਪਈ ਦੋਹਰਾ ਨਰ ਬੋਲੇ ਤਸਦੀਪ ਕੇ ਹੈ ਸੁਖ ਸਰਬ ਪ੍ਰਕਾਰ। ਇਹ ਪਲਖ ਦੀਪ ਦੇ ਲੋਕ ਮਹਾਰਾਜ ਦੀ ਗੱਲ ਸੁਣ ਕੇ ਕਹਿਣ ਲੱਗੇ, ਮਹਾਰਾਜ ਸਾਨੂੰ ਕੋਈ ਦੁੱਖ ਨਹੀਂ ਹੈ, ਦੁੱਖ ਨਹੀਂ ਹੈ ਇੱਥੇ, ਸਾਨੂੰ ਦੇਵਤਿਆਂ ਵਰਗਾ ਸਾਡਾ ਸਰੂਪ ਹੈ, ਇਹ ਆਪ ਦੀ ਕਿਰਪਾ, ਸਾਨੂੰ ਕੋਈ ਦੁੱਖ ਨਹੀਂ ਹੈ। ਪਰ ਦੁੱਖ ਹੈਗੇ ਵੀ ਨੇ। ਉਹ ਕਿਹੜੇ ਦੁੱਖ ਨੇ, ਅੱਗੇ ਦੱਸਦੇ ਹਨ। ਤ੍ਰੈ ਦੁੱਖ ਹੈ ਸਭ ਹਨ ਵਿਖੇ, ਸੋ ਹਮ ਕਰਹਿ ਉਚਾਰ। ਉਹ ਅਸੀਂ ਤੁਹਾਨੂੰ ਮਹਾਰਾਜ ਜੀ ਦੱਸਦੇ, 3 ਦੁੱਖ ਨੇ ਇੱਥੇ ਦੇ ਲੋਕਾਂ ਨੂੰ। ਨਾਲੇ ਦੇਖ ਲਓ ਕਿੰਨੇ ਸੁੱਖ, ਕਿੰਨੇ ਸੋਨੇ ਦੇ ਘਰ, ਫਿਰ ਵੀ ਕਹਿੰਦੇ ਇਹ ਜਿਹੜੇ, ਕਿਉਂਕਿ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਹਿੰਦੇ ਕੋਈ ਕਿਸੇ ਨੂੰ ਕੋਈ ਦੁੱਖ ਹੈ, ਕੋਈ ਦੁੱਖ ਹੈ। ਕਹਿੰਦੇ ਇਹਨਾਂ ਨੂੰ ਵੀ ਦੁੱਖ ਹਨ। ਜਦੋਂ ਕਾਇਆ ਧਾਰੀ ਧਾਰਨ ਕੀਤੇ ਹਨ, ਮਨੁੱਖਾ ਜਾਮੇ ਦੇ ਵਿੱਚ ਆਏ, ਦੁੱਖ ਵੀ ਨੇ ਸੁੱਖ ਵੀ ਨੇ, ਕੀਤੇ ਕਰਮ ਅਨੁਸਾਰ। ਕਹਿੰਦੇ 3 ਦੁੱਖ ਜਿਹੜੇ ਇਹਨਾਂ ਨੂੰ ਇਹ ਮਾਨਸਿਕ ਨੇ, ਪਰ ਕਥਨ ਕੀਤੇ ਇਸ ਸਰੀਰਕ ਦੇ ਵਿੱਚ ਨਹੀਂ ਆਏ ਹਨ, ਖਾਣ ਪੀਣ ਦੇ ਵਿੱਚ ਨਹੀਂ ਆਏ, ਕੋਈ ਬਿਮਾਰੀ ਨਹੀਂ ਹੈ, ਪਰ ਮਾਨਸਿਕ ਨੇ। ਮਾਨਸਿਕ ਦੁੱਖਾਂ ਦਾ ਕਥਨ 3 ਪ੍ਰਕਾਰ ਦੇ ਕਹਿੰਦੇ ਇੱਥੋਂ ਦੇ ਲੋਕਾਂ ਨੂੰ ਮਾਨਸਿਕ ਦੁੱਖ ਹਨ ਚੇਤਨਾ ਦੇ ਵਿੱਚ। ਕਿਉਂਕਿ ਪਹਿਲਾ ਦੁੱਖ ਹੈ ਕਿ ਜਿਹੜਾ ਆਪ ਤੋਂ ਵੱਡਾ ਜਾਣਦੇ ਹਨ। ਆਪ ਤੋਂ ਵੱਡਾ ਜਿਹੜਾ ਜਾਣੀਏ ਕਰਨੀ ਤਾਂ ਮੁਦਤਾ ਸੀ, ਉਹਦੇ ਨਾਲ ਮੈਤਰੀ ਸੀ, ਮੈਤਰੀ ਭਾਵ ਨੂੰ ਗਵਾ ਕਰਕੇ। ਪਰ ਇੱਥੇ ਦੇ ਲੋਕ ਜਿਹੜੇ ਹਨ ਆਪ ਤੋਂ ਵੱਡੇ ਨਾਲ ਮਤਸਰ ਨਾਮ ਈਰਖਾ ਦਾ ਈਰਖਾ ਕਰਦੇ ਆ, ਜਿਹੜਾ ਆਪ ਤੋਂ ਵੱਡਾ ਦੇਖਦੇ ਆ। ਇਹ ਰੋਗ ਹੈ ਮਹਾਰਾਜ ਇੱਥੇ ਦੇ ਲੋਕਾਂ ਨੂੰ ਪਹਿਲਾ। ਤੇ ਜਿਹੜਿਆਂ ਨੂੰ ਛੋਟੇ ਦੇਖਦੇ ਆ ਆਪ ਤੋਂ, ਦੂਜਾ ਰੋਗ ਇਹ ਹੈ ਇੱਥੇ ਦੇ ਲੋਕਾਂ ਨੂੰ। ਤੇ ਉਹਨਾਂ ਤੇ ਕਹਿੰਦੇ ਹੰਕਾਰ ਕਰਦੇ ਆ, ਛੋਟਿਆਂ ਨੂੰ ਕਹਿੰਦੇ ਜਿਹੜਾ ਆਪਣੇ ਦਾਬੇ ਦੇ ਵਿੱਚ ਰੱਖਣਾ ਚਾਹੁੰਦੇ ਹਨ। ਤੇ ਤੀਜਾ ਰੋਗ ਹੈ ਮਹਾਰਾਜ ਇੱਥੇ ਦੇ ਲੋਕਾਂ ਨੂੰ, ਜਿਹੜੇ ਬਰਾਬਰ ਦੇ ਜਾਣਦੇ ਹਨ ਆਪਣੇ, ਉਹਨਾਂ ਨੂੰ ਫੇਰ ਇਸ ਕਰਕੇ ਉਹਨਾਂ ਦੇ ਨਾਲ ਈਰਖਾ ਕਰਦੇ ਹਨ। ਬਹੁਤ ਜ਼ਿਆਦਾ ਮਨ ਦੇ ਵਿੱਚ ਉਹਨਾਂ ਦੇ ਨਾਲ ਈਰਖਾ ਕਰਦੇ ਹਨ। ਤੇ ਇਸ ਤਰ੍ਹਾਂ ਨਾਲ ਮਹਾਰਾਜ ਜੀ ਇਹ ਜਿਹੜੇ ਰੋਗਾਂ ਦੇ ਨਾਲ ਵਿਆਪਤ ਹਨ, ਲਿਪਤ ਹਨ। ਇਸ ਤਰ੍ਹਾਂ ਜਿਹੜੇ ਆਪਸ ਦੇ ਵਿੱਚ ਰੋਗਾਂ ਦੇ ਨਾਲ ਗ੍ਰਸਤ ਹਨ, ਇਹਨਾਂ ਨੇ ਮੈਤਰੀ ਮੁਦਤਾ ਕਰਨਾ ਅਪੇਖਿਆ ਨੂੰ ਧਾਰਨ ਨਹੀਂ ਕੀਤਾ। ਇਹਨਾਂ ਦੁੱਖਾਂ ਦੇ ਨਾਲ ਸਾਰੇ ਲੋਕ ਇੱਥੋਂ ਦੇ ਔਖੇ ਹਨ। ਹੋਰ ਸਾਰੇ ਪ੍ਰਕਾਰ ਨਾਲ ਜਿਹੜਾ ਔਰ ਸਰਬ ਸੁਖ ਸੁਨੋ ਬਰਤੰਤੇ, ਸਾਰੇ ਪ੍ਰਕਾਰ ਹੋਰ ਸੁੱਖ ਹੈ, ਕੋਈ ਵੀ ਹੋਰ ਦੁੱਖ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਦੇ 3 ਮਾਨਸਿਕ ਦੁੱਖ ਇਹ ਕੱਟਣ ਵਾਸਤੇ ਕਿ ਵੱਡਿਆਂ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਵੱਡੋ ਆਪ ਤੇ ਜਾਣੈ ਜੋ, ਕਹਿੰਦੇ ਉਹਦੇ ਨਾਲ ਈਰਖਾ ਕਰਦੇ ਹਨ। ਤੇ ਇਸ ਤਰ੍ਹਾਂ ਨਾਲ ਜਿਨ੍ਹਾਂ ਨੂੰ ਕਹਿੰਦੇ ਛੋਟੇ ਦੇਖਦੇ ਹਨ, ਉਹਨਾਂ ਤੇ ਕਹਿੰਦੇ ਹੰਕਾਰ ਕਰਦੇ ਹਨ। ਤੇ ਜਿਹੜੇ ਬਰਾਬਰ ਦੇ ਦੇਖਦੇ ਆ ਉਹਨਾਂ ਦੇ ਨਾਲ ਕਹਿੰਦੇ ਬਖੀਲੀ ਕਰਦੇ ਆ, ਨਿੰਦਿਆ ਕਰਦੇ ਆ ਉਹਨਾਂ ਦੀ। ਇਹਨਾਂ ਰੋਗਾਂ ਨੂੰ ਕੱਟਣ ਵਾਸਤੇ, ਮਾਨਸਿਕ ਰੋਗਾਂ ਨੂੰ ਕੱਟਣ ਕਰਤੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਮਹਾਰਾਜ ਜੀ ਕਹਿੰਦੇ ਚੰਗੀ ਤਰ੍ਹਾਂ ਸਾਡੀ ਗੱਲ ਨੂੰ ਸੁਣ ਕਰਕੇ ਕੰਨਾਂ ਦੇ ਵਿੱਚ ਧਾਰਨ ਕਰੋ ਭਾਈ। ਇਹਨਾਂ ਰੋਗਾਂ ਨੂੰ ਕੱਟਣ ਵਾਸਤੇ ਇਹਨਾਂ ਪਲਖ ਦੀਪ ਦੇ ਲੋਕਾਂ ਨੂੰ ਆਖਿਆ, ਇਹ 3 ਦੁੱਖ ਹੈ ਮਹਾਰਾਜ ਕਹਿੰਦੇ ਉੱਡ ਜਾਣਗੇ, ਜਿਹੜੇ ਸ਼ੁਭ ਮੰਤਰ ਹੋ ਜਾਣਗੇ, ਭਜ ਜਾਣਗੇ, ਸਦਾ ਤੁਹਾਨੂੰ ਆਨੰਦ ਪ੍ਰਾਪਤ ਹੋਇਆ ਰਹੇਗਾ। ਮਾਨਸਿਕ ਦੁੱਖਾਂ ਦੀ ਨਿਵਰਤੀ ਤੋਂ ਬਿਨਾਂ ਆਨੰਦ ਪ੍ਰਾਪਤ ਨਹੀਂ ਹੁੰਦਾ ਆਤਮ ਬੋਧ ਦੇ ਵਿੱਚ, ਚੇਤਨਾ 'ਚ। ਇਸ ਤਰ੍ਹਾਂ ਨਾਲ ਕਹਿੰਦੇ ਫਿਰ ਤੁਹਾਨੂੰ ਸਦਾ ਆਨੰਦ ਪ੍ਰਾਪਤ ਹੋ ਜਾਵੇਗਾ। ਮਹਾਰਾਜ ਦੀ ਐਸੀ ਸਿੱਖਿਆ ਸੁਣ ਕਰਕੇ ਇਹਨਾਂ ਪਲਖ ਦੇਸ਼ ਦੀਪ ਦੇ ਲੋਕਾਂ ਨੇ ਦੋਵੇਂ ਹੱਥ ਜੋੜੇ ਮਹਾਰਾਜ ਜੀ ਦੇ ਅੱਗੇ। ਮਹਾਰਾਜ ਜਿਵੇਂ ਤੁਸੀਂ ਸਾਨੂੰ ਸਿੱਖਿਆ ਦਵੋ, ਸਾਨੂੰ ਉਵੇਂ ਆਨੰਦ ਪ੍ਰਾਪਤ ਹੋਵੇ। ਆਪ ਜੀ ਦੇ ਬਚਨ ਨੂੰ ਮੰਨੀਏ, ਕਿਰਪਾ ਕਰੋ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਾਰੇ ਜਿਹੜਾ ਰਾਮ ਵਿਆਪਤ ਹੈ, ਰਾਮ ਬਿਨਾ ਕੁਛ ਵੀ ਨਹੀਂ ਹੈ, ਰਾਮ ਬਿਨਾ ਨਹਿ ਕੋਈ ਰੇ। ਕਹਿੰਦੇ ਕੋਈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਨਹੀਂ ਬਿਨ ਨਹੀਂ ਕੋਈ। ਕਹਿੰਦੇ ਕੋਈ ਵੀ ਉਸ ਤੋਂ ਮਾਇਆ ਚਿੱਤਰ ਬਚਿੱਤਰ ਵਿਮੋਹਿਤ ਬਿਰਲਾ ਬੂਝੇ। ਕੋਈ ਅਨੇਕ ਰੂਪ ਹੋਏ ਪਸਰਿਆ ਸੁਆਮੀ ਏਕੰਕਾਰ, ਅਨਕ ਰੂਪ ਹੋਏ ਪਸਰਿਆ ਸੁਆਮੀ ਏਕੰਕਾਰ। ਇਸ ਤਰ੍ਹਾਂ ਨਾਲ ਕਹਿੰਦੇ ਰਾਮ ਵਿਆਪਤ ਹੈ, ਸਾਰੇ ਬਿਨਾ ਉਸ ਤੋਂ ਕੋਈ ਵੀ ਨਹੀਂ ਹੈ। ਤੇ ਆਪ ਰਹਿਣਾ ਨਹੀਂ, ਫਿਰ ਇਹ ਲਾਲਸਾ ਮਿਟ ਜਾਊਗੀ ਤੇ ਫਿਰ ਜਿਹੜੇ ਅੰਦਰ ਦਵੈਤਕ ਰੋਗ ਨੇ ਇਹ ਸਾਰੇ ਮਾਨਸਿਕ ਚੇਤਨਾ ਦੇ ਵਿੱਚੋਂ ਨਿਕਲ ਜਾਣਗੇ, ਨਸ਼ਟ ਹੋ ਜਾਣਗੇ। ਮਹਾਰਾਜ ਕਹਿੰਦੇ ਹਨ ਪਰ ਜਦੋਂ ਨਾਮ ਤੇ ਦ੍ਰਿੜ ਮਨ ਕਹਿੰਦੇ ਨਿਸ਼ਚਾ ਪੂਰੀ ਪਰਪੱਕਤਾ ਨਾਲ ਹੋਊਗਾ, ਪੂਰੀ ਪਰਪੱਕਤਾ ਨਾਲ ਜਦੋਂ ਅਮਲ ਹੋਊਗਾ ਨਾ, ਫੇਰ ਮਹਾਰਾਜ ਜੀ ਕਹਿੰਦੇ ਘਟਨਾ ਘਟੋਗੀ। ਫੇਰ ਇਹ ਸਾਰੇ ਜਿਹੜੇ ਮਾਨਸਿਕ ਦੁੱਖ ਨੇ ਉਤਰ ਜਾਣਗੇ ਤੇ ਕੋਈ ਵੀ ਦੁੱਖ ਤੁਹਾਨੂੰ ਛੂਹੂਗਾ ਵੀ ਨਹੀਂ। ਮਹਾਰਾਜ ਜੀ ਕਹਿੰਦੇ ਹਨ ਇਸ ਕਰਕੇ ਸਤਨਾਮ ਦਾ ਜਾਪ ਸਦਾ ਹਮੇਸ਼ਾ ਹੀ ਪਰਮੇਸ਼ਰ ਦਾ ਜਾਪ ਕਰਿਆ ਕਰੋ। ਦੂਜਾ ਵਚਨ ਕੀ ਕਿਹਾ? ਸਤਿਗੁਰ ਸਿਮਰਤਿ ਹਾਵਲ ਕੀਜੈ। ਸਤਿਗੁਰੂ ਅਕਾਲ ਪੁਰਖ ਨੂੰ ਯਾਦ ਕਰਕੇ ਕੜਾਹ ਪ੍ਰਸ਼ਾਦ ਦੀ ਦੇਖ ਕਰਿਆ ਕਰੋ। ਇਹ ਆਪਣੇ ਇਲਾਜ ਇਹ ਹੈ, ਜਦੋਂ ਵੀ ਕੋਈ ਕਸਰ ਮਸਰ ਜਾਂ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਅਰਦਾਸ ਕਰਨੀ, ਮਹਾਰਾਜ ਦਾ ਨਾਮ ਲੈ ਕਰਕੇ, ਕਿਰਪਾਨ ਭੇਟ ਕਰਕੇ ਭੋਗ ਲਵਾਉਣਾ, ਸੁੱਚੇ ਹੋ ਕਰਕੇ ਸਫੈਦ ਵਸਤਰ ਨਾਲ ਢੱਕ ਕੇ। ਇਸ ਤਰ੍ਹਾਂ ਨਾਲ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੜਾਹ ਪ੍ਰਸ਼ਾਦ ਦੀ ਦੇਖ ਕਰਨੀ, ਸੁੱਚੇ ਹੋ ਕੇ ਪ੍ਰਮਾਤਮਾ ਦਾ ਨਾਮ ਲੈਣਾ। ਤੇ ਜਿਹੜੇ ਉਸਦੇ ਰਾਸਤੇ ਜਿਹੜਾ ਯੋਗਤਾ ਵਾਲਿਆਂ ਨੂੰ ਦੇਣਾ ਹੈ, ਜਿਨ੍ਹਾਂ ਨੂੰ ਉਹਦੀ ਕਦਰ ਨਹੀਂ ਉਹਨਾਂ ਨੂੰ ਨਹੀਂ ਦੇਣਾ ਹੈ। ਜਿਨ੍ਹਾਂ ਨੂੰ ਕੜਾਹ ਪ੍ਰਸ਼ਾਦ ਦੀ ਕਦਰ ਨਹੀਂ ਹੈ, ਪੈਰਾਂ 'ਚ ਸਿੱਟ ਦੇਣ ਉਵੇਂ ਜੁੱਤੀਆਂ ਵਾਲੇ ਹੱਥ, ਉਹਨਾਂ ਨੂੰ ਦੇਣ ਦਾ ਕੋਈ ਮਤਲਬ ਨਹੀਂ ਹੈ। ਕੜਾਹ ਪ੍ਰਸ਼ਾਦ ਬਹੁਤ ਉੱਚੀ ਸੁੱਚੀ ਚੀਜ਼ ਹੈ। ਸੱਚੇ ਪਾਤਸ਼ਾਹ ਜੀ ਦਾ ਹੁਕਮ, ਇਹਦੇ ਨਾਲ ਅਰਦਾਸਾਂ ਪੂਰੀਆਂ ਹੁੰਦੀਆਂ। ਇਹ ਤੋਂ ਬਿਨਾਂ ਪਾਠ ਨਹੀਂ ਸ਼ੁਰੂ ਹੋ ਸਕਦਾ, ਕੁਝ ਵੀ ਕਾਰਜ ਨਹੀਂ ਹੋ ਸਕਦਾ। ਇਸ ਤਰ੍ਹਾਂ ਨਾਲ ਕੜਾਹ ਪ੍ਰਸ਼ਾਦ ਦੀ ਵੱਡੀ ਮਹਾਨਤਾ ਹੈ। ਤੇ ਇਸ ਤਰ੍ਹਾਂ ਕਹਿੰਦੇ ਸਾਰੀ ਦੁਬਤਾ ਤੁਹਾਡੀ ਜਿਹੜੀ ਹੈ ਦੂਰ ਹੋ ਕਰ ਅਰਦਾਸ ਸਿੱਖਣ ਮੁਖ ਪਾਵੋ। ਸਿੱਖਾਂ ਸੰਤਾਂ ਨੂੰ ਛਕਾਇਆ ਕਰੋ ਤਾਂ ਤੁਹਾਡੀ ਸਾਰੀ ਦੁਬਦਾ ਜਿਹੜੀ ਹੈ ਨਾਸ ਹੋ ਜਾਊਗੀ। ਇਹ ਬਚਨ ਸੌਖੇ ਹੀ ਸੀ। ਉਹਨਾਂ ਨੂੰ ਕਿਹੜਾ ਘਿਓ ਦਾ ਘਾਟਾ ਸੀ, ਕਿਹੜਾ ਆਟੇ ਦਾ ਘਾਟਾ ਸੀ, ਜਿਨ੍ਹਾਂ ਦੇ ਘਰ ਸੋਨੇ ਦੇ ਸਨ। ਤੇ ਮਹਾਰਾਜ ਜੀ ਦਾ ਬਚਨ ਜੁਗਤੀ ਨਾਲ ਮਹਾਂਪੁਰਸ਼ ਮੁਕਤੀ ਕਰ ਦਿੰਦੇ ਆ। ਇਸ ਤਰ੍ਹਾਂ ਨਾਲ ਨਾਮ ਨਾਲ ਜੋੜ ਕੇ ਕਹਿੰਦੇ ਉਹਨਾਂ ਦੇ ਮਾਨਸਿਕ ਦੁੱਖ ਜਿਹੜੇ ਖੋ ਦਿੱਤੇ ਆ। ਮਿੱਠੇ ਬੋਲ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਣ ਕੇ ਧਾਰਨ ਕੀਤੇ ਆ, ਸੌਖੇ ਆ, ਮੰਨੇ ਆ। ਪਲਖ ਦੀਪ ਦੇ ਲੋਕ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਧਾ ਧਾਰ ਕੇ ਕਹਿੰਦੇ ਸਿੱਖ ਬਣ ਗਏ ਹਨ ਕਈ ਗਿਣਤੀ ਦੇ ਵਿੱਚ। ਤੇ ਕਿੰਨਾ ਕੁ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਰੱਖਿਆ। ਮਹਾਰਾਜ ਐਂ ਕਿਸੇ ਨੂੰ ਬਣਾਉਣ ਵਾਸਤੇ ਨਹੀਂ ਗਏ ਜਿਵੇਂ ਅਮਰੀਕਾ ਵਾਲੇ ਤੁਰੇ ਫਿਰਦੇ ਆ ਲੋਕਾਂ ਨੂੰ ਈਸਾਈ ਬਣਾਉਣ ਵਾਸਤੇ। ਕਿਉਂਕਿ ਅਮਰੀਕਾ ਦੇ ਵਿੱਚ ਕਿਹੜਾ ਉਹਨਾਂ ਦੇ ਭਿਖਾਰੀ ਨਹੀਂ ਹਨ ਜਾਂ ਲੋਕ ਗਰੀਬ ਨਹੀਂ ਹਨ। ਕਰੋੜਾਂ ਲੋਕ ਅਮਰੀਕਾ ਦੇ ਵਿੱਚ ਗਰੀਬ ਨੇ, ਜਿਹੜੇ ਉੱਥੋਂ ਦੇ ਸਿਟੀਜ਼ਨ ਨੇ, ਸੜਕਾਂ 'ਤੇ ਰੁਲ ਰਹੇ ਆ। ਤੇ ਉਹਨਾਂ ਨੂੰ ਕਦੇ ਉਹਨਾਂ ਨੇ ਉਹ ਸਹੂਲਤਾਂ ਨਹੀਂ ਦਿੱਤੀਆਂ ਜਿਹੜੀਆਂ ਭਾਰਤ ਤੇ ਬਸਤੀਆਂ 'ਚ ਆ ਕਰਕੇ ਉਹਨਾਂ ਨੇ ਲੋਕਾਂ ਨੂੰ ਦੇਖ ਕੇ ਰੋਟੀ ਕੱਪੜੇ ਪਿੱਛੇ ਲੋਕਾਂ ਦਾ ਧਰਮ ਖਰੀਦਣ ਦੀ ਕੋਸ਼ਿਸ਼ ਕੀਤੀ। ਇਹ ਕੋਈ ਧਰਮ ਪਰਿਵਰਤਨ, ਇਹ ਕੋਈ ਧਰਮ ਨੂੰ ਧਾਰਨ ਕਰਨਾ ਨਹੀਂ ਹੈ। ਉਹਨਾਂ ਨੂੰ ਦਵਾਈਆਂ ਚੀਜ਼ਾਂ ਚਾਹੀਦੀਆਂ, ਕੱਪੜਾ ਲੀੜਾ ਚਾਹੀਦਾ, ਪਰ ਉੱਥੇ ਤਾਂ ਉਹਨਾਂ ਨੂੰ ਪਹਿਲਾਂ ਹੀ ਈਸਾਈ ਧਰਮ ਪ੍ਰਾਪਤ ਹੈ। ਉਹਨਾਂ ਨੂੰ ਦੇਣ ਦੀ ਕੀ ਲੋੜ ਹੈ? ਲੋਕ ਸੜਕਾਂ 'ਤੇ ਰੁਲ ਰਹੇ ਆ ਅਮਰੀਕਾ 'ਚ। ਪਰ ਜਿੱਥੇ ਜਾ ਕਰਕੇ ਉਹ ਕਹਿੰਦੇ ਗਰੀਬਾਂ ਨੂੰ ਇਸ ਦੇ ਬਦਲੇ ਖਰੀਦ ਕਰਕੇ ਆਪਣੇ ਨਾਲ ਬਸਤੀਵਾਦੀ ਰਾਜ ਸ਼ਾਸਨ ਕਰਨ ਵਾਸਤੇ ਖੜੇ ਕਰ ਲਓ। ਪਰ ਕਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤੁਲਨਾ? ਉਹਦੇ ਬਰਾਬਰ ਥੋੜ੍ਹੀ ਉਹ ਧਰਮ ਪ੍ਰਵਰਤਕ ਹੋ ਸਕਦੇ ਆ, ਉਹਦੇ ਵਾਸਤੇ ਉਹਨੇ ਥੋੜ੍ਹੀ ਉਹ ਸੁਧਾਰਕ ਹੋ ਸਕਦੇ ਹਨ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਿਚਾਰ ਖੜੀ ਹੈ। ਕਹਿੰਦੇ ਇਸ ਤਰ੍ਹਾਂ ਨਾਲ ਸ਼ਰਧਾ ਧਾਰ ਕੇ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰੇਮ ਸਰਲ ਵਚਨ ਕਰਕੇ ਕਹਿੰਦੇ ਇਸ ਤਰ੍ਹਾਂ ਨਾਲ ਸਿੱਖ ਹੋ ਗਏ ਹਨ। ਕਿੰਨੇ ਕੁ ਸਮਾਂ ਮਹਾਰਾਜ ਇਹਨਾਂ ਦੇ ਕੋਲ ਰਹੇ? ਵਕਤ ਬਹੁਤ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਸਤਿਗੁਰੂ ਸਾਹਿਬ ਜੀ ਨੇ ਬੜਾ ਇਹਨਾਂ ਨੂੰ ਜਿਹੜਾ ਤਾਰ ਕਰਕੇ ਫਿਰ ਹੋਰ ਦੀਪਾਂ ਦੇ ਵਿੱਚ ਮਰਦਾਨੇ ਨੂੰ ਲੈ ਕਰਕੇ ਗਏ ਹਨ। ਬੜਾ ਲੰਬਾ ਪ੍ਰਸੰਗ ਹੈ। ਸੋ ਇੱਕ ਸ਼ਬਦ ਪਿੱਛੇ ਬਾਣੀ ਦਾ ਰਹਿ ਗਿਆ, ਉਹਦੀ ਵੀ ਫਿਰ ਆਪਾਂ ਵਿਚਾਰ ਕਰਾਂਗੇ। ਸੋ ਆਓ ਇੱਥੇ ਹੀ ਜਿਹੜੇ ਇਹਨਾਂ ਪੰਕਤੀਆਂ ਦੇ ਨਾਲ ਆਪਾਂ ਸਤਿਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਸੰਤੋਖੀਏ। ਦ੍ਰਿੜ ਮਨ ਮੈਂ ਇਸ ਵਿਦ ਜਬ ਹੋ, ਤਬ ਪੁਨ ਦੋਖ ਨ ਵਿਆਪੈ ਕੋ। ਸਤਨਾਮ ਕੋ ਜਾਪ ਜਪੀਜੈ, ਸਤਿਗੁਰ ਸਿਮਰਤਿ ਹਾਵਲ ਕੀਜੈ। ਕਰ ਅਰਦਾਸ ਸਿੱਖਨ ਮੁਖ ਪਾਵੋ,
तब दुबदा और सकल नसावो मृदल बचन इस विध सुन कुर के भय से नर सिख शरदा धर के। वाहिगुरु जी का खालसा वाहिगुरु जी की फतेह। गुरपूरा जिन सिमरिया से पै निहाल नानक नाम आराधना कारज आवे रास। गुरपूरा जिन सिमरिया से पै निहाल नानक नाम आराधना कारज आवे रास। वाहिगुरु जी का खालसा वाहिगुरु जी की फतेह। वक्त देखिए।